हाँ जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है पे सच नानक होसी पे सच। वाहिगुरु जी का खालसा वाहिगुरु जी की फतेह। ਅੱਜ ਅਸੀਂ 85th ਐਪੀਸੋਡ ਰਿਕਾਰਡ ਕਰਾਂਗੇ। ਮੂਲ ਮੰਤਰ ਤੇ ਸ਼ਲੋਕ ਹੁਣੇ ਦਵਿੰਦਰ ਜੀ ਨੇ ਪੜ੍ਹਿਆ। ਇਹਦੇ ਬਾਅਦ ਅਸੀਂ ਅੱਜ ਦਾ ਹੁਕਮਨਾਮਾ ਉਹਦੇ ਤੇ ਵਿਚਾਰ ਕਰਾਂਗੇ। ਗੁਰੂ ਅਰਜਨ ਦੇਵ ਜੀ ਦਾ ਸੋ ਗੁਰੂ ਅਰਜਨ ਦੇਵ ਜੀ ਦੀ ਲਾਈਫ ਦੇ ਜਿਹੜੇ ਪੰਨੇ ਨਹੀਂ ਪੜ੍ਹੇ ਜਾਂ ਜਿਹੜੇ ਪੰਨੇ ਜ਼ਰੂਰੀ ਨੇ ਉਹਦੇ ਤੇ ਇੱਕ ਹੋਰ ਝਾਤੀ ਮਾਰਾਂਗੇ। ਸਿੱਖ ਹਿਸਟਰੀ ਦੇ ਵਿੱਚ ਅਸੀਂ ਅਹਿਮਦ ਸ਼ਾਹ ਅਬਦਾਲੀ ਦਾ 4th ਇਨਵੇਜਨ ਹੈ। ਵੀ ਲੁੱਕ ਐਟ ਦੈਟ। ਅੱਜ ਸੰਗਰਾਂਦ ਹੈ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਸੋ ਸਾਵਣ ਦਾ ਮਹੀਨਾ ਚੜ੍ਹਿਆ, ਉਹਦੇ ਬਾਰੇ ਸਾਡੇ ਸੈਕਟਰੀ ਜਨਰਲ ਨਵਤੇਜ ਉਸ ਸ਼ਬਦ ਦੇ ਬਾਰੇ ਤੁਹਾਨੂੰ ਦੱਸਣਗੇ। ਫਿਰ ਵੈਨਸਡੇ ਦਾ ਹੁਕਮਨਾਮਾ ਜਿਹੜਾ ਉਹ ਸਿਲੈਕਟ ਹੋਇਆ, ਉਹ ਜਿਹਨੂੰ ਵੀ ਨਵਤੇਜ ਜੀ ਨੇ ਵੰਡਿਆ, ਉਹ ਲੋਕ ਉਹ ਸਾਰੇ ਸਟੂਡੈਂਟ ਉਹ 'ਚ ਪਾਰਟੀਸਪੇਟ ਕਰਨਗੇ। ਅੱਜ ਦੀ ਕਨਸੈਪਟ ਮੇਰੀ ਤੇ ਪੀਰੀ। ਕਨਸੈਪਟ ਜਿਹੜੀ ਹੈ ਉਹ ਇਸ ਤੋਂ ਪਹਿਲਾਂ ਕਿ ਮੈਂ ਉਹਦੇ ਬਾਰੇ ਕੁਝ ਹੋਰ ਕਹਾਂ ਜਾਂ ਕਿਸ ਤਰ੍ਹਾਂ ਅਸੀਂ ਉਹਨੂੰ ਸ਼ੁਰੂ ਕਰਨਾ, ਪਹਿਲੀ ਗੱਲ ਜਿਹੜੀ ਜ਼ਰੂਰੀ ਹੈ, ਸਾਰੇ ਸਮਝ ਲਓ ਕਿ ਤੁਸੀਂ ਸਾਰੇ ਜੋ ਵੀ ਵਿਊ ਲੈ ਕੇ ਆਉਂਦੇ ਹੋ, ਜਿਹੜੀ ਜਗ੍ਹਾ ਵੀ ਤੁਹਾਡਾ ਸੋਰਸ ਆਫ ਨੌਲੇਜ ਹੈ ਤੁਸੀਂ ਲੈ ਕੇ ਆਉਂਦੇ ਹੋ, ਵੀ ਵੈਲਕਮ ਦੈਟ। ਉਹ ਸਾਡੇ ਸਿਰ ਮੱਥੇ ਤੇ ਹੈ। ਕੋਈ ਕਿਸੇ ਦਾ ਕ੍ਰਿਟਿਸਿਜ਼ਮ ਨਹੀਂ ਹੈ। ਵੀ ਐਕਸੈਪਟ ਆਲ ਦਾ ਵਿਊਜ਼ ਐਜ਼ ਦੇ ਆਰ, ਕਿਉਂਕਿ ਕੋਈ ਵੀ ਫਾਈਨਲ ਅਥਾਰਟੀ ਕਿਧਰੇ ਵੀ ਨਹੀਂ ਹੈ। ਸਾਰੇ ਸੰਸਾਰ ਵਿੱਚ ਕਿਸੇ ਚੀਜ਼ ਦੀ ਵੀ ਕੋਈ ਫਾਈਨਲ ਅਥਾਰਟੀ ਨਹੀਂ ਹੈ। ਐਵਰੀਥਿੰਗ ਇਜ਼ ਬੀਇੰਗ ਰਿਸਰਚ ਐਂਡ ਰਿਸਰਚ ਹਾਲੇ ਵੀ ਹੋ ਰਹੀ ਹੈ, ਟ੍ਰਾਂਸਲੇਸ਼ਨ ਹਾਲੇ ਵੀ ਹੋ ਰਹੀਆਂ। ਕਿਹੜੀ ਫਾਈਨਲ ਹੈ ਕਿਹੜੀ ਨਹੀਂ ਕੋਈ ਪਤਾ ਨਹੀਂ। ਸੋ ਜੋ ਵੀ ਤੁਸੀਂ ਕਹੋਗੇ ਉਹ that will be accepted as it is, provided ਤੁਸੀਂ ਆਪਣੀ ਸੋਰਸ ਤੋਂ ਕਿਧਰੋਂ ਪੜ੍ਹ ਕੇ ਆਏ ਹੋ ਤੇ ਕਲਾਸ ਨੂੰ ਸਮਝਾਉਣਾ ਚਾਹੁੰਦੇ ਹੋ। ਅੱਗੇ ਅਸੀਂ ਇਸ ਤਰ੍ਹਾਂ ਕਰਦੇ ਸੀ ਵੀ ਅਸੀਂ ਪਹਿਲਾਂ ਵਜ਼ੀਰ ਜੀ ਨੂੰ ਕਹਿੰਦੇ ਸੀ ਵੀ ਸਾਡੇ ਕਿਉਂਕਿ ਉਹ ਮੇਨ ਕਥਾਕਾਰ ਕਹਿ ਲਓ ਕੁਛ ਜਾਂ ਸਕੋਲਰ ਕਹਿ ਲਓ, ਬਾਕੀ ਫਿਰ ਅਸੀਂ ਤੁਹਾਨੂੰ ਬਾਅਦ ਵਿੱਚ 2-3 ਮਿੰਟ ਦੇ ਦਿੰਦੇ ਸੀ। ਅਸੀਂ ਇਸ ਆਰਡਰ ਨੂੰ ਰਿਵਰਸ ਕਰਤਾ। ਪਹਿਲਾਂ ਤੁਸੀਂ ਸਾਰੇ 2-3 ਮਿੰਟ ਆਪਣੇ ਵਿਚਾਰ ਦੱਸੋਗੇ, ਉਸ ਤੋਂ ਬਾਅਦ ਫਿਰ ਅਸੀਂ ਵਜ਼ੀਰ ਜੀ ਨੂੰ ਕਹਾਂਗੇ ਕਿ ਉਹਨਾਂ ਨੇ ਸਾਰਿਆਂ ਦੇ ਸੁਣ ਲਏ ਨੇ ਤੇ ਹੁਣ ਉਹ ਜੋ ਮੇਨ ਉਹਨਾਂ ਦੀ ਰਿਸਰਚ ਹੈ ਉਹ ਸਾਨੂੰ ਦੱਸਣਗੇ। ਇੱਕ ਤੇ ਥੋੜਾ ਜਿਹਾ ਉਹਨਾਂ ਨੂੰ ਖੁੱਲਾ ਟਾਈਮ ਮਿਲ ਜਾਏਗਾ, ਰਿਸਟ੍ਰਿਕਟਡ ਨਹੀਂ ਹੋਏਗਾ ਜੀ, ਕਿਉਂਕਿ ਬਹੁਤਿਆਂ ਨੇ ਬਾਕੀਆਂ ਨੇ ਵੀ ਪਾਰਟਿਸਿਪੇਟ ਕਰਨਾ, ਇਸ ਕਰਕੇ ਤੁਸੀਂ ਜਲਦੀ ਕਰੋ। ਫਿਰ ਉਹਨਾਂ ਵਾਸਤੇ ਜੇ ਜਿੰਨੇ ਵੀ 20 ਮਿੰਟ ਠੀਕ ਹੋਣਗੇ ਵਜ਼ੀਰ ਜੀ ਰਫਲੀ? ਡਿਪੈਂਡ ਕਰਦਾ ਹੈ ਜੇ ਚਲੋ ਕਿ ਕਿਤਨਾ, ਮਤਲਬ ਇਟਸ ਟਰਾਈ ਟੂ ਰਿਸਟ੍ਰਿਕਟ। ਕੋਸ਼ਿਸ਼ ਕਰਾਂਗੇ ਤੁਹਾਡੇ ਵਾਸਤੇ 20 ਤੋਂ 30 ਮਿੰਟ ਤੱਕ ਬਚਿਆ ਹੋਵੇ ਟਾਈਮ, ਘੱਟ ਤੋਂ ਘੱਟ। ਕਿਉਂਕਿ ਸਾਰਿਆਂ ਨੇ ਆਪਣੇ ਵਿਚਾਰ ਦੇ ਦੇਣੇ ਹੈ, ਆਈ ਥਿੰਕ ਕਿ 10 ਮਿੰਟ ਵੀ ਬਹੁਤ ਹੋਣਗੇ। ਚਲੋ ਤਾਂ ਅਸੀਂ ਤੁਹਾਨੂੰ ਟਾਈਮ ਕਿੰਨਾ ਕੁ ਹੈ? ਠੀਕ ਹੈ। ਜੋ ਨਵਤੇਜ ਨਾਲ ਮੇਰੀ ਗੱਲ ਹੋਈ ਸੀ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਿਚਾਰ ਸੁਣੀਏ, ਤੇ ਫਿਰ ਜਦੋਂ ਅਸੀਂ ਤੁਹਾਡੇ ਤੇ ਪ੍ਰੈਸ਼ਰ ਪਾਉਂਦੇ ਹਾਂ ਵੀ ਤੁਸੀਂ ਜਰਾ ਜਲਦੀ ਕਰਦੇ ਹੋ, ਉਹ ਸਾਨੂੰ ਵੀ ਠੀਕ ਨਹੀਂ ਲੱਗਦਾ। ਸੋ ਲੈਟ ਐਵਰੀਬਡੀ। ਔਰ ਕਈ ਵਾਰੀ ਤੁਹਾਨੂੰ ਪਤਾ ਇੱਕ ਟਾਈਮ ਕਿਹਾ ਸੀ ਵਨ ਆਫ ਦੀ ਸਟੂਡੈਂਟਸ ਨੇ ਜੀ ਹੁਣ ਕਾਫੀ ਟਾਈਮ ਹੋ ਗਿਆ, ਹੁਣ ਅਸੀਂ ਅਗਲੇ ਵੀਕ ਕਰਾਂਗੇ। ਸੋ ਅਸੀਂ ਉਹ ਨੌਬਤ ਤੇ ਜਾਣਾ ਨਹੀਂ ਚਾਹੁੰਦੇ। ਸਾਰੇ ਆਪਣੇ ਆਪਣੇ ਵਿਚਾਰ ਦਿਓ, ਔਰ ਸਾਨੂੰ ਪਤਾ ਸਾਰਿਆਂ ਨੇ ਕਿੰਨੇ ਮਿੰਟ ਲਾਣੇ ਨੇ। ਉਸ ਤੋਂ ਬਾਅਦ ਫਿਰ ਅਸੀਂ ਵਿਲ ਕਮ ਬੈਕ ਟੂ ਡਾਕਟਰ ਸਿੱਧੂ ਵਜ਼ੀਰ ਜੀ, ਉਹਨਾਂ ਨੂੰ ਕਹਾਂਗੇ ਤੁਸੀਂ ਆਪਣੇ ਵਿਚਾਰ ਦੱਸੋ। ਤਨਾਸਰੀ ਰਾਗ ਵਿੱਚ ਅੱਜ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਹੁਕਮਨਾਮਾ ਆਇਆ ਸਾਰਿਆਂ ਦੇ ਕੋਲ ਹੈ। ਜੇ ਤੁਸੀਂ ਉਹਨੂੰ ਬੜੇ ਗੌਰ ਦੇ ਨਾਲ ਪੜ੍ਹੋ ਜਾਂ ਧਿਆਨ ਦੇ ਨਾਲ ਪੜ੍ਹੋ ਤੇ ਉਹਦਾ ਜਿਹੜਾ ਮੀਨਿੰਗ ਹੈ ਉਹ ਲਿਟਰਲ ਮੀਨਿੰਗ ਤੋਂ ਇਲਾਵਾ ਹੈ। ਕੁਝ ਮੀਨਿੰਗ ਲਿਟਰਲ ਮੀਨਿੰਗ ਦੇ ਨਾਲ ਸਮਝ ਨਹੀਂ ਪੈਂਦੀ ਕਿ
एक्चुअली जे तुसी लास्ट लाइन उस शब्द दी पढ़ो कि हर सुख निदान नानक दास पाया, मन तन अंतर चरण ध्याया, मन तन अंतर चरण ध्याया, हर सुख निदान तुहानूं पता ही है ट्रेजर है नानक दास पाया। ते गल है ध्यान दी, गल है परमात्मा का नाम अपने अंदर रखण दी। परमजीत जी तुहानूं ध्यान का मतलब तो पता ना, मन नूं चित लाना, डीपली सोचना। ध्यान का मतलब जिस तरह तुसीं कहंदे ना कि सिमरन करना, सिमरन का ही मतलब हुंदा ना भी तुहाडा वाहिगुरू 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 वाहिगुरू, तुसीं कोशिश करते हो कि इन्नी रिपीटली तुसीं अपने मन नूं अपने काबू च करोगे तो किधरे होर ख्याल किधरे ना जाए। ध्याना तो ध्यान का एक तरीका सिमरन भी है, जिथे तुहाडा ध्यान फिर अटक जाता है, तुहाडा ध्यान तुहाडे काबू आ जाता। जे ध्यान तुहाडे काबू है, जे परमात्मा का नाम तुसीं जिहड़ा लै रहे हो, हुण तुसीं ध्यान कह लो, हुण अपना चित्त कह लो, तुसीं चित्त कह लो, अपना मन कह लो, मन कह लो, अपनी रूह कह लो। पर आई थिंक यू अंडरस्टैंड व्हाट आई एम ट्राइंग टू से। ਜਦੋਂ भी तुसीं नितनेम करते हो, वाहिगुरू का नाम लैंदे हो, तुहाडी पूरी, चलो पंजाबी का एक होर वर्ड बिरती, तुहाडी बिरती पूरी उस शब्द ते ही होनी चाहिए। जिहड़ा आसान नहीं है, जिहड़ा मुश्किल है। तां ही ते अगर गुरु ग्रंथ साहिब दे विच 6000 के करीब कंपोजिशन ने, ते हर कंपोजिशन च यही दस्सिया गया भी अपने मन नूं काबू करो। गुरु साहब ने पता है, मन लोचे बुराइयां खुद किया उन्होंने कि मन बुराई का मतलब काबू नहीं आंदा। सो लेकिन जदों तुसी किसी डॉक्टर कोल जांदे हो तो डॉक्टर तुहानूं कोई तुहाडा मर्ज दसदा है, खट्टियां चीज़ां ना खाओ, उहदे नाल गला खराब होएगा। खट्टियां चीज़ां ना खाओ, डॉक्टर ने कहा। मन लोचे बुराइयां, गुरु साहब ने कहा मन तुहाडा बुराइयां लोचेगा, उन्होंने काबू करो। नहीं 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 बुराइयां चाहिए ना, फिर मन नूं काबू करो। नहीं गला खराब करना तो खट्टियां चीज़ां ना खाओ। फिर कई बारी तुसीं मीनिंग उल्टे सुलटे लै जांदे, इस करके गड़बड़ हो जाती है। मन लोचे बुराइयां का कहने का गुरु साहब का मतलब यह है कि ये मन करता है, पर तुसी उस मन नूं काबू करना। मन नूं काबू कर लोगे, अकाल पुरख दा नाम लाओगे, तुहाडे कोल जिहड़े महल माड़ियां घोड़े गड्डियां जो भी कुछ है तुहाडे कोल, हीरे जवाहरात, वो सारे ही एक्चुअली तुहानूं तुहाडे चरनां दे धूड़ दे धूड़ दे वांगू हो जाणगे। उन्हां दा जिहड़ा जे तुसीं उन्हां नूं कंपेयर करोगे, तुसीं कहोगे ते तुच्छ है मेरे लिए। जिथे नाम है उत्थे हीरे जवाहरात घोड़े गाड़ियां महल तो मैंशन का कोई 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 वैल्यू नहीं है। राज ना चाहूं, मुक्त ना चाहूं, हुण एक चीज़ का तुसी जवाब लैण वास्ते तुसी कई जगह तुहानूं जर्नी करनी पैंदी है। उन्होंने कहा सिर्फ मन प्रीत चरण कमलारे, उन्होंने हुण तुसीं इहनूं उल्टा लाओ, मनु रब्बा तेरे चरनां दी प्रीति चाहिदी है। मनु कोई घोड़े गड्डियां कोई कोई वेल्थ शल्त कुछ नहीं चाहिए, मनु मुक्ति भी नहीं चाहिए। लोग तो मुक्ति करके पाठ पूजा करते ना, मनु भी नहीं चाहिए। मनु अपने चरनां च रखी काफ़ी है। हुण चरनां विच रहना भी मुक्ति है कि नहीं है, नहीं उन्होंने इसका जिक्र नहीं किया। तृप्त भई सच भोजन खाया। हुण इत्थे गल आई पहला भोजन की, मैं पहला कुछ पढ़दा। पहला उन्होंने गल की भोजन की, तृप्त भई सच भोजन खाया, मन तन रसना नाम ते आया, जो लास्ट लाइन सी ते आया। फिर कहते ने जीवना हर जीवना, ਇਹ ਜਿਹੜੀ ਤੁਹਾਡੀ ਲਾਈਫ ਹੈ ਨਾ, ਇਹ ਹਰੀ ਦੇ ਨਾਂ ਦੀ ਜੀਵਨਾ, ਹਰ ਜੀਵਨਾ ਅਤੇ ਹਰ ਵਾਹਿਗੁਰੂ ਜੀਵਨਾ। ਫਿਰ ਉਹਨੇ ਕੀ ਕਿਹਾ, ਜੀਵਨਾ ਹਰ ਜਪ ਸਾਧ ਸੰਗ। और जे तू किधरे
ਸਾਧ ਸੰਗਤ ਵਿੱਚ ਜਾ ਕੇ ਨਾਮ ਨੂੰ ਧਿਆਨ ਲੱਗ ਪਿਆ। ਫਿਰ ਅਨੇਕ ਪ੍ਰਕਾਰ ਬਸਤਰ ਉਡਾਏ, ਉਹਨੂੰ ਭਰਾ ਜਾਓ। ਉੱਥੇ ਉਹਨਾਂ ਕਿਹਾ ਭੋਜਨ ਖਾਇਆ, ਇੱਥੇ ਉਹਨਾਂ ਕਿਹਾ ਬਸਤਰ ਉਡਾਇਆ। ਫਿਰ ਇੱਕ ਲਾਈਨ ਛੱਡ ਕੇ ਉਹਨਾਂ ਕਿਹਾ ਹਸਤੀ ਰਥ ਅਸਵ ਸਵਾਰੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੀਆਂ ਨੇ ਨਾ, ਇਹਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਮੁਕਾਮ ਨਹੀਂ ਰਹਿ ਜਾਂਦਾ ਜੇ ਤੁਸੀਂ ਪ੍ਰਮਾਤਮਾ ਨੂੰ ਆਪਣੇ ਦਿਲੋਂ ਧਿਆਉਂਦੇ ਹੋ। ਇੱਥੇ ਇਹ ਮਤਲਬ ਨਹੀਂ ਹੈ ਕਿ ਤੁਸੀਂ ਪਾਠ ਕਰਦੇ ਹੋ ਤੇ ਤੁਹਾਡਾ ਉਹ ਭੋਜਨ ਬਣ ਜਾਂਦਾ, ਤੁਸੀਂ ਪਾਠ ਕਰਦੇ ਹੋ ਤੇ ਤੁਹਾਡੇ ਉਹ ਵਸਤਰ ਬਣ ਜਾਂਦੇ ਨੇ, ਤੁਸੀਂ ਪਾਠ ਕਰਦੇ ਹੋ ਤੇ ਤੁਹਾਨੂੰ ਉਹ ਰੱਥ ਤੇ ਘੋੜੇ ਬਣ ਜਾਂਦੇ ਨੇ। ਤੁਹਾਡੇ ਕੋਲ ਜੋ ਵੀ ਜ਼ਿੰਦਗੀ ਦਾ ਵੈਲਥ ਹੈ, ਕਈ ਪ੍ਰਕਾਰ ਦੇ ਤੁਹਾਡੇ ਭੋਜਨ ਨੇ, ਤੁਹਾਡੇ ਕੋਲ ਕਈ ਪ੍ਰਕਾਰ ਦੇ ਤੁਹਾਡੇ ਕੋਲ ਵਸਤਰ ਨੇ, ਕਈ ਪ੍ਰਕਾਰ ਦੀਆਂ ਤੁਹਾਡੇ ਕੋਲ ਫੈਸਿਲਿਟੀਜ਼ ਨੇ। ਜੇ ਤੁਸੀਂ ਨਾਮ ਹੈ ਤੁਹਾਡੇ ਕੋਲ ਤਾਂ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈ। ਸੋ ਗੁਰੂ ਅਰਜਨ ਦੇਵ ਜੀ ਦਾ ਇੱਕੋ ਹੀ ਸੁਨੇਹਾ ਤੁਹਾਨੂੰ ਇਸ ਸ਼ਬਦ ਦੇ ਵਿੱਚ ਕਿ ਮਨ ਤਨ ਰਸਨਾ ਨਾਮ ਧਿਆਇਆ। ਮਨ ਦੇ ਨਾਲ, ਤਨ ਦੇ ਨਾਲ ਤੇ ਰਸਨਾ ਦੇ ਨਾਲ ਤੁਸੀਂ ਨਾਮ ਨੂੰ ਧਿਆਓ, ਨਾਮ ਨੂੰ ਯਾਦ ਕਰੋ। ਹੁਣ ਤੇ ਇਹਨਾਂ ਦਾ ਗੱਲ ਹੀ ਖਤਮ ਹੋ ਗਈ ਨਾ, ਵੀ ਹੋਰ ਧਿਆਨ ਜਾਣਾ ਨਹੀਂ ਕਿਧਰੇ। ਔਰ ਬਲਦੇਵ ਜੀ, ਜੇ ਤੁਹਾਡਾ ਧਿਆਨ ਕਿਧਰੇ ਨਹੀਂ ਜਾਂਦਾ ਤੇ 1 ਸੈਕਿੰਡ ਦਾ ਕਿਹਾ ਹੋਇਆ ਵੀ ਇੱਕ ਓਂਕਾਰ ਐਕਸੈਪਟਡ ਹੈ, ਤੇ ਜੇ ਧਿਆਨ ਜਾਂਦਾ ਤੇ ਭਾਵੇਂ ਤੁਸੀਂ 10 ਵਾਰੀ ਜਪਜੀ ਸਾਹਿਬ ਦਾ ਪਾਠ ਕਰ ਲਓ, ਐਕਸੈਪਟੇਬਲ ਨਹੀਂ ਹੈ। ਐਕਸੈਪਟੇਬਲ ਮੀਨ ਪਰਮਾਤਮਾ ਨੂੰ, ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਦੁਨੀਆ ਦੀ ਗੱਲ ਨਹੀਂ ਕਰ ਰਿਹਾ। ਦੁਨੀਆ ਤੇ ਤੁਹਾਡੇ ਗੱਲ 4 ਪਾ ਦੇ ਗਿਆ। ਸਰ ਬਲਦੇਵ ਸਿੰਘ ਜੀ ਨੇ ਅੱਜ 21 ਪਾਠ ਕੀਤੇ ਨੇ ਜੀ, ਇਹ ਤੇ ਮਹਾਤਮਾ ਹੋਏ ਨੇ, ਪਾਓ ਇਹਨਾਂ ਦੇ 2-4 ਇਹਨਾਂ ਦੇ ਗਲੇ ਵਿੱਚ ਫੁੱਲਾਂ ਦੇ ਹਾਰ। ਸਾਨੂੰ ਫੁੱਲਾਂ ਦਾ ਹਾਰ ਚਾਹੀਦਾ ਪਰਮਾਤਮਾ ਤੋਂ, ਔਰ ਪਰਮਾਤਮਾ ਫੁੱਲਾਂ ਦਾ ਹਾਰ ਪਾਉਂਦਾ ਜਿਸ ਵੇਲੇ ਤੁਸੀਂ ਤਨ ਮਨ ਤੇ ਧਨ ਦੇ ਨਾਲ ਉਸ ਅਕਾਲ ਪੁਰਖ ਦੀ ਬੰਦਗੀ ਕਰਦੇ ਹੋ। ਇੱਥੇ ਸਾਡੇ ਸਟੂਡੈਂਟ ਹੈ ਬੀਬੀ ਪਰਮਜੀਤ ਕੌਰ ਜੀ, ਇਹ ਸਵੇਰੇ ਉੱਠ ਕੇ ਨਿਤਨੇਮ ਕਰਨ ਤੋਂ ਬਾਅਦ ਫਿਰ ਇਹ ਕੀਰਤਨ ਕਰਦੀ ਹੈ। ਕੀਰਤਨ ਦਾ ਜੇ ਤੁਹਾਨੂੰ ਡੈਫੀਨੇਸ਼ਨ ਪਤਾ ਹੋਵੇ ਕਿ ਮਹਿੰਦਰ ਜੀ, ਤੁਹਾਡਾ ਪਾਠ ਕਰਦੇ ਆ ਸ਼ਾਇਦ ਮਨ ਇੱਧਰ ਉੱਧਰ ਹੋ ਜਾਏ, ਪਰ ਮੈਂ ਵੀ ਜੋ ਸ਼ਬਦ ਪੜ੍ਹਦਾ ਵਾਜੇ ਨਾਲ, ਪਰ ਇਹ ਬੀਬੀ ਜਿਹੜੀ ਲਗਾਤਾਰ ਕੀਰਤਨ ਕਰਦੀ, ਜਿਸ ਵੇਲੇ ਤੁਸੀਂ ਸ਼ਬਦ ਪੜ੍ਹ ਰਹੇ ਹੋ ਵਾਜੇ ਨਾਲ, ਤੇ ਤੁਹਾਡੀ ਬਿਰਤੀ ਕਿਧਰੇ ਹੋਰ ਜਾਏਗੀ ਨਹੀਂ। ਸੋ ਅਸੀਂ ਤੇ ਜੇ ਕਦੀ ਫੁੱਲਾਂ ਦੇ ਹਾਰ ਤੁਸੀਂ ਪਾਣੇ ਨੇ ਤੇ ਬੀਬੀ ਨੂੰ ਪਾਣਾ, ਜਿਹੜੀ ਅਕਾਲ ਪੁਰਖ ਦੇ ਬਿਲਕੁਲ ਨਜ਼ਦੀਕ ਹੈ, ਤੁਹਾਨੂੰ ਹੱਥ ਮਿਲਾ ਸਕਦੀ ਪਰਮਾਤਮਾ ਨਾਲ। ਤੇਰੀ ਮਨਾਪਲੀ ਤੇ ਨਹੀਂ ਹੈ ਨਾ ਰੱਬ ਨਾਲ ਹੱਥ ਮਿਲਾਣੇ। ਤ੍ਰਿਪਤ ਭਈ ਸਭ ਭੋਜਨ ਖਾਇਆ। ਜੇ ਤੁਸੀਂ ਉਹਨੂੰ ਤੀਸਰੀ ਲਾਈਨ ਨਾਲ ਮਿਲਾਓ, ਨਾਮ ਤੇ ਆਇਆ, ਤੁਹਾਨੂੰ ਤ੍ਰਿਪਤੀ ਆ ਜਾਏਗੀ, ਤੁਹਾਨੂੰ ਸੰਤੋਖ ਮਿਲ ਜਾਏਗਾ, ਤੁਹਾਨੂੰ ਤੁਹਾਡੇ ਅੰਦਰ ਦੀ ਜਿਹੜੀ ਤ੍ਰਿਸ਼, ਤੁਹਾਡੀ ਅੱਗ ਜਿਹੜੀ ਤੁਹਾਡੇ ਅੰਦਰ ਬਲ ਰਹੀ ਹੈ, ਉਹ ਸ਼ਾਂਤ ਹੋ ਜਾਏਗੀ। ਔਰ ਜਿਹੜਾ ਤੁਹਾਡਾ ਜੀਵਨ ਹੈ ਉਹ ਹਰੀ ਦਾ ਜੀਵਨ ਬਣ ਜਾਏਗਾ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਹੁਣ ਇੱਥੇ ਗੁਰੂ ਅਰਜਨ ਦੇਵ ਜੀ ਨੇ ਇੱਕ ਗੱਲ ਹੋਰ ਵੀ ਤੁਹਾਨੂੰ ਕਹਿਤੀ ਹੈ, ਔਰ ਸਿੱਖ ਧਰਮ ਦੇ ਵਿੱਚ ਬੀਬੀ ਦਵਿੰਦਰ ਕੌਰ ਜੀ, ਸਾਧ ਸੰਗਤ ਦਾ ਬਹੁਤ ਹੀ ਮਹੱਤਵ ਹੈ। ਅਸੀਂ ਪਾਠ ਪੂਜਾ ਘਰ ਵੀ ਕਰ ਸਕਦੇ ਹਾਂ। ਅਸੀਂ ਪਾਠ ਪੂਜਾ ਸੰਤਾਂ ਫਕੀਰਾਂ ਵਾਂਗੂ ਕਿਸੇ ਗੁਫਾ ਜਾ ਕੇ ਵੀ ਕਰ ਸਕਦੇ ਹਾਂ, ਕਿਸੇ ਪਹਾੜ ਤੇ ਚੜ੍ਹ ਕੇ ਵੀ ਕਰ ਸਕਦੇ ਹਾਂ। ਪਰ ਸਾਨੂੰ ਸਾਧ ਸੰਗਤ ਕਿਹਾ। ਇੱਕ ਪਾਸੇ ਗੁਰੂ ਸਾਹਿਬ ਕਹਿੰਦੇ ਨੇ ਘਰ ਨਹੀਂ ਛੱਡਣਾ, ਤੇ ਜੇ ਘਰ ਨਹੀਂ ਛੱਡਣਾ ਤੇ ਪ੍ਰਮਾਤਮਾ ਦਾ ਲੈਣ ਵਾਸਤੇ ਗੁਰਦੁਆਰਾ ਵੀ ਨਹੀਂ ਛੱਡਣਾ। ਅਗਰ ਤੁਸੀਂ ਪ੍ਰਮਾਤਮਾ ਨੂੰ ਲੈਣਾ ਹੈ ਤੇ ਮੇਕ ਯੂਰ ਹੋਮ a happy home and make your heart a happy heart, and that will be when you go in a ਗੁਰਦੁਆਰਾ, ਉੱਥੇ ਪਿਆਰ ਨਾਲ ਮੱਥਾ ਟੇਕਦੇ ਹੋ, ਫਿਰ ਸੰਗਤ ਦੇ ਵਿੱਚ ਬਹਿ ਕੇ ਹੱਥ ਜੋੜ ਕੇ ਕੀਰਤਨ ਸੁਣਦੇ ਹੋ, ਫਿਰ ਉਹ ਤੁਹਾਡੀ ਜਿਹੜੀ ਅਟੈਂਡੈਂਸ ਹੈ ਉਹ ਹੈ ਐਕਸੈਪਟੇਬਲ। ਉਹ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਅਨੇਕ ਪ੍ਰਕਾਰੀ ਬਸਤਰ ਉਡਾਏ, ਅੰਤਨ ਕੀਰਤਨ ਹਰ ਗੁਣ ਗਾਏ, ਹਸਤੀ ਰਥ ਅਸਭ ਸਵਾਰੀ, ਹਰ ਕਾ ਮਾਰਗ ਹਿਰਦੇ ਨਿਹਾਰੀ, ਮਨ ਤਰ ਅੰਤਰ ਚਰਨ ਤੇ ਆਇਆ। ਫਿਰ ਹਰ ਸੁਖ, ਇਹ ਜਿਵੇਂ ਸਭ ਕੁਝ ਕਰ ਲਿਆ, ਹਰ ਸੁਖ ਨਿਧਾਨ, ਸੁੱਖਾਂ ਦਾ ਖਜ਼ਾਨਾ ਨਾਨਕ ਦਾਸ ਪਾਇਆ। ਫਿਰ ਤੁਹਾਡੇ ਜੀਵਨ ਦੇ ਵਿੱਚ
ਸੁਖ ਹੀ ਸੁਖ ਆ ਜਾਣਗੇ, ਕੰਫਰਟ ਹੀ ਕੰਫਰਟ ਆ ਜਾਣਗੇ। ਪਰਮਜੀਤ ਜੀ, ਗੁਰੂ ਅਰਜਨ ਦੇਵ ਜੀ ਦੇ ਕਿੰਨੀਆਂ ਹਿੰਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ? 2218। ਓਕੇ। ਉਹਨਾਂ ਦੀਆਂ ਕਿੰਨੀਆਂ ਵਾਰਾਂ ਨੇ? ਉਹਨਾਂ ਦੀਆਂ ਵਾਰਾਂ ਹੈਗੀਆਂ 6। ਵੈਰੀ ਗੁੱਡ, ਦੋਨੋਂ ਤੇਰੇ ਜਵਾਬ ਠੀਕ ਨੇ। ਬਾਕੀ ਚੀਜ਼ਾਂ ਤੇ ਲੱਭਣੀਆਂ ਥੋੜ੍ਹੀਆਂ ਜਿਹੜੀਆਂ ਮੁਸ਼ਕਲ ਨੇ, ਲੇਕਿਨ ਜੇ ਤੁਸੀਂ ਘਰ ਜਾ ਕੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਉੱਤੇ ਰਿਸਰਚ ਕਰੋਗੇ ਤੇ ਤੁਹਾਨੂੰ ਲੱਗੇਗਾ ਕਿ ਉਹਨਾਂ ਨੇ 2 ਪਦੇ, 3 ਪਦੇ, 4 ਪਦੇ, 5 ਪਦੇ, 8 ਪਦਿਆਂ ਦੇ ਜਿਹੜੇ ਸ਼ਬਦ ਉਚਾਰੇ ਨੇ, ਉਹਨਾਂ ਦੀ ਗਿਣਤੀ ਵੀ ਤੁਹਾਨੂੰ ਲੱਭ ਪਏਗੀ। ਛੰਤ ਵੀ ਉਹਨਾਂ ਨੇ ਉਚਾਰੇ ਨੇ, ਉਹਦੀ ਗਿਣਤੀ 61 ਹੈ। ਸ਼ਲੋਕ ਨੇ 12 ਤੁਹਾਨੂੰ ਪਰਮਜੀਤ ਨੇ ਦੱਸੀਆਂ, ਸ਼ਲੋਕ ਉਹਨਾਂ ਦੇ 448 ਨੇ। ਉਹਨਾਂ ਦੀਆਂ ਜਿਹੜੀਆਂ ਸਪੈਸ਼ਲਿਸਟ ਕੰਪੋਜੀਸ਼ਨਾਂ ਦੇ ਕੁਝ ਕੰਪੋਜੀਸ਼ਨਾਂ ਦੇ ਨਾਂ ਦੱਸੋ ਨਵਤੇਜ ਜੀ। ਸੇ ਸੁਖਮਨੀ ਸਾਹਿਬ। ਸੁਖਮਨੀ ਸਾਹਿਬ ਇੱਕ ਹੋ ਗਈ, ਉਹਦੀ ਬੰਤਰ ਦੱਸੋ, ਸਟਰਕਚਰ। ਉਹਦੇ 24 ਅਸਪਦੀਆਂ ਨੇ ਤੇ 24 ਸ਼ਲੋਕ ਨੇ ਉਹਨਾਂ ਦੇ। ਵੈਰੀ ਗੁੱਡ। ਬਬਲੀ, ਇੱਕ ਉਹਨਾਂ ਦੀ ਹੋਰ ਸਪੈਸ਼ਲਿਸਟ ਕੰਪੋਜੀਸ਼ਨ ਦੱਸ। ਉਹਨਾਂ ਦੀ 12 ਮਾਹ। ਹਾਂ, 12 ਮਾਹ ਵਿੱਚ ਕਿੰਨੇ ਸਟੈਂਜ਼ੇ ਨੇ? ਉਹਨਾਂ ਦੇ 20, ਮੈਨੂੰ ਯਾਦ ਨਹੀਂ, ਸੌਰੀ, 12 ਮਾਹ। ਹਾਂਜੀ, ਕਿਸੇ ਨੂੰ ਪਤਾ? 40 ਤੇ 13 ਪਤੇ 14 is right। ਇੱਕ ਪਹਿਲਾ ਤੇ ਇੱਕ 12ਵੇਂ ਮਹੀਨੇ ਤੋਂ ਬਾਅਦ ਦਾ। ਕੁਝ ਇੱਕ ਉਹਨਾਂ ਦੀ ਮੈਂ ਕਲਾਸ ਦੇ ਵਿੱਚ ਸ਼ੁਰੂ ਕਰਾਇਆ ਸੀ, ਰੁੱਤੀ, ਸੀਜ਼ਨ। ਉਹਦੇ ਬਾਰੇ ਕਿਸੇ ਨੂੰ ਪਤਾ ਕਿ ਸੀਜ਼ਨ ਦਾ? ਹਾਂਜੀ, 7 days ਵੀਕ ਦੇ 7 ਡੇ ਤੇ ਵੀ ਆਉਂਦੇ ਆ। ਰੁੱਤ ਦਾ ਸਟਰਕਚਰ ਕੀ ਹੈ? ਵਜ਼ੀਰ ਜੀ ਨੇ ਹੱਥ ਖੜਾ ਕੀਤਾ। ਹਾਂਜੀ, 6 ਰੁੱਤਾਂ ਦਾ ਵਰਣਨ ਹੈ ਕਿ ਹਰ ਰੁੱਤ ਚ ਕਿਵੇਂ ਤੁਹਾਡੇ ਮਨ ਦੀ ਕੀ ਅਵਸਥਾ ਹੈ। ਉਹ ਠੀਕ, ਉਹ ਤੇ ਉਹ ਕਿਹੜਾ ਸਬਜੈਕਟ ਮੈਟਰ, ਸਟਰਕਚਰ। ਸਟਰਕਚਰ ਇਹਦੇ ਵਿੱਚ ਵੀ ਸ਼ਲੋਕ ਤੇ ਫਿਰ ਮਹੀਨਾ ਚੱਲਦਾ ਹੈ। ਸ਼ਲੋਕ ਤੇ ਫਿਰ ਜਿਹੜੇ ਮਹੀਨੇ ਦੀ ਵਿਆਖਿਆ ਠੀਕ ਹੈ, ਸ਼ਲੋਕਾਂ ਦੇ ਨਾਲ ਕੀ ਹੈ ਹੋਰ? ਪੌੜੀ। ਪੌੜੀਆਂ ਨਾ, ਪੌੜੀ ਇਸ ਤਰ੍ਹਾਂ ਹੁਣੇ ਨਵਤੇਜ ਨੇ ਦੱਸਿਆ ਹੈ ਕਿ ਸੁਖਮਨੀ ਸਾਹਿਬ ਦੇ ਵਿੱਚ ਸ਼ਲੋਕ ਦੇ ਨਾਲ ਅਸ਼ਟਪਦੀ ਹੈ। ਕਈ ਜਗ੍ਹਾ ਸ਼ਲੋਕਾਂ ਦੇ ਨਾਲ ਸਟੈਂਜ਼ੇ ਨੇ, ਕਈ ਜਗ੍ਹਾ ਗੁਰਬਾਣੀ ਦੀ ਗੱਲ ਕਰ ਰਹੇ ਹਾਂ, ਕਈ ਜਗ੍ਹਾ ਸ਼ਲੋਕਾਂ ਦੇ ਨਾਲ ਪੌੜੀਆਂ ਨੇ, ਵਾਰ ਨੇ। ਰੁੱਤ ਦੇ ਵਿੱਚ ਸ਼ਲੋਕ ਦੇ ਨਾਲ ਛੰਤ ਨੇ। ਪਹਿਲਾਂ ਸ਼ਲੋਕ ਆਏਗਾ, ਫਿਰ ਫਿਰ ਛੱਤ ਛੰਤ ਤੇ ਆਏਗਾ, ਫਿਰ ਉਹ ਛੰਤ ਦੇ ਵਿੱਚ ਫਿਰ ਉਸ ਰੁੱਤ ਦੇ ਬਾਰੇ ਜ਼ਿਕਰ ਹੈ। ਇਹਦੇ ਵਿੱਚ ਵੀ 8 ਨੇ ਪਦੇ। ਰੁੱਤਾਂ ਜਿਸ ਤਰ੍ਹਾਂ ਵਜ਼ੀਰ ਜੀ ਨੇ ਦੱਸੀਆਂ 6 ਨੇ। ਸੋ ਪਹਿਲਾਂ ਵਾਹਿਗੁਰੂ ਦਾ ਨਾਮ ਹੁੰਦਾ ਇੱਕ ਛੰਤ ਦੇ ਵਿੱਚ, ਜਾਂ ਜਿਹੜਾ ਪਹਿਲਾ ਸੈਟਅਪ ਹੈ, ਜਿਸ ਤਰ੍ਹਾਂ 12 ਮਾਹ ਦਾ ਬਬਲੀ ਨੇ ਦੱਸਿਆ। ਇਸੇ ਤਰ੍ਹਾਂ ਲਾਸਟ ਜਿਹੜਾ ਸੈਟਅਪ ਹੈ ਉਹ ਕਲੋਜ਼ਿੰਗ ਸੈਟਅਪ ਹੋਏਗਾ। ਸੋ ਵਿਚਕਾਰਲਾ ਜਿਹੜੇ 6 ਨੇ ਉਹਨਾਂ ਵਿੱਚ 12 ਰੁੱਤਾਂ ਦੇ ਨਾਂ ਨੇ। ਬਹੁਤ ਸਾਰੇ ਰੁੱਤਾਂ ਤੇ ਸਾਨੂੰ ਵੀ ਨਹੀਂ ਪਤਾ। ਸ਼ਿਸ਼ਰ ਰੁੱਤ ਹੈ, ਜਿਸ ਤਰ੍ਹਾਂ ਸ਼ਿਸ਼ਰ ਰੁੱਤ ਹੈ ਦਸੰਬਰ ਤੇ ਜਨਵਰੀ। ਔਰ ਇਹ ਜਿਹੜਾ ਅੱਜ ਦਾ ਸ਼ਬਦ ਹੈ ਤਨਾਸਰੀ ਰਾਗ ਦਾ, ਤਨਾਸਰੀ ਰਾਗ ਦਾ ਵੀ ਰਿਕਮੈਂਡਡ ਜਿਹੜਾ ਸੀਜ਼ਨ ਹੈ ਨਾ, ਉਹ ਸ਼ਿਸ਼ਰ ਹੀ ਹੈ, ਉਹ ਦਸੰਬਰ ਤੇ ਜਨਵਰੀ। ਹੁਣ ਅਗਲਾ ਕੁਐਸਚਨ ਇਹ ਹੈ ਕਿ ਉਹਦੇ ਤੇ ਦੱਸਣਗੇ ਕੌਣ? ਗੁਰਦੀਪ ਜੀ। ਇਹ ਉਹਨਾਂ ਨੇ ਕਿਹਾ ਕਿ ਤੀਜੇ ਪੈਰ ਪੜੋ। ਤੀਜਾ ਪੈਰ ਕਿਹੜਾ ਹੋਇਆ? ਤੀਜਾ ਪੈਰ ਸਵੇਰ ਦਾ ਪੜੋ। ਗੁਰਦੀਪ ਨੂੰ ਦੱਸਣ ਦਿਓ ਪਲੀਜ਼। ਆਉਂਦਾ ਜੀ 12 ਤੋਂ 3 ਵਜੇ, 12 ਦੁਪਹਿਰ ਤੋਂ 3 ਵਜੇ ਸ਼ਾਮ ਨੂੰ। ਪਹਿਲਾ ਪੈਰ 6 ਤੋਂ 9, ਹਾਂਜੀ, ਦੂਜਾ ਪੈਰ 9 ਤੋਂ 12, ਤੀਜਾ ਪੈਰ ਹੋ ਗਿਆ ਜੋ ਗੁਰਦੀਪ ਨੇ ਕਿਹਾ 12 ਤੋਂ 3। ਹਾਂਜੀ। ਤੀਜੇ ਪੈਰ ਪੜਨ ਦਾ ਰეკਮੈਂਡੇਸ਼ਨ ਹੈ। ਉਹ ਰਾਤੀ ਜਿਹੜੀ ਰਾਤ ਦੇ 12 ਨੇ, ਰਾਤੀ ਜਦੋਂ ਤੁਸੀਂ ਸੁੱਤੇ ਹੁੰਦੇ ਹੋ 12 ਤੋਂ 3, ਜਿਹੜਾ 3rd ਪਹਿਰ ਹੈ ਉਸੇ ਪਹਿਰ ਦੇ ਵਿੱਚ ਹੀ ਜਾਂ ਚੌਥੇ ਪਹਿਰ ਦੇ ਸ਼ੁਰੂ ਵਿੱਚ ਆਸਾ ਦੀ ਵਾਰ ਗੁਰਦੁਆਰਿਆਂ ਵਿੱਚ ਸ਼ੁਰੂ ਹੁੰਦੀ ਹੈ। ਕਿਉਂਕਿ ਚੌਥਾ ਪਹਿਰ ਸ਼ੁਰੂ ਹੋ ਜਾਏਗਾ ਸਵੇਰੇ 3 ਵਜੇ, 3 ਤੋਂ 6 ਤੱਕ। ਸੋ ਕਈ ਚੀਜ਼ਾਂ ਸਮਝਣ ਦੀ ਲੋੜ ਹੈ ਕਿਉਂਕਿ ਟਾਈਮ ਹਰ ਚੀਜ਼ ਬਦਲ ਗਿਆ।
ਜਿਹੜਾ ਸਾਨੂੰ ਬਹੁਤੀਆਂ ਚੀਜ਼ਾਂ ਇਹਨਾਂ ਦੇ ਬਾਰੇ ਸਾਨੂੰ ਇਲਮ ਨਹੀਂ ਹੈਗਾ। ਗੁਰੂ ਅਰਜਨ ਦੇਵ ਜੀ ਦੇ ਬਾਰੇ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਅਸੀਂ ਬੜੀ ਵਾਰੀ ਉਹਨਾਂ ਦੇ ਬਾਰੇ ਬੜਾ ਕੁਝ ਪੜ੍ਹਿਆ, ਔਰ ਜਦੋਂ ਵੀ ਉਹਨਾਂ ਦਾ ਸ਼ਬਦ ਆਉਂਦਾ ਅਸੀਂ ਬਹੁਤ ਸਾਰੀਆਂ ਚੀਜ਼ਾਂ ਰਿਵਾਈਜ਼ ਕਰਦੇ ਹਾਂ, ਸਟੈਟਿਸਟਿਕਲੀ ਵੀ ਕਰਦੇ ਹਾਂ, ਔਰ ਫਿਰ ਅਸੀਂ ਕੁਝ ਨਵੀਆਂ ਚੀਜ਼ਾਂ ਐਂਟਰ ਕਰਦੇ ਹਾਂ। ਹਰ ਵਾਰੀ ਤੁਹਾਨੂੰ ਇੱਕ ਪੁੱਛਿਆ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਭੱਟਾਂ ਦੇ ਸਵਈਆਂ ਵਿੱਚ ਹੈ, ਔਰ ਉਹ ਤੁਹਾਨੂੰ ਸਾਰਿਆਂ ਨੂੰ ਭੱਟ ਦਾ ਨਾਮ ਵੀ ਪਤਾ ਹੈ। ਭੱਟ ਦਾ ਨਾਮ ਹੈ ਮਥੁਰਾ। ਕੀ ਲਿਖਿਆ ਉਹਨੇ ਗੁਰੂ ਅਰਜਨ ਦੇਵ ਜੀ ਦੇ ਬਾਰੇ? ਮੈਂ ਹੁਣ ਕੁਐਸਚਨ ਉਲਟਾ ਦਿੱਤਾ, ਬੋਲੋ। ਜਿਨ ਜਪਿਓ ਗੁਰੂ ਅਰਜਨ ਦੇਵ ਗੁਰੂ। ਵੈਰੀ ਗੁੱਡ। ਅੱਗੇ ਮੈਂ ਪੁੱਛਦਾ ਸੀ ਜਪਿਓ ਜਿਨੇ ਅਰਜਨ ਦੇਵ ਗੁਰੂ, ਇਹ ਕਿਹਨੇ ਲਿਖਿਆ? ਤੇ ਤੁਸੀਂ ਦੱਸੇ ਸੋ ਮਥੁਰਾ ਭੱਟ ਨੇ। ਅੱਜ ਮੈਂ ਕਿਹਾ ਮਥੁਰਾ ਭੱਟ ਨੇ ਕੀ ਲਿਖਿਆ, ਸੋ ਤੁਸੀਂ ਦੱਸਿਆ ਕਿ ਇਹ ਜਪਿਓ ਜਿਨੇ ਅਰਜਨ ਦੇਵ ਗੁਰੂ ਇਨ ਸੰਕਟ ਜੋਨ ਗਰਭ ਨਹੀਂ ਪਾਇਓ। ਜਦੋਂ ਜੇ ਤੁਸੀਂ ਕਦੇ ਕੋਸ਼ਿਸ਼ ਕਰੋਗੇ ਔਰ ਗੁਰੂ ਗ੍ਰੰਥ ਸਾਹਿਬ ਖੋਲੋਗੇ, ਭੱਟਾਂ ਦੇ ਸਵਈਏ ਤੇ ਜਾਓਗੇ, ਤੇ ਤੁਹਾਨੂੰ ਜਿਸ ਵੇਲੇ ਲੱਭੋਗੇ ਵੀ 11 ਭੱਟ ਨੇ ਕਿ 17 ਭੱਟ ਨੇ, ਤੇ ਜਿਸ ਵੇਲੇ ਤੁਸੀਂ ਮਥੁਰਾ ਤੇ ਪਹੁੰਚੋਗੇ, ਮਥੁਰਾ ਭੱਟ ਦੇ 14 ਨੇ ਸਵਈਏ, ਔਰ 7 ਉਹਨੇ ਲਿਖੇ ਨੇ ਗੁਰੂ ਅਰਜਨ ਦੇਵ ਜੀ ਦੇ ਬਾਰੇ, ਤੇ 7 ਹੀ ਨੇ ਗੁਰੂ ਰਾਮਦਾਸ ਦੇ ਬਾਰੇ, ਔਰ ਉਹਦੇ ਵਿੱਚੋਂ ਇਹ ਸਵਈਆ ਸਭ ਤੋਂ ਮਸ਼ਹੂਰ ਹੈ। ਜਦੋਂ ਮੈਂ ਇਹਦੇ ਬਾਰੇ ਗੱਲ ਕਰਦਾ ਹੁੰਨਾ ਤਾਂ ਮੈਂ ਫਿਰ ਤੁਹਾਨੂੰ ਇਹ ਵੀ ਪੁੱਛਦਾ ਹੁੰਨਾ ਕਿ ਇੱਕ ਸਵਈਆ ਭੱਟ ਟਲ ਦਾ ਵੀ ਮਸ਼ਹੂਰ ਹੈ, ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ। ਨਰਪ੍ਰੀਤ ਕਿਹੜਾ? ਉਹ ਹੈਗਾ ਸੋ ਕੋਟਲ ਗੁਰੂ ਸੇਵੀਏ। ਕਿਹੜੇ ਵੇਲੇ ਪੜ੍ਹਿਆ ਜਾਂਦਾ? ਇਹ ਜਦੋਂ ਵੀ ਆਪਾਂ ਪ੍ਰਕਾਸ਼ ਕਰਦੇ ਹੈਗੇ ਆ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਦਾ, ਜਿਸ ਵੇਲੇ ਐਕਚੁਅਲੀ ਗੁਰੂ ਗ੍ਰੰਥ ਸਾਹਿਬ ਨੂੰ ਖੋਲ ਰਹੇ ਨੇ, ਖੋਲ੍ਹਦੇ ਆ। ਉਦੋਂ ਜਿਹੜਾ ਗ੍ਰੰਥੀ ਸਾਹਿਬ ਨੇ, ਇਹ ਗ੍ਰੰਥੀ ਸਾਹਿਬ ਪੜ੍ਹਦੇ ਨੇ, ਗ੍ਰੰਥੀ ਜਿਹੜੇ ਬਾਬਾ ਜੀ ਤਾਬਿਆ ਬੈਠੇ ਨੇ, ਤੋ ਉਹਨਾਂ ਤੋਂ ਕਈ ਵਾਰੀ ਤੁਸੀਂ ਸਿੱਖ ਲੈ ਕੇ, ਅਸੀਂ ਵੀ ਹੁਣ ਘਰ ਜਦੋਂ ਬਾਬਾ ਜੀ ਦਾ ਪ੍ਰਕਾਸ਼ ਕਰਦੇ ਹਾਂ ਤੇ ਮੈਂ ਵੀ ਇਹੋ ਹੀ ਪੜ੍ਹਦਾ। ਤੋ ਕਹੋ ਟਲ ਗੁਰੂ ਸੇਵੀਏ ਐਨ ਸਹਿਜ ਸੁਭਾਏ, ਦਰਸ਼ਨ ਫਿਰ ਬਾਬਾ ਜੀ ਕਹਿੰਦੇ ਨੇ ਦਰਸ਼ਨ ਪੁਰਸੀਏ ਗੁਰੂ ਕੇ ਜਨਮ ਮਰਨ ਜਾਏ। ਇੱਕ ਇਹ ਹੁਣ ਚਲੋ ਗੁਰਦੀਪ ਜੀ ਨੇ ਪਿਛਲਾ ਦੱਸਣਾ ਚਾਹਿਆ ਸੀ, ਇਹ ਦੱਸਣਗੇ। ਇੱਕ ਭੱਟਾਂ ਦਾ ਸਵਈਆ, ਕੁਝ ਭੱਟਾਂ ਦੇ ਜਿਸਨ ਇਹ ਅੱਗੇ ਉਹ ਤਾਂ ਭਾਈ ਸਾਹਿਬ ਨੇ ਪੜ੍ਹਿਆ ਨਾ ਟਲ ਦਾ। ਇੱਕ ਭੱਟਾਂ ਦੇ ਕੋਈ ਡਿਸੈਂਡੈਂਟ ਜਿਹੜੇ ਨੇ ਉਹ ਪੜ੍ਹਦੇ ਨੇ, ਜਿਹੜਾ ਲਾਸਟ ਸਵਈਆ ਜਿਹਦੇ ਬਾਅਦ ਬਾਬਾ ਜੀ ਦਾ ਪ੍ਰਕਾਸ਼ ਹੁੰਦਾ ਹੈ। ਪਰ ਇਹ ਸਵਈਆ ਗ੍ਰੰਥੀ ਸਾਹਿਬ ਨਹੀਂ, ਇਹ ਸਵਈਆ ਜਿਹੜਾ ਭੱਟ ਖੜਾ ਹੈ ਬਾਬਾ ਜੀ ਗੁਰਦੁਆਰੇ ਹਰਮੰਦਰ ਸਾਹਿਬ, ਉਹ ਪੜ੍ਹਦਾ। ਉਹ ਕਿਹੜਾ ਭੱਟ ਹੈ? ਕਿਹੜਾ ਸਵਈਆ? ਰੋਜ਼ ਅਸੀਂ ਪੜ੍ਹੀਦਾ ਜਦੋਂ ਪ੍ਰਕਾਸ਼ ਕਰੀਦਾ ਆ। ਤੁਸੀਂ ਉਹਨੇ ਹੱਥ ਖੜਾ ਕੀਤਾ ਸੀ? ਹਾਂਜੀ ਹਾਂਜੀ। ਮੇਰੀ ਪਾਸ ਯਾਦ ਨਹੀਂ ਆ ਰਿਹਾ। ਐਨੀਵਨ ਕੋਈ ਵੀ ਇੱਕ ਅਰਦਾਸ ਭੱਟ ਪਾਠ ਕੀਰਤ ਕੀ ਹੈ? ਰਾਮਦਾਸ ਭੱਟ ਕੀਰਤ ਦਾ ਨਾਮ ਲੈਂਦਾ। ਇੱਕ ਲੰਬਾ ਜਿਹਾ ਹੈ ਸਰਦਾਰ, ਜਿਹੜਾ ਉਹਨਾਂ ਦਾ ਹੀ ਕਿਸੇ ਡਿਸੈਂਡੈਂਟ ਹੈ, ਲਾਸਟ ਉਹ ਹੀ ਆਉਂਦਾ। ਤੇ ਉਹ ਫਿਰ ਜਿਸ ਵੇਲੇ ਪੜ੍ਹਦਾ ਇੱਕ ਅਰਦਾਸ ਪਾਠ ਕੀਰਤ ਕੀ ਰਾਮਦਾਸ ਸਰਨਾਈ, ਤੇ ਉਹਦੇ ਬਾਅਦ ਫਿਰ ਜਿਹੜੇ ਬਾਬਾ ਜੀ ਦੇ ਤਾਬਿਆ ਗ੍ਰੰਥੀ ਸਾਹਿਬ ਬੈਠੇ ਨੇ, ਉਹ ਬਾਬਾ ਜੀ ਦੀ ਹੱਥ ਬੀੜ ਉਹਨਾਂ ਦੇ ਕੋਲ ਹੈ, ਤੇ ਉਹ ਫਿਰ ਪੜ੍ਹਦੇ ਨੇ ਸੋ ਕਹੋ ਟਲ ਗੁਰੂ ਸੇਵੀਏ ਐਨ। ਸੋ ਇਹ ਤਿੰਨਾਂ ਦੇ ਨਾਂ ਆਮ ਚੁੱਕੇ ਆਉਂਦੇ ਨੇ, ਤੇ ਇਸ ਕਰਕੇ ਤੁਹਾਨੂੰ ਯਾਦ ਰਹਿ ਗਏ ਨੇ। ਬਾਕੀ 11 ਵਿੱਚੋਂ ਤੇ ਇੱਕ ਨਾਂ ਬਬਲੀ ਨੂੰ ਪੱਕਾ ਯਾਦ ਆ, ਉਹ ਬਹੁਤ ਦੱਸਦੀ ਹੁੰਦੀ ਹੈ। ਇੱਕ ਹੋਰ ਭੱਟ ਦਾ ਨਾਮ ਬੋਲ ਬਬਲੀ, ਕਿਹੜਾ ਭੱਟ ਹੋ ਰਿਹਾ ਜਿਹੜਾ ਬਹੁਤ ਮਸ਼ਹੂਰ ਹੈ? ਚਲੋ ਗੁਰਦੀਪ ਹੁਣ ਫੇਰ ਆ ਗਿਆ। ਹਾਂਜੀ, ਰਾਗ ਗਿਆਨ ਉਹਨੇ ਵਾਹਿਗੁਰੂ ਦਾ ਨਾਮ ਪਹਿਲਾਂ ਲਿਆ ਸੀਗਾ। ਵੈਰੀ ਗੁੱਡ। ਮੈਂ ਇਹੋ ਹੀ ਬਬਲੀ ਤੋਂ ਸੁਣਨਾ ਚਾਹੁੰਦਾ ਸੀ। ਬਬਲੀ ਸੌਰੀ, ਅੱਜ ਗੁਰਦੀਪ ਨੇ ਤੇਰੀ ਜਗ੍ਹਾ ਲੈ ਲਈ ਹੈ। ਔਰ ਇਹ ਭੱਟ ਗਿਆਨ ਹੈ ਜਿਹਨੇ ਵਾਹਿਗੁਰੂ ਦਾ ਨਾਮ, ਜਿਹੜਾ ਅਸੀਂ ਨਾਰਮਲੀ ਕਹਿੰਦੇ ਹਾਂ ਨਾ ਵੀ ਵਾਹਿਗੁਰੂ ਵਰਡ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਗੁਰੂ ਸਾਹਿਬਾਨ ਨੇ ਇਹ ਵਰਡ ਯੂਜ਼ ਨਹੀਂ ਕੀਤਾ। ਵਾਹਿ ਕੀਤਾ, ਵਾਹਿ, ਲੇਕਿਨ ਵਾਹਿਗੁਰੂ ਨਹੀਂ ਕੀਤਾ।
ਇੱਕ ਜ਼ਰੂਰ ਤੁਸੀਂ ਆਪਣੇ ਮਨ ਵਿੱਚ ਯਾਦ ਰੱਖਣਾ, ਕਈ ਵਰਡ ਹੋਰ ਹੈਗੇ ਨੇ, ਜਿਸ ਤਰ੍ਹਾਂ ਇੱਕ ਵਰਡ ਹੈ ਗੁਰਦੁਆਰਾ। ਤੁਸੀਂ ਕਹਿੰਦੇ ਹੋ ਕਿ, ਤੁਸੀਂ ਨਹੀਂ ਕਹਿੰਦੇ, ਸਾਰੇ ਹੀ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਜਿਸ ਵੇਲੇ ਪਹਿਲਾ ਗੁਰਦੁਆਰਾ ਜਾਂ ਪਹਿਲਾ ਸਥਾਨ ਕੀਰਤਪੁਰ ਉਹਦੀ ਸਥਾਪਨਾ ਕੀਤੀ ਤਾਂ ਉਹਨਾਂ ਨੇ ਉਹਨੂੰ ਕੀ ਕਿਹਾ? ਧਰਮਸ਼ਾਲਾ। ਧਰਮਸ਼ਾਲਾ ਕਿਹਾ। ਗੁਰਦੁਆਰਾ ਨਾ ਉਦੋਂ ਨਹੀਂ ਸੀ, ਠੀਕ ਹੈ। ਕਹਿੰਦਾ ਫਿਰ ਤੁਸੀਂ ਰਿਸਰਚ ਕਰਨ ਲੱਗ ਜਾਂਦੇ ਹੋ ਗੁਰਦੁਆਰਾ ਨਾ ਕਦੋਂ ਆਇਆ। ਕਿਸੇ ਕਿਤਾਬ 'ਚ ਲਿਖਿਆ ਹੈ ਵੀ 5ਵੀਂ ਪਾਤਸ਼ਾਹੀ ਦੇ ਵੇਲੇ ਆਇਆ, ਚਲੋ ਉਹ ਲਾ ਲਓ। ਪਰ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਜੀ ਤੁਹਾਨੂੰ ਸ਼ਬਦ ਆ ਜਾਂਦਾ ਗੁਰੂ ਨਾਨਕ ਦਾ, ਉਹਦੇ ਵਿੱਚ ਵਰਡ ਆ ਜਾਂਦਾ ਗੁਰਦੁਆਰਾ। ਗੁਰਦੁਆਰੇ ਸੋਝੀ ਹੋਈ ਸੀ। ਫਿਰ ਤੁਸੀਂ 2 ਮਿੰਟ ਤੇ ਕਨਫਿਊਜ਼ ਹੋ ਕੇ ਖੜੇ ਹੋ ਜਾਂਦੇ ਹੋ। ਇਹ ਵਰਡ ਤੇ ਗੁਰੂ ਨਾਨਕ ਸਾਹਿਬ ਦੇ ਵੇਲੇ ਹੈ ਹੀ ਨਹੀਂ ਸੀ, ਇਹ ਤੇ ਉਹਨਾਂ ਯੂਜ਼ ਨਹੀਂ ਕੀਤਾ, ਪਰ ਇਹ ਤੇ ਉਹਨਾਂ ਦੇ ਸ਼ਬਦ ਵਿੱਚ ਹੈ। ਹੁਣ ਇਸ ਰਿਡਲ ਨੂੰ ਕੋਈ ਸੁਲਝਾ ਸਕਦਾ? ਦਵਿੰਦਰ? ਹਾਂ, ਗੁਰਦੁਆਰੇ, ਗੁਰੂ ਦੇ ਦੁਆਰ ਦੇ ਨਾਲ ਅਸੀਂ ਪਰਮਾਤਮਾ ਨੂੰ ਮੰਨ ਸਕਦੇ। ਸੋ ਅਗਰ ਤੁਸੀਂ ਇੰਝ ਲਿਖੋ, ਠੀਕ ਕਰੋ ਜਵਾਬ। ਇਹ ਜਵਾਬ ਤੁਸੀਂ ਅਗਰ ਧਿਆਨ 'ਚ ਲਿਖੋਗੇ ਤੇ 4 ਨੰਬਰ ਆਉਣਗੇ ਦੱਸਾਂ ਚੋਂ, ਪਰ ਆ ਜਾਣਗੇ, ਫੇਲ ਨਹੀਂ ਕਰਨਗੇ। ਇਹ ਵਰਡ 2 ਅਕਸ਼ਰ ਨੇ, ਗੁਰੂ ਦੁਆਰੇ ਵਿਦ ਗੁਰੂ। ਗੁਰਦੁਆਰਾ ਇੱਕ ਵਰਡ ਨਹੀਂ, ਉਹ ਜਿਹੜਾ ਗੁਰੂ ਨਾਨਕ ਸਾਹਿਬ ਦੇ ਸ਼ਬਦ 'ਚ ਆਉਂਦਾ ਉਹ 2 ਵਰਡ ਆਉਂਦੇ ਨੇ। ਗੁਰਦੁਆਰਾ, ਗੁਰੂ ਦੇ ਦੁਆਰੇ, ਥਰੂ ਗੁਰੂ, ਵਿਦ ਦੀ ਹੈਲਪ। ਪਰ ਉਹ ਇਹ ਗੁਰਦੁਆਰਾ ਨਹੀਂ ਹੈ ਜਿਹਦਾ ਮਤਲਬ ਹੈ ਡੋਰਵੇ ਟੂ ਐਂਟਰ ਦੀ ਹਾਊਸ ਆਫ ਗॉड। ਹਾਂਜੀ, ਇਸੇ ਤਰ੍ਹਾਂ ਆਉਂਦਾ ਜੀ ਅੰਮ੍ਰਿਤਸਰ ਦਾ ਨਾਮ ਜਿਹਦਾ ਨਹੀਂ ਆਉਂਦਾ ਮਹਾਰਾਜ ਵਿੱਚ, ਪਰ ਅੰਮ੍ਰਿਤ ਸਾਰੇ ਆਉਂਦਾ। ਅੰਮ੍ਰਿਤ ਦਾ ਕੁੰਡ, ਅੰਮ੍ਰਿਤ ਦਾ ਜਿੱਦਾਂ ਫੁੱਲ ਆਫ ਅੰਮ੍ਰਿਤ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਤੁਸੀਂ। ਠੀਕ ਹੈ, ਅੱਛਾ ਇੱਕ ਹੋਰ ਮੈਨੂੰ ਇਹੋ ਜਿਹੀ ਕਈ ਪਹਿਲੀਆਂ ਹੈ ਨੇ ਜਿਹੜੀਆਂ ਅੰਮ੍ਰਿਤਸਰ ਦਾ ਨਾਂ ਕਿਹੜੇ ਗੁਰੂ ਨੇ ਰੱਖਿਆ? ਕਿਹੜੇ ਗੁਰੂ ਨੇ ਆਇਆ? ਗੁਰੂ ਰਾਮਦਾਸ ਜੀ। ਰਾਮਦਾਸ ਗੁਰੂ ਜੀ ਨੇ। ਅਰਜਨ ਜੀ। ਗੁਰੂ ਰਾਮਦਾਸ ਜੀ ਨੇ ਤੇ ਸਰੋਵਰ ਜਿਸ ਵੇਲੇ ਬਣਾਇਆ, ਅਤੇ ਗੁਰੂ ਪਹਿਲਾਂ ਦਾ ਨਾਮ ਅਮਰਦਾਸ ਜੀ। ਗੁਰੂ ਦਾ ਚੱਕ। ਚਲੋ, ਮਤਲਬ ਗੁਰੂ ਅਮਰਦਾਸ ਤੋਂ ਬਾਅਦ ਹੈ। ਇੱਕ ਸ਼ਲੋਕ ਹੈ ਪਿੱਛੇ, ਸ਼ਲੋਕ 12 ਤੋਂ ਵਧੇਕ ਵਿੱਚ, ਜਿਹਦੇ ਵਿੱਚ ਆਉਂਦਾ ਹੈ ਅੰਮ੍ਰਿਤਸਰ ਗੁਰੂ ਦਾ ਘਰ, ਲਾਹੌਰ ਸ਼ਹਿਰ ਕਹਿਰ ਪੈਰ। ਉਹ ਸ਼ਾਇਦ ਗੁਰੂ ਜਾਂ ਤੇ ਮਹਲਾ ਤੀਜਾ ਗੁਰੂ ਅਮਰਦਾਸ ਜੀ ਦਾ ਹੀ ਆ। ਹਾਂ, ਹੁਣ ਤੁਸੀਂ ਕਹੋਗੇ ਇਹ ਅਗਰ ਮਹਲਾ ਤੀਜਾ ਗੁਰੂ ਅਮਰਦਾਸ ਦਾ ਤੇ ਅੰਮ੍ਰਿਤਸਰ ਕਿੱਥੋਂ ਆ ਗਿਆ? ਅੰਮ੍ਰਿਤਸਰ ਤੇ ਗੁਰੂ ਰਾਮਦਾਸ ਤੋਂ ਬਾਅਦ ਬਣਿਆ। ਬਲਦੇਵ ਜੀ ਇੱਥੇ ਆ ਕੇ ਥੋੜੀ ਜੀ ਮਨ ਨੂੰ ਅੜਚਨਾ ਲੱਗਦੀ ਹੈ ਨਾ, ਪਰ ਉਹਨਾਂ ਨੇ ਜੇ ਧਿਆਨ ਨਾਲ ਪੜੋਗੇ ਜੋ ਪਹਿਲਾਂ ਗੁਰਦੀਪ ਕਹਿ ਰਿਹਾ ਸੀ, ਇਹ ਅੰਮ੍ਰਿਤਸਰ ਸ਼ਹਿਰ ਦਾ ਨਾਂ ਨਹੀਂ ਹੈ। ਅੰਮ੍ਰਿਤਸਰ ਦਾ ਨਾਂ ਜਿੱਥੋਂ ਡਰਾਈਵ ਹੋਇਆ, ਅੰਮ੍ਰਿਤ ਦਾ ਪੂਲ, ਅੰਮ੍ਰਿਤ ਦਾ ਕੁੰਡ। ਸੋ ਇਹੋ ਜਿਹੀਆਂ ਕਈ ਗਲਤਫਹਿਮੀਆਂ ਸਾਨੂੰ ਸਾਰਿਆਂ ਨੂੰ ਹੋ ਜਾਂਦੀਆਂ, ਸਕਾਲਰਾਂ ਨੂੰ ਵੀ ਹੁੰਦੀਆਂ। ਜੇ ਪਹਿਲੀ ਵਾਰੀ ਪੜ੍ਹੋ ਵੀ ਇਹ ਕੁਝ ਹੋਰ ਲਿਖਿਆ ਹੈ, ਅਸੀਂ ਕੁਝ ਹੋਰ ਪੜ੍ਹਿਆ ਸੀ, ਠੀਕ ਹੈ। ਗੁਰੂ ਅਰਜਨ ਦੇਵ ਜੀ ਦਾ ਹੁਣ ਮੇਰੇ ਖਿਆਲ ਅਸੀਂ ਚੱਲਦੇ ਆ ਨਵਤੇਜ ਤੋਂ ਚੱਲਦੇ ਆ। ਨਵਤੇਜ ਜੀ, ਗੁਰੂ ਅਰਜਨ ਦੇਵ ਜੀ ਦਾ ਬਰਥ ਕਿਹੜੀ ਪਲੇਸ ਦਾ? ਆਪਣੇ ਗੋਇੰਦਵਾਲ। ਗੋਇੰਦਵਾਲ ਸ਼ਹਿਰ ਕਿੰਨੇ ਵਸਾਇਆ? ਗੁਰੂ ਅਮਰਦਾਸ ਜੀ ਨੇ। ਗੋਇੰਦਵਾਲ ਸ਼ਹਿਰ ਵਿੱਚ ਜਾਂ ਜੋ ਵੀ ਕਸਬਾ ਹੈ, 2 ਗੁਰੂ ਸਾਹਿਬ ਜੀ ਜੋਤੀ ਜੋਤ ਸਮਾਏ ਨੇ, ਉਹ ਕੌਣ ਨੇ? ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ। ਐਕਸਲੈਂਟ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਗੁਰੂ ਨਾਨਕ ਸਾਹਿਬ ਦੀ ਵਾਈਫ ਦਾ ਨਾਮ ਹੈ ਮਾਤਾ ਸੁਲੱਖਣੀ ਤੇ ਗੁਰੂ ਅੰਗਦ ਦੇਵ ਜੀ ਦਾ ਹੈ ਮਾਤਾ ਖੀਵੀ। ਗੁਰੂ ਅਮਰਦਾਸ ਜੀ ਦੇ ਵਾਈਫ ਦਾ ਨਾਮ ਕਈ ਜਗ੍ਹਾ ਡਿਫਰੈਂਟ ਲਿਖੇ ਨੇ, ਪਰ ਜਿਹੜੀ ਪਪੂਲਰ ਨਾਮ ਹੈ ਉਹ ਹੈ ਮਨਸਾ ਦੇਵੀ। ਗੁਰੂ ਰਾਮਦਾਸ ਜੀ ਦੀ ਵਾਈਫ ਦਾ ਨਾਮ ਹੈ ਮਾਤਾ ਭਾਣੀ। ਗੁਰੂ ਹਰਗੋਬਿੰਦ ਸਾਹਿਬ ਦੀਆਂ 3 ਨਾਂ ਹੁੰਦੇ ਨੇ, ਪਰਮਜੀਤ 3 ਨਾਂ ਦੱਸੋ। ਮਾਤਾ ਦਮੋਦਰੀ, ਮਾਤਾ ਨਾਨਕੀ ਤੇ ਮਾਤਾ ਮਹਾਦੇਵੀ। ਇਹਦੇ ਵਿੱਚੋਂ ਕਿਹੜੀ ਮਾਤਾ ਹੈ ਜਿਹਦੇ ਲੜਕੇ ਗੁਰੂ ਤੇਗ ਬਹਾਦਰ ਨੇ? ਮਾਤਾ ਨਾਨਕੀ।
एक्सीलेंट, वेरी वेरी गुड। गुरु अर्जन देव जी का जो पॉपुलर मैरिज है वो माता गंगा नाल है और इक्को ही उन्हों का बेटा है। बेटे का नाम बलदेव जी दस देंगे। श्री हरगोबिंद साहिब जी। गुरु हरगोबिंद साहब ये बर्थ किथे होया? बडाली। बडाली। बडाली अमृतसर तो किन्नी को दूर है? किन्ने को मिनटों का रास्ता अंदाजन? मतलब 15-20 मिनट। चलो मान लेने हैं, कह तो नहीं पर मान लेने हैं, ठीक है। सो बडाली ਇਹਦਾ बर्थ होया गुरु अर्जन देव जी का। सॉरी डॉक्टर कितना गुरु बड़ा हरगोबिंद अमृतसर गुरु बडाली हरगोबिंद साहब ਦਾ। ਹੁਣ ਅਸੀਂ ਥੋੜਾ ਅੱਗੇ ਚੱਲਦੇ ਹਾਂ। ਗੁਰੂ ਅਰਜਨ ਦੇਵ ਜੀ ਦਾ ਉਹਨੇ ਦੱਸਿਆ ਨਵਤੇਜ ਨੇ ਕਿ ਗੁਰੂ ਅਮਰਦਾਸ ਜੀ ਦਾ ਤੇ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਨੇ ਗੋਇੰਦਵਾਲ। ਮਹਿੰਦਰ ਦੱਸੇਗਾ ਗੁਰੂ ਅਰਜਨ ਦੇਵ ਜੀ ਕਿੱਥੇ ਜੋਤੀ ਜੋਤ ਸਮਾਏ ਨੇ। गुरु अर्जन देव जी लाहौर ज्योति जो समाए। ਲਾਹੌਰ ਦੇ ਵਿੱਚ ਕਿਸੇ ਹੋਰ ਗੁਰੂ ਸਾਹਿਬ ਦੇ ਨਾਲ ਵੀ ਕੋਈ ਤਲਕ ਹੈ, ਉਹ ਕੌਣ ਹੈ? गुरु रामदास जी का जन्म स्थान है जी। वेरी गुड, वेरी गुड, वेरी गुड, वेरी गुड, वेरी गुड। एक्चुअली डॉक्टर जी ये दोनों बबली। चीजें देख के आए करके बिल्कुल याद है जी, ये कभी जिंदगी च भूल नहीं सकते हैं। वेरी गुड। बबली, ਕੀਰਤਪੁਰ ਕਿਹੜੇ ਗੁਰੂ ਸਾਹਿਬ ਦਾ ਜਨਮ ਸਥਾਨ ਹੈ ਤੇ ਕਿਹੜੇ ਗੁਰੂ ਸਾਹਿਬ ਦਾ ਜੋਤੀ ਜੋਤ ਸਮਾਨ ਹੈ? गुरु ਪਾਸ ਕਰਦੇ ਨਹੀਂ ਤੇ पास चलो मैंने याद नहीं है ਕਿੰਨਾ ਕਿੰਨਾ ਆਸਾਨ ਹੈ ਬਬਲੀ ਵਾਸਤੇ ਪਾਸ। ਮੈਂ कुछ नहीं आता। कई क्लास ਵਿੱਚ ਹੁੰਦੇ ਨਾ ਬੜੇ ਨਾਲਾਇਕ ਸਟੂਡੈਂਟਸ ਨਾਲਾਇਕ। ਜੀ ਵਜ਼ੀਰ ਜੀ ਨੂੰ ਤੇ ਆਉਂਦਾ, ਗੁਰਦੀਪ ਜੀ ਦਾ ਵੀ ਹੱਥ ਖੜਾ ਹੈ ਤੇ ਦਵਿੰਦਰ ਦਾ ਵੀ ਖੜਾ ਤੇ ਨਵਤੇਜ ਨੇ ਹੁਣੇ ਦੱਸਿਆ ਤੇ ਚਲੋ 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 ਵਜ਼ੀਰ ਜੀ ਦੱਸ ਦਿਓ। ਮਿਊਟ ਤੇ ਮੈਂ ਤੁਸੀਂ ਮਿਊਟ ਤੇ ਹੋ। ਮਿਊਟ ਅਨਮਿਊਟ ਕਰੋ। हाँ जी। ਹੁਣ ਦੱਸੋ। ਉਹ ਇੱਕ ਨਾ ਕੋਈ ਪਾਕਿਸਤਾਨ ਦਾ ਵਕੀਲ ਹੈ ਜਿਹੜਾ ਹੁਣ ਰਿਸਰਚ ਕਰ ਰਿਹਾ ਨਵੀਂ, ਉਹ ਜਿੱਥੇ ਚੌਥੇ ਗੁਰੂ ਦੀ ਜਨਮ ਪਲੇਸ ਹੈ ਉਹ ਤੋਂ ਸਿਰਫ ਅੱਧਾ ਕਿਲੋਮੀਟਰ ਤੇ ਗੁਰੂ ਅਰਜਨ ਦਾ ਸ਼ਹੀਦ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਹੈਗਾ, ਉਹ ਲਾਲ ਖੂਹ ਉਹ ਥਾਂ ਦਾ ਨਾਮ ਹੈ ਜਿੱਥੇ ਉਹਨਾਂ ਨੂੰ ਕੈਦ ਰੱਖਿਆ ਹੈਗਾ ਤੇ ਤਸੀਹੇ ਦਿੱਤੇ ਨੇ। ਉਹਦੀ ਕੋਠੀ ਹੈਗੀ ਜਿਹਨੇ ਤਸੀਹੇ ਦਿੱਤੇ ਨੇ। ਇਹ ਸਿਰਫ ਅਬਾਊਟ ਉਹ ਕਹਿੰਦਾ ਵੀ 3 ਸੈਕਿੰਡ ਦਾ ਰਸਤਾ ਹੈਗਾ ਉਹ ਉੱਥੇ ਜਾਣ ਦਾ। ਹੁਣ ਇਹ ਪਲੇਸਿਸ ਹਿਸਟੋਰੀਕਲ ਪਲੇਸਿਸ ਡਿਕਲੇਅਰ ਹੋ ਗਈਆਂ, ਦੇ ਪ੍ਰੀਜ਼ਰਵ ਕਰਕੇ ਹੁਣ ਉੱਥੇ ਦੁਕਾਨਾਂ ਪਈਆਂ ਹੋਈਆਂ, ਉਹਨਾਂ ਨੂੰ ਡਿਮੋਲਿਸ਼ ਕਰਕੇ ਦੇ ਮੇਕਿੰਗ ਗੁਰਦੁਆਰਾ ਜਿੱਥੇ ਵੀ ਲਾਲ ਖੂਹ ਇਹਦਾ ਨਾਂ ਹੈ। ਬਿਲਕੁਲ ਠੀਕ ਹੈ, ਐਕਸਲੈਂਟ। ਗੁਰਦੀਪ, ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ, ਗੁਰੂ ਅਮਰਦਾਸ ਨੇ ਗੁਰੂ ਅੰਗਦ ਦੀ ਕੀਤੀ, ਗੁਰੂ ਰਾਮਦਾਸ ਨੇ ਗੁਰੂ ਅਮਰਦਾਸ ਜੀ ਦੀ ਕੀਤੀ। ਇਹ ਦੱਸ ਦਿਓ ਗੁਰੂ ਅੰਗਦ ਨੇ ਗੁਰੂ ਨਾਨਕ ਦੀ ਕਿੰਨੇ ਸਾਲ ਸੇਵਾ ਕੀਤੀ? ਜੀ 7 ਸਾਲ। और गुरु अमरदास ने गुरु अंगद दी? जी 12 साल जी। और गुरु रामदास ने गुरु अंगद दी? गुरु अमरदास दी 22 साल। राइट, ओके। ये क्लास में हर चीज होती है, मैंने पढ़ाने की लोड़ की एक्सेप्ट मी। मैंने भी इधर मैं तो बबली गुरु अर्जन देव जी ने मैं कुछ साल बोलदा डोमिसाइल हीयर्स ने है, तुसी दसना है ये हीयर केड़ी-केड़ी जगह नाल रेलेवेंट। परमजीत, गुरु अर्जन देव जी दी एज कितनी है? 43। ਜਦੋਂ ਗੁਰੂਸ਼ਿਪ ਮਿਲੀ ਉਹਨਾਂ ਨੂੰ 18 ਸੀ। ਅੱਜ ਤੂੰ ਗਲਤ ਕਿਸ ਤਰ੍ਹਾਂ ਕਹਿ ਸਕਦੀ ਹੈ? ਗੁਰੂ ਅਰਜਨ ਦੇਵ ਜੀ ਦੀ ਟੋਟਲ ਉਮਰ ਕਿੰਨੀ ਆ? 43 ਵਿੱਚ ਤਾਂ ਉਹਨਾਂ ਨੂੰ ਗੁਰੂਸ਼ਿਪ। ਓਕੇ ਓਕੇ ਓਕੇ, ਪਹਿਲਾਂ ਥੋੜੀ ਜਿਹੀ ਸੁੱਤੀ ਸੀ। ਏਜ ਨਹੀਂ, ਏਜ ਦਾ ਤੁਸੀਂ ਏਦਾਂ ਸਮਝ ਨਹੀਂ ਪੰਜ ਤੁਸੀਂ ਕੱਲ ਏਜ ਕਹਿੰਦੇ ਆ, ਤੁਸੀਂ ਏਜ ਗੁਰੂ ਜੋਤੀ ਜੋਤ ਜਦੋਂ ਸਮਾਜ ਦਾ ਦੱਸ ਦਿਓ ਕਰੋ ਨਾ। ਹੁਣ ਪੰਜਾਬੀ ਘੱਟ ਸਮਝ ਆਉਂਦੀ ਹੈ, ਠੀਕ ਹੈ, ਥੈਂਕ ਯੂ। 43। ਹੁਣ ਧਿਆਨ ਨਾਲ ਸੁਣ, ਮੈਂ ਕੁਝ ਸ਼ੇਅਰ ਬੋਲਣੇ ਨੇ, ਤੂੰ ਦੱਸਣਾ ਹੈ ਇਸ ਸ਼ੇਅਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਕਿਹੜੀ ਜਗ੍ਹਾ ਡੋਮਿਸਾਈਲ ਸਨ? 12 20
12 ਸਾਲ ਮਿਲਾ ਦਾ ਗੋਬਿੰਦਪਾਲ ਸੀ। ਵੈਰੀ ਗੁੱਡ, ਪਹਿਲਾ ਪਾਸ। ਪਹਿਲੇ 12 ਸਾਲ ਉਹ ਗੋਇੰਦਵਾਲ ਸਨ। ਹੁਣ ਤੇਰੇ ਕੋਲ ਰਹਿ ਗਿਆ ਅਗਲੇ 12 ਇੱਕ ਹੋਰ ਤੇ 20 ਇੱਕ ਹੋਰ ਹੈ। ਫਿਰ ਹੋ ਗਏ ਸੀ ਅੰਮ੍ਰਿਤਸਰ। ਕਿੰਨੇ ਅੰਮ੍ਰਿਤਸਰ ਕਿੰਨੇ ਅੰਮ੍ਰਿਤਸਰ 600 ਅੰਮ੍ਰਿਤਸਰ ਕਿੰਨੇ ਗਏ ਸੀ। ਈਅਰ? ਮੈਂ ਈਅਰ बोले ने। मैं ਅੰਮ੍ਰਿਤਸਰ दोबारा बोलता हूँ, क्वेश्चन ये है 12 20 12 ਓਕੇ 12 ਸਾਲ ਜਦੋਂ पहले 12 तो क्या जड़ा उन ते टिक करो गोविंदवाल। ਹਾਂਜੀ that was अगे आया 20 ਹਾਂਜੀ that was 1583 ਚ ਗਏ ਸੀਗੇ ਅੰਮ੍ਰਿਤਸਰ। अमृतसर इज करेक्ट। वो पहले 14 7 साल रहे ने, फिर चले गए ने, फिर 7 साल रहे ने, फिर चले गए ने, फिर 6 साल आखिरी रहे ने, फिर चले गए ने ਜਦੋਂ ਲਾਹੌਰ ਜਦੋਂ ਗਏ ਨੇ ਉਹ ਤੁਹਾਨੂੰ ਪਤਾ ਹੀ ਆ। ਸੋ 12 ਸਾਲ ਗੋਇੰਦਵਾਲ, ਅਗਲੇ 14 ਸਾਲ ਪਲੱਸ 6 20 ਸਾਲ ਅੰਮ੍ਰਿਤਸਰ ਸਾਹਿਬ ਤੋੜ ਕੇ ਇੱਕ ਵਿੱਚ 12 ਹੋਰ ਹੈ। ਇਹ ਕੀ ਹੈ? ਇਹ ਉਹਨਾਂ ਦੇ ਪੰਜਾਬ ਦਾ ਟੂਰ ਹੈ। ਸੋ ਬਲਦੇਵ ਜੀ ਪਹਿਲੇ 12 ਸਾਲ ਉਹਨੇ ਗੋਇੰਦਵਾਲ ਹਾਂਜੀ ਆਪਣੀ ਏਜ ਦੇ, ਫਿਰ 14 ਸਾਲ ਨੇ ਅੰਮ੍ਰਿਤਸਰ, ਫਿਰ ਉਹ 12 ਸਾਲ ਉਹਨਾਂ ਦਾ ਟੂਰ ਹੈ ਪੰਜਾਬ ਦਾ, ਹਾਂਜੀ ਫਿਰ ਆਖਰੀ 6 ਸਾਲ ਉਹ ਅੰਮ੍ਰਿਤਸਰ ਨੇ। ਸੋ ਮੈਂ ਉਹ ਇਕੱਠੇ ਜੋੜ ਲਏ ਸਨ 7 7 ਤੇ 6, ਪਰ ਪਰਮਜੀਤ ਨੇ ਮੇਰਾ ਕੁਝ ਲੱਭ ਲਿਆ। ਓਕੇ ਥੈਂਕ ਯੂ। ਨਵਤੇਜ, ਮੈਂ ਕੁਝ ਜਗ੍ਹਾ ਤੇ ਨਾਮ ਬੋਲਾਂਗਾ, ਤੁਸੀਂ ਦੱਸੋਗੇ ਕਿ ਇਹ ਉਹ ਜਗ੍ਹਾ ਨੇ ਜਿੱਥੇ ਗੁਰੂ ਅਰਜਨ ਦੇਵ ਜੀ ਗਏ ਨੇ। ਤੁਸੀਂ ਦੱਸੋਗੇ ਇਹ ਜਗ੍ਹਾ ਕਿਉਂ ਮਸ਼ਹੂਰ ਨੇ। ਆਸਾਨ ਆ, ਤੁਸੀਂ ਸਭ ਕੁਝ ਕਰ ਚੁੱਕੇ ਹੋ। ਜਿਹੜਾ ਕੋਈ ਚੀਜ਼ ਨਵਤੇਜ ਰੁਕ ਜਾਏਗਾ ਜਾਂ ਨਹੀਂ ਦੱਸੇਗਾ, ਉਹ ਫਿਰ ਮਹਿੰਦਰ ਜੀ ਤੁਸੀਂ ਦੱਸੋਗੇ। ਖਡੂਰ ਸਾਹਿਬ ਗਏ ਹੋ, ਖਡੂਰ ਕਿਹੜੇ ਗੁਰੂ ਨਾਲ ਰਿਲੇਟਡ ਹੈ? ਗੁਰੂ ਅੰਗਦ ਦੇਵ ਜੀ ਨਾਲ। ਹਾਂਜੀ ਗੁਰੂ ਅੰਗਦ ਦੇਵ ਜੀ ਨਾਲ। ਓਕੇ। ਗੋਇੰਦਵਾਲ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਦੇ ਨਾਲ, ਦੋਨਾਂ ਨੂੰ। ਸਰਹਾਲੀ, ਬਿਹਾਨੀ, ਖਾਨਪੁਰ, ਤਰਨ ਤਾਰਨ ਉਹਨਾਂ ਨੇ ਆਪ ਵਸਾਏ। ਫਿਰ ਉਹ ਗੋਬਿੰਦਪੁਰ ਗਏ, ਗੋਬਿੰਦਪੁਰ ਉਹਨਾਂ ਨੇ ਆਪ ਵਸਾਇਆ। ਫਿਰ ਉਹ ਲਾਹੌਰ ਗਏ। ਲਾਹੌਰ ਬਾਰੇ ਤੁਸੀਂ ਦੱਸ ਚੁੱਕੇ ਹੋ, ਸਾਡੇ ਨਾਲ ਦਾ ਸੰਬੰਧ ਹੈ। ਲਾਹੌਰ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ। ਗੁਰੂ ਅਰਜਨ ਦੇਵ ਜੀ ਨੂੰ ਉੱਥੇ ਸ਼ਹੀਦ ਕਹਿ ਲਓ, ਕੁਛ ਕਹਿ ਲਓ, ਕਈ ਕਹਿੰਦੇ ਨੇ ਹੋਰ ਗਲਤ ਹੈ। ਉੱਥੇ ਜੋਤੀ ਜੋਤ ਸਮਾਏ ਤੇ ਉੱਥੇ ਗੁਰੂ ਚੌਥੀ ਪਾਤਸ਼ਾਹੀ ਦਾ ਜਨਮ ਸਥਾਨ ਵੀ ਹੈ। ਡੇਰਾ ਬਾਬਾ ਨਾਨਕ, ਇਹ ਗੁਰੂ ਅਰਜਨ ਨਾਲ ਕਿਵੇਂ ਸੰਬੰਧਤ ਹੈ? ਐਨੀਵਨ? ਗੁਰਦੀਪ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਅਸਤ ਸੀਗੇ ਉਹ ਇੱਥੇ ਲਿਆ ਕੇ ਫਿਰ ਦੁਬਾਰਾ ਬੋਲੋ। ਗੁਰੂ ਨਾਨਕ ਦੇਵ ਜੀ ਉੱਥੇ ਜਦੋਂ ਕਨੀ ਹੜ੍ਹ ਆਇਆ ਸੀਗਾ ਕਰਤਾਰਪੁਰ। ਨਹੀਂ ਇੱਥੇ ਰੁਕ ਜਾਓ। ਨਹੀਂ ਓਕੇ ਸੌਰੀ, ਸ੍ਰੀ ਚੰਦ ਹੈ। ਉਹ ਅੱਛਾ ਜੀ। Something to do with horses? ਡੇਰਾ ਬਾਬਾ ਨਾਨਕ ਦਾ ਗੁਰੂ ਅਰਜਨ ਦੇਵ ਜੀ ਦੇ ਨਾਲ ਕੀ ਸੰਬੰਧ ਹੈ? ਡੇਰਾ ਬਾਬਾ ਨਾਨਕ ਵੈਸੇ ਤਾਂ ਤੁਹਾਨੂੰ ਪਤਾ ਨਾ, ਗੁਰੂ ਨਾਨਕ ਸਾਹਿਬ ਦੇ ਸਹੁਰੇ ਨੇ, ਪਿੰਡ ਹੈ ਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਸਸੁਰਾਲ ਨੇ ਜਾਂ ਉਹਨਾਂ ਦੀ ਵਾਈਫ ਸੀ, ਉਹ ਪਹਿਲਾਂ ਜਿੱਥੇ ਵੀ ਬਟਾਲੇ ਉਹਨਾਂ ਦਾ ਵਿਆਹ ਹੋਇਆ, ਪਰ ਉਹ ਫਿਰ ਉੱਥੋਂ ਰਿਟਾਇਰ ਨਹੀਂ, ਉੱਥੋਂ ਫਿਰ ਉਹ ਇਸ ਜਗ੍ਹਾ ਤੇ ਆ ਗਏ। ਇਹਦਾ ਨਾਮ ਡਿਫਰੈਂਟ ਸੀ। ਫਿਰ ਇਹਦਾ ਨਾਮ ਕਹਿੰਦੇ ਨੇ ਬੇਦੀਆਂ ਨੇ ਇਸ ਜਗ੍ਹਾ ਦਾ ਨਾਮ ਡੇਰਾ ਬਾਬਾ ਨਾਨਕ ਰੱਖਤਾ। ਬਟ ਹਾਊ ਗੁਰੂ ਅਰਜਨ, ਜੋ ਗੁਰਦੀਪ ਕਹਿ ਰਿਹਾ ਸੀ ਉਹ ਇਹ ਸੀ ਕਿ ਜਦੋਂ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਨੇ ਕਰਤਾਰਪੁਰ, ਤੇ ਉਹਨਾਂ ਦੇ ਜਿਹੜੇ ਵੀ ਰਮੀਨ ਸਨ, ਬਹੁਤ ਹੜ ਆਉਂਦਾ ਸੀ। ਹੁਣ ਸਮਾਧੀ ਵਗੈਰਾ ਉਹਨਾਂ ਦੀ ਟੁੱਟ ਗਈ ਸੀ, ਤੇ ਉਹਨਾਂ ਦੇ ਜਿਹੜੇ ਰਮੀਨ ਸਨ ਉਹ ਸ੍ਰੀ ਚੰਦ ਨੇ ਉੱਥੋਂ ਲਿਆ ਕੇ ਡੇਰਾ ਬਾਬਾ ਨਾਨਕ ਉਹਨਾਂ ਦਾ ਦੁਬਾਰਾ ਆਨਰ ਕੀਤਾ ਸੀ। ਉਹਨਾਂ ਨੂੰ ਉੱਥੇ ਸਤਿਕਾਰ ਕਰ ਲਓ, ਜੋ ਵੀ ਕੁਝ ਹੋਰ ਯੂਜ਼ ਕਰਦੇ। ਪਰ ਗੁਰੂ ਅਰਜਨ ਦੇਵ ਜੀ ਦਾ ਇੱਥੇ ਕੀ ਸੰਬੰਧ ਹੈ? ਐਨੀਵਨ?
ਮਾਤਾ ਗੰਗਾ ਜੀ ਅੱਛਾ ਮੈਂ ਹੋਰ ਤਰ੍ਹਾਂ ਤੁਹਾਨੂੰ ਸ਼ਾਇਦ ਤੁਹਾਨੂੰ ਯਾਦ ਆ ਰਿਹਾ ਗੁਰੂ ਨਾਨਕ ਸਾਹਿਬ ਦੇ ਕਿੰਨੇ ਬੱਚੇ ਨੇ 2 ਜੀ ਕਿਹੜਾ ਬੱਚੇ ਦਾ ਵਿਆਹ ਨਹੀਂ ਹੋਇਆ ਸ਼੍ਰੀ ਚੰਦ ਸ੍ਰੀ ਚੰਦ ਕਿਹੜੇ ਬੱਚੇ ਦਾ ਵਿਆਹ ਹੋਇਆ ਲక్ష్ਮੀ ਪ੍ਰਿਥੀ ਲక్ష్ਮੀ ਚੰਦ ਦਾਸ ਸੋ ਜਿਹੜਾ ਉਹਨਾਂ ਦਾ ਦੂਸਰਾ ਬੇਟਾ ਹੈ ਸ੍ਰੀ ਚੰਦ ਦਾ ਤੇ ਵਿਆਹ ਨਹੀਂ ਹੋਇਆ ਲక్ష్ਮੀ ਚੰਦ ਦਾ ਵਿਆਹ ਹੋਇਆ ਉਹਦਾ ਪੋਤਰਾ ਜਿਹੜਾ ਸੀ ਉਹਦੀ ਡੈਥ ਜਿਹੜੀ ਹੈ ਉਹਦਾ ਕੀਰਤਨ ਸੀ ਇਸ ਜਗ੍ਹਾ ਤੇ ਡੇਰਾ ਬਾਬੇ ਨਾਨਕ ਉਹ ਕੀਰਤਨ ਅਟੈਂਡ ਕਰਨ ਜਾਂ ਉਹਦੀ ਲਾਸਟ ਰਾਈਟਸ ਅਟੈਂਡ ਕਰਨ ਗੁਰੂ ਅਰਜਨ ਦੇਵ ਜੀ ਡੇਰਾ ਬਾਬਾ ਨਾਨਕ ਗਏ ਉਹਨਾਂ ਦੀ ਯਾਦ ਵਿੱਚ ਉੱਥੇ ਹੁਣ ਜਿਸ ਤਰ੍ਹਾਂ ਤੁਸੀਂ ਕਹਿੰਦੇ ਨਾ ਗੋਲਡਨ ਟੈਂਪਲ ਜਾਂ ਦਰਬਾਰ ਸਾਹਿਬ ਇਟਸ ਅ ਵੈਰੀ ਬਿਗ ਕੰਪਲੈਕਸ ਉਹਦੇ ਵਿੱਚ ਹੀ ਅਕਾਲ ਤਖਤ ਸਾਹਿਬ ਆ ਗਿਆ ਮੰਜੀ ਸਾਹਿਬ ਆ ਗਿਆ ਹੋਰ ਕਿੰਨੇ ਗੁਰਦੁਆਰੇ ਆ ਜਾਂਦੇ ਨੇ ਇਸੇ ਤਰ੍ਹਾਂ ਹੀ ਬਲਦੇਵ ਜੀ ਜਿਹੜਾ ਡੇਰਾ ਬਾਬਾ ਨਾਨਕ ਹੈ ਉਹਦੇ ਉਸ ਕੰਪਲੈਕਸ ਅੰਦਰ ਕਿਤਨੇ ਛੋਟੇ ਛੋਟੇ ਤੀਰਥ ਸਥਾਨ ਮਤਲਬ ਇੰਪੋਰਟੈਂਟ ਪਲੇਸਿਸ ਹੈਗੀਆਂ ਤੇ ਇੱਕ ਇੰਪੋਰਟੈਂਟ ਪਲੇਸ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਗਏ ਨੇ ਉੱਥੇ ਵੀ ਪੂਰਾ ਉਹਨਾਂ ਨੇ ਹਾਲ ਬਣਾ ਕੇ ਮੇਰਾ ਖਿਆਲ ਹੈ ਦਰਬਾਰ ਉਹਦਾ ਕੁਝ ਨਾਂ ਹੈ ਜਿੱਥੇ ਤੁਸੀਂ ਜਾ ਕੇ ਮੱਥਾ ਟੇਕਦੇ ਹੋ to pay respect to Guru Arjan Dev Ji. ਕੀਰਤਨ ਦਰਬਾਰ ਹੈ ਉਸ ਦਾ ਇਹ ਵਿਆਹ ਵੀ ਕਿੱਥੇ ਹੋਇਆ ਜੀ ਗੁਰੂ ਅਰਜਨ ਦੇਵ ਦਾ ਸੌਰੀ ਗੁਰੂ ਅਰਜਨ ਦੇਵ ਦਾ ਵਿਆਹ ਕਿੱਥੇ ਹੋਇਆ ਜੀ ਗੁਰੂ ਅਰਜਨ ਦੇਵ ਜੀ ਦਾ ਹਾਂਜੀ ਅੱਛਾ ਮੁਸ਼ਕਿਲ ਬਹੁਤ ਬਾਤ ਹੈ ਨਾ ਮਹਿੰਦਰ ਸਿੰਘ ਨੇ ਚੱਲ ਬਰਮ ਜੀ ਦੱਸ ਤੇ ਕਰਤਾਰਪੁਰ ਅਰਥ ਕਰਤਾਰਪੁਰ ਆਈ ਥਿੰਕ ਲੋ ਇਹ ਕੁੜੀ ਨੇ ਚੜ ਦੱਸਦਾ ਮਿੰਟ ਚ ਤੂੰ ਗਈ ਸਾ ਵਿਆਹ ਤੇ Yes, I can't tell you that. ਕੋਈ ਐਸੀ ਚੀਜ਼ ਨਹੀਂ ਹੈ ਜਿਸ ਜਿਹੜੀ ਇਸ ਕੁੜੀ ਐਵੇਂ ਥੋੜਾ ਉਹਨੂੰ ਮੈਂ ਕਹਿੰਦਾ ਤੁਸੀਂ ਇਹਨੂੰ ਇਨਾਮ ਦਿਆ ਕਰੋ ਓਕੇ ਪਰ ਜਿਹੜਾ ਮੌ ਸਾਹਿਬ ਗੁਰਦੁਆਰਾ ਹੈ ਆਪਣੇ ਆਪਣੇ ਪੰਜਾਬ ਵਿੱਚ ਸਾਡੇ ਨੇੜੇ ਫਲੋਰ ਦੇ ਨੇੜੇ ਮੌ ਸਾਹਿਬ ਗੁਰਦੁਆਰਾ ਉਹ ਕਹਿੰਦੇ ਵਿਆਹ ਉੱਥੇ ਹੋਇਆ ਫਿਰ ਤੁਹਾਨੂੰ ਜੇ ਪਤਾ ਤੇ ਦੱਸੋ ਸੰਗਤ ਨੂੰ ਕਹਿੰਦੇ ਉੱਥੇ ਵਿਆਹ ਹੋਇਆ ਹਾਂਜੀ ਤੇ ਗੁਰੂ ਸਾਹਿਬ ਦਾ ਵਿਆਹ ਜਿਹੜਾ ਗੁਰਦੁਆਰਾ ਮੌ ਸਾਹਿਬ ਹੈ ਜੀ ਪਿੰਡ ਫਲੋਰ ਦੇ ਨਾਲ ਆ ਅਸੀਂ ਉਸ ਜਗ੍ਹਾ ਦਰਸ਼ਨ ਕੀਤੇ ਆ ਤੇ ਉੱਥੇ ਮਤਲਬ ਜਿਸ ਤਰ੍ਹਾਂ ਵਿਆਹਣ ਆਏ ਨਾ ਉੱਥੇ ਸਾਖੀ ਇਹ ਆ ਕਿ ਜਦੋਂ ਵਿਆਹਣ ਆਏ ਤੇ ਪਿੰਡ ਵਾਲਿਆਂ ਨੇ ਦੇਖਿਆ ਵੀ ਇਹ ਤਾਂ ਸਾਧ ਸੰਤਾਂ ਦੀ ਬਰਾਤ ਹੈ ਕਿ ਕਿਸੇ ਨਾ ਕਿਸ ਤਰ੍ਹਾਂ ਬਰਾਤ ਵਾਪਸ ਕੀਤੀ ਜਾਵੇ ਤੇ ਉਹ ਫਿਰ ਉਹਨਾਂ ਨੇ ਕਿਹਾ ਵੀ ਹੁਣ ਤਾਂ ਬਰਾਤ ਆ ਗਈ ਪਰ ਉਹਨਾਂ ਨੇ ਫਿਰ ਇਹ ਬਹਾਨਾ ਬਣਾਇਆ ਕਿ ਸਾਡੇ ਪਿੰਡ ਦਾ ਰਿਵਾਜ ਹੈ ਕਿ ਜਿਹੜਾ ਵੀ ਵਿਆਹਣ ਵਾਲਾ ਆਵੇ ਤੇ ਉਹ ਇੱਥੇ ਆ ਕੇ ਕੀਲਾ ਘੋੜੇ ਤੇ ਕੀਲਾ ਪੱਟੇ ਤੇ ਗੁਰੂ ਅਰਜਨ ਦੇਵ ਜੀ ਪਤਾ ਸੀ ਉਹਨਾਂ ਨੇ ਕਿਹਾ ਵੀ ਦੇਖੋ ਸੰਗਤ ਜੀ ਕੀਲੇ ਜਿਹੜੇ ਆ ਉਹਦੇ ਪਟਾਏ ਨਹੀਂ ਗਡਾਏ ਜਾਂਦੇ ਆ ਕਿ ਜਦੋਂ ਪਹਿਲਾਂ ਕੋਈ ਬਿਲਡਿੰਗ ਬਣਦੀ ਤਾਂ ਕੀ ਉਹਦੇ ਨਿਸ਼ਾਨ ਦੇ ਕੀਲੇ ਲਾਉਂਦੇ ਸੀ ਤੇ ਪਰ ਨਹੀਂ ਪਿੰਡ ਵਾਲੇ ਕਹਿੰਦੇ ਨਹੀਂ ਸਾਨੂੰ ਤੁਸੀਂ ਕੀਲਾ ਪੱਟਣਾ ਪਊਗਾ ਉਹਨਾਂ ਨੇ ਇੱਕ ਦਰਖਤ ਵੱਢ ਕੇ ਉਹਦਾ ਕੀਲਾ ਬਣਾਇਆ ਸੀ ਪਰ ਫਿਰ ਬਾਬਾ ਬੁੱਢਾ ਜੀ ਦੇ ਕਹਿਣ ਦੇ ਮੁਤਾਬਕ ਉਹਨਾਂ ਨੂੰ ਕਿਹਾ ਵੀ ਨਹੀਂ ਤੁਸੀਂ ਇਹ ਕੰਮ ਕਰੋ ਕਿਉਂਕਿ ਆਪਣਾ ਇਹ ਠੀਕ ਨਹੀਂ ਇਹ ਕੰਮ ਤੁਹਾਨੂੰ ਫਿਰ ਉੱਥੇ ਜੋ ਸਾਖੀ ਹੁੰਦੀ ਜੋ ਉੱਥੇ ਗੁਰਦੁਆਰੇ ਕਹਿੰਦੇ ਆ ਵੀ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੇ ਕੀਲਾ ਪੱਟਿਆ ਤੇ ਉਹ ਕੀਲਾ ਕਿਉਂਕਿ ਦਰਖਤ ਸੀਗਾ ਇਤਨੀ ਜ਼ੋਰ ਦੀ ਪੱਟਿਆ ਕੀਲਾ ਕਿ ਉੱਥੇ ਘੋੜੇ ਨੂੰ ਸ਼ਹੀਦ ਕਰਨਾ ਪਿਆ ਇਹ ਉੱਥੇ ਦੀ ਸਾਖੀ ਹੈ ਜੀ ਹੁਣ ਨਹੀਂ ਪਰ ਠੀਕ ਹੋਏਗੀ ਦੇਖੋ Actually, sorry, Dr. G, can I say actually, Vinder Paji's right because actually ਮੇਰੇ ਨਾਨਕੇ ਉੱਥੋਂ ਹੈ ਤਾਂ ਮੈਨੂੰ ਪਤਾ ਉਹ right ਹੈ actually ਮੋ ਗੁਰਦੁਆਰੇ ਹੋਇਆ ਸੀ sorry very good sorry ਗੁਰਦੁਆਰਾ ਦੇਖ ਕੇ ਆਏ ਜੀ ਅਸੀਂ ਦੇਖੋ ਸ਼ੁਰੂ ਚ ਅਸੀਂ ਕਿਹਾ ਸੀ ਜਿਹੜਾ ਜੋ ਤੁਸੀਂ ਪੜ੍ਹ ਕੇ ਆਉਂਦੇ ਹੋ ਤੁਸੀਂ ਜਵਾਬ ਦਿਓਗੇ ਜਾਂ ਜੋ ਤੁਹਾਡਾ ਐਕਸਪੀਰੀਅੰਸ ਹੈ ਗੱਲ ਇਹ ਹੈ ਕਿ ਇਤਿਹਾਸ ਵਿੱਚ ਜਿਹੜੇ ਦੋ ਜਾਂ ਤਿੰਨ ਇੰਪੋਰਟੈਂਟ ਵਿਆਹ ਹੁੰਦੇ ਨੇ ਇੱਕ ਗੁਰੂ ਨਾਨਕ ਸਾਹਿਬ ਦਾ ਉਹ ਸਾਰਿਆਂ ਨੂੰ ਪਤਾ ਬਟਾਲੇ ਹੋਇਆ ਹਾਂਜੀ ਗੁਰੂ ਅੰਗਦ ਦੇ ਵਿਆਹ ਕਿੱਥੇ ਹੋਇਆ ਕਿਤੇ ਨਹੀਂ ਆਉਂਦਾ ਜ਼ਿਕਰ ਗੁਰੂ ਅਮਰਦਾਸ ਜੀ ਦਾ ਵਿਆਹ ਕਿੱਥੇ ਹੋਇਆ ਜ਼ਿਕਰ ਨਹੀਂ ਆਉਂਦਾ ਗੁਰੂ ਰਾਮਦਾਸ ਜੀ ਦਾ ਵਿਆਹ ਹੋਇਆ ਉਹ ਸਾਰਿਆਂ ਨੂੰ ਪਤਾ ਗੋਇੰਦਵਾਲ ਹੋਇਆ ਹਾਂਜੀ ਗੁਰੂ ਅਰਜਨ ਦੇਵ ਜੀ ਅਸੀਂ ਅੱਜ ਕਿਹਾ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਕਿੱਥੇ ਹੋਇਆ ਇਹ ਵੀ ਕਿਧਰੇ ਜ਼ਿਕਰ ਨਹੀਂ ਆਉਂਦਾ ਲੇਕਿਨ ਫਿਰ ਅੱਗੋਂ ਗੁਰੂ ਤੇਗ ਬਹਾਦਰ ਦਾ ਸਭ ਨੂੰ ਪਤਾ ਵਿਆਹ ਕਿੱਥੇ ਹੋਇਆ ਉਹ ਜ਼ਿਕਰ ਆਉਂਦਾ ਵੀ ਕਰਤਾਰਪੁਰ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਕਿੱਥੇ ਹੋਇਆ ਸਾਰਿਆਂ ਨੂੰ ਪਤਾ ਗੁਰੂ ਦਾ ਲਾਹੌਰ ਹਾਂਜੀ ਕਈ ਗੁਰੂ ਸਾਹਿਬ ਦੇ ਬਾਰੇ ਬਟ ਇਟ ਇਜ਼ ਗੁੱਡ ਕਿ ਜਿਹਨੂੰ ਕੋਈ ਇਨਫੋਰਮੇਸ਼ਨ ਹੈ
ਉਹ ਇਨਫੋਰਮੇਸ਼ਨ ਕਲਾਸ ਵਿੱਚ ਦੱਸਦੇ ਨੇ। ਮੈਂ ਨੈਕਸਟ ਵੀਕ ਉਹ ਉਹਨਾਂ ਦਾ ਲੀਫਲੈਟ ਛੋਟਾ ਜਿਹਾ, ਬਹੁਤ ਛੋਟਾ ਜਿਹਾ ਆ, ਉਹਦੇ ਵਿੱਚ ਉਹਨਾਂ ਨੇ ਥੋੜੀ ਸਾਖੀ ਕੀਤੀ, ਉਹ ਮੈਂ ਤੁਹਾਨੂੰ ਦਿਖਾਵਾਂਗਾ ਨੈਕਸਟ ਵੀਕ। ਮੇਰੇ ਕੋਲ ਪਿਆ ਲੀਫਲੈਟ, ਉਹ ਮੈਂ ਨੈਕਸਟ ਵੀਕ ਤੁਹਾਨੂੰ ਦਿਖਾ ਦਾਂਗਾ। ਲੀਫਲੈਟ ਦੇ ਵਿੱਚ ਉਹਨਾਂ ਪ੍ਰੋਪਰ ਲਿਖਿਆ ਹੈ। ਹਾਂਜੀ, and thanks to Minder and thanks to Paramjit। ਉਹਨਾਂ ਨੇ ਬਹੁਤ ਸਾਰੀਆਂ ਧਰਮ ਸਥਾਨ ਵੀ ਗੁਰੂ ਅਰਜਨ ਦੇਵ ਜੀ ਦੇ ਕ੍ਰੈਡਿਟ ਤੇ ਜਾਂਦੇ ਨੇ। ਔਰ ਮੈਂ ਇਸ ਕਲਾਸ ਵਿੱਚ ਬੜੀ ਵਾਰੀ ਤੁਹਾਨੂੰ ਇੰਪ੍ਰੈਸ ਅਪੋਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਛੋਟੀ ਜਿਹੀ ਚੀਜ਼ ਵੀ ਬਣਾਉਣੀ ਹੋਵੇ। ਹੁਣ ਤੁਸੀਂ ਧਿਆਨ ਨਾਲ ਨਵਤੇਜ ਜੀ ਸੋਚੋ, ਤੁਹਾਨੂੰ ਇੱਥੇ ਇਸ ਮੁਲਕ ਦੇ ਵਿੱਚ ਕਿਸੇ ਨੂੰ ਬਹੁਤਾ ਐਕਸਪੀਰੀਅੰਸ ਨਹੀਂ ਹੈ, ਕਿਉਂਕਿ ਇੱਥੇ ਤੁਸੀਂ ਬਣੇ ਬਣਾਏ ਮਕਾਨ ਖਰੀਦ ਲੈਂਦੇ ਹੋ। ਪਰ ਜੇ ਤੁਸੀਂ ਇੰਡੀਅਨ ਸਿਚੁਏਸ਼ਨ 'ਚ ਜਾਓ, ਜਿੱਥੇ ਤੁਹਾਡੇ ਪੂਰਵਜਾਂ ਨੇ ਜਾਂ ਤੁਸੀਂ ਜਾਂ ਕਿਸੇ ਰਿਸ਼ਤੇਦਾਰ ਨੇ ਮਕਾਨ ਬਣਾਉਣਾ ਹੋਵੇ, ਜ਼ਮੀਨ ਖਰੀਦੋ, ਫਿਰ ਠੇਕੇਦਾਰ ਲੱਭੋ, ਫਿਰ ਠੇਕੇਦਾਰ ਤੁਹਾਨੂੰ ਟਾਈਮ ਦੇਗਾ ਜੀ, ਸਾਲ ਲੱਗੇਗਾ, ਉਹ 10 ਕੁ ਸਾਲਾਂ ਵਿੱਚ ਮਕਾਨ ਕੰਪਲੀਟ ਕਰ ਦੇਗਾ। ਮਤਲਬ ਜਿੰਨਾ ਕੁ ਟਾਈਮ ਲਗਾਉਂਦੇ ਨੇ, ਜਿੰਨਾ ਕੁ ਤੁਹਾਨੂੰ ਖੱਜੋ ਖੁਆਰ ਕਰਦੇ ਨੇ। ਪਰ ਗੁਰੂ ਅਰਜਨ ਦੇਵ ਜੀ ਨੇ 18 ਸਾਲ ਦੀ ਉਮਰ 'ਚ ਗੁਰਗੱਦੀ ਸੰਭੀ। 43 ਈਅਰ ਦੀ ਏਜ ਵਿੱਚ ਜੋਤੀ ਜੋਤ ਸਮਾ ਗਏ। 25 ਸਾਲਾਂ ਦੇ ਵਿੱਚ ਪੰਜਾਬ ਦਾ ਦੌਰਾ ਵੀ ਕੀਤਾ, 12 ਸਾਲ। ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਬਣਾਈ ਪੂਰੇ 4 ਸਾਲ ਲਗਾ ਕੇ। ਪਰ ਉਹਨਾਂ ਨੇ ਹੋਰ ਕਈ ਸ਼ਹਿਰ ਵੀ ਵਸਾਏ। ਸ਼ਹਿਰ ਵਸਾਣਾ ਕੋਈ, ਮੈਂ ਕਹਿ ਰਿਹਾ, ਕੋਈ ਛੋਟੀ ਮੋਟੀ ਗੱਲ ਥੋੜੀ ਹੈ। ਸ਼ਹਿਰ ਵਸਾਉਂਦਾ ਇਹ ਨਹੀਂ ਕਿ ਕਿੱਟ ਰੱਖ ਦਿੱਤੀ ਤੇ ਸ਼ਹਿਰ ਵਸ ਗਿਆ। ਸ਼ਹਿਰ ਵਸਾਉਣ ਤੋਂ ਬਾਅਦ ਜਸਵੀਰ, ਉੱਥੇ ਲੋਕਾਂ ਨੂੰ ਇਨਵਾਈਟ ਕਰਨਾ ਕਿ ਇੱਥੇ ਆ ਕੇ ਦੁਕਾਨਾਂ ਖੋਲੋ, ਇੱਥੇ ਆ ਕੇ ਰਹੋ। ਇਹ ਜਦ ਤੱਕ ਤੁਸੀਂ ਖੁਦ ਵੱਡੇ ਨਹੀਂ ਹੋ, ਜਦ ਤੱਕ ਤੁਸੀਂ ਖੁਦ ਮਸ਼ਹੂਰ ਨਹੀਂ ਹੋ, ਲੋਕੀ ਕਿਉਂ ਆਉਣਗੇ ਉੱਥੇ? 1500 ਇਹ ਬਹੁਤ ਇੰਪੋਰਟੈਂਟ ਡੇਟ ਹੈ। ਮੈਨੂੰ ਕੌਣ ਦੱਸ ਸਕਦਾ? ਵੈਰੀ ਇੰਪੋਰਟੈਂਟ ਕੰਸਟਰਕਸ਼ਨ ਹੀ ਸਟਾਰਟਡ ਇਨ 1588। ਤਰਨਤਾਰਨ ਸਾਹਿਬ। ਕੀ ਕਿਹਾ ਤੁਸੀਂ ਬਲਦੇਵ? ਤਰਨਤਾਰਨ ਸਾਹਿਬ। ਨਵਤੇਜ? ਅੰਮ੍ਰਿਤਸਰ ਗੋਲਡਨ ਟੈਂਪਲ ਜਿਹਨੂੰ ਆਪਾਂ ਕਹਿੰਦੇ ਗੋਲਡਨ ਟੈਂਪਲ ਕੌਣ? ਅੰਮ੍ਰਿਤਸਰ ਨਹੀਂ, ਇਟ ਇਜ਼ ਗੋਲਡਨ ਟੈਂਪਲ ਅੰਮ੍ਰਿਤਸਰ। ਇਹ 1588 ਹਰਮੰਦਰ ਸਾਹਿਬ ਦਾ ਨਕਸ਼ਾ, ਹਰਮੰਦਰ ਸਾਹਿਬ ਦੀ ਕੰਸਟਰਕਸ਼ਨ, ਮੀਆਂ ਮੀਰ ਨੂੰ ਬੁਲਾਣਾ, ਇਹ 1588 ਤੋਂ ਇਹ ਡੇਟ ਤੁਹਾਨੂੰ ਯਾਦ ਰਹਿਣੀ ਚਾਹੀਦੀ ਹੈ। ਔਰ ਨੈਚੁਰਲੀ ਫਿਰ ਅਗਰ ਵਾਕਈ ਇਤਿਹਾਸ ਠੀਕ ਹੈ, 16 ਈਅਰਸ ਲੱਗੇ ਨੇ ਹਰਮੰਦਰ ਸਾਹਿਬ ਨੂੰ ਕੰਪਲੀਟ ਹੁੰਦੇ ਆ, ਕਿਉਂਕਿ 1604 ਵਿੱਚ ਫਿਰ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ। ਸੋ ਅਗਰ ਅਸੀਂ 1588 ਤੋਂ 1604 ਤੱਕ ਜਾਈਏ ਤੇ 16 ਸਾਲ ਹੋ ਗਏ। ਹੁਣ ਜੋ ਬਲਦੇਵ ਜੀ ਨੇ ਕਿਹਾ ਉਹ 1596 ਹੈ। ਉਹ ਇੱਥੋਂ 8 ਸਾਲ ਬਾਅਦ ਉਹ ਫਿਰ ਇੱਧਰ ਗਏ ਨੇ, ਉੱਥੇ ਉਹਨਾਂ ਨੇ ਤਰਨਤਾਰਨ ਸਾਹਿਬ ਦੀ ਨੀਂਹ ਰੱਖੀ ਹੈ। ਚਲੋ ਮੈਂ ਇਹ ਡੇਟ ਤੇ ਤੁਹਾਨੂੰ ਡੇਟ ਤੋਂ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਤਰਨਤਾਰਨ ਤੋਂ ਪਹਿਲਾਂ ਇੱਕ ਉਹਨਾਂ ਨੇ ਬਹੁਤ ਵੱਡੇ ਸ਼ਹਿਰ ਦੀ ਨੀਂਹ ਧਰੀ, ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਸ਼ਾਦੀ ਹੋਈ, ਜਿੱਥੇ ਇੱਕ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਜੰਮਿਆ ਤੇ ਉੱਥੇ ਉਹਦੀ ਡੈਥ ਹੋਈ। ਗੁਰਦੀਪ ਦਾ ਤਾਂ ਬਹੁਤ ਉੱਚਾ ਖੜਾ। ਹਾਂਜੀ ਗੁਰਦੀਪ ਜੀ। ਕਰਤਾਰਪੁਰ। ਚਲੋ ਬੋਲੋ ਕਰਤਾਰਪੁਰ ਦੇ ਬਾਰੇ, ਹੋਰ ਕੀ ਤੁਹਾਨੂੰ ਪਤਾ? ਉੱਥੇ ਸੂਰਜਮਲ ਦਾ ਵੀ ਤੇ ਜਨਮ ਹੋਇਆ ਸੀਗਾ। ਉੱਥੇ ਗੁਰੂ ਜਨਮ ਨਹੀਂ, ਅੱਛਾ ਉਹਦਾ ਉੱਥੇ ਸ਼ਾਦੀ ਹੋਈ ਸੀ ਸੂਰਜਮਲ ਦੀ। ਸੂਰਜਮਲ ਦੀ ਸ਼ਾਦੀ ਹੋਈ। ਹੋਰ ਕਿਹੜੇ ਗੁਰੂ ਦੀ ਸ਼ਾਦੀ ਹੋਈ? ਗੁਰੂ ਤੇਗ ਬਹਾਦਰ ਜੀ। ਸੋ 2 ਗੁਰੂਆਂ ਦੀ ਸ਼ਾਦੀ ਹੋਈ ਉੱਥੇ। ਸੌਰੀ, ਇੱਕ ਗੁਰੂ ਦੀ ਸ਼ਾਦੀ ਹੋਈ, ਇੱਕ ਉਹਨਾਂ ਦੇ ਭਰਾ ਦੀ ਸ਼ਾਦੀ ਹੋਈ। ਗੁਰੂ ਤੇਗ ਬਹਾਦਰ ਤੇ ਸੂਰਜਮਲ ਦੋਨਾਂ ਦੀ ਸ਼ਾਦੀ ਕਰਤਾਰਪੁਰ ਹੋਈ। ਸੋ ਦੈਟ ਇਜ਼ ਇੰਪੋਰਟੈਂਟ ਨੰਬਰ 1। ਦੂਜੀ ਇੰਪੋਰਟੈਂਟ ਚੀਜ਼ ਇਹ ਹੈ ਕਿ ਧੀਰਮਲ, ਹੁਣ ਧੀਰਮਲ ਕੌਣ ਹੈ? ਬਬਲੀ 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 ਹਾਂਜੀ, ਮੈਂ ਇਹਨੂੰ ਉਠਾ ਦੇਣਾ, ਸੌਣ ਲੱਗਦੀ ਹੈ। ਧੀਰਮਲ ਕੌਣ ਹੈ? ਉਹਨਾਂ ਦਾ
ਦੇਖੋ ਕਰਦੇ ਪਾਸ ਕਹਦੇ ਪਾਸ ਨਹੀਂ, ਪਰ ਮੈਨੂੰ ਯਾਦ ਹੈ, ਪਰ ਆਉਂਦਾ ਨਹੀਂ ਪਿਆ ਦਿਮਾਗ ਵਿੱਚ, ਦਿਮਾਗ 'ਚ ਨਹੀਂ ਆਉਂਦਾ। ਦਿਮਾਗ ਹੀ ਨਹੀਂ ਹੈਗਾ ਤੇ। ਹਾਂਜੀ ਪਰਮਜੀਤ। ਬਾਬਾ ਗੁਰਦਿੱਤਾ ਦਾ ਮੁੰਡਾ। ਤੇਰਮਲ ਬਾਬਾ ਗੁਰਦਿੱਤਾ ਦਾ ਲੜਕਾ ਵੱਡਾ। ਹਾਂਜੀ ਗੁਰੂ ਹਰਗੋਬਿੰਦ ਸਾਹਿਬ ਦਾ ਕੀ ਲੱਗਾ? ਪੁੱਤਰ। grandson Grandson। ਤੇ ਗੁਰੂ ਹਰਗੋਬਿੰਦ ਦਾ ਗੁਰੂ ਅਰਜਨ ਦੇਵ ਜੀ ਦਾ ਕੀ ਲੱਗਾ? great grandson ਗ੍ਰੇਟ ਗ੍ਰੈਂਡਸਨ। ਹੁਣ ਧਿਆਨ ਰੱਖਣਾ ਇਹਦਾ, ਅਗਲਾ ਕੁਐਸਚਨ ਮੈਂ ਪੁੱਛਣਾ। ਸੋ ਤੇਰਮਲ ਦਾ ਜਨਮ ਕਰਤਾਰਪੁਰ ਹੋਇਆ, ਤੇਰਮਲ ਦੀ ਡੈਥ ਵੀ ਕਰਤਾਰਪੁਰ ਦੀ ਹੈ। ਇੱਥੇ ਇੱਕ ਯਾਦ ਰੱਖਣਾ, ਜਦੋਂ ਗੁਰੂ ਹਰਗੋਬਿੰਦ ਸਾਹਿਬ ਇੱਥੇ ਸਨ, ਜੇ ਨਾ ਤੁਹਾਨੂੰ ਯਾਦ ਹੈ ਤਾਂ ਵੀ ਵੈਰੀ ਵੈਰੀ ਗ੍ਰੇਟਫੁਲ। ਇੱਕ ਉਹਨਾਂ ਦੇ ਬਹੁਤ ਬਲਵਾਨ ਬੰਦੇ ਨੇ, ਬਲਵਾਨ ਵੀ ਸੀ ਪਰ ਧਾਰਮਿਕ ਵੀ ਸੀ। ਗੁਰੂ ਗ੍ਰੰਥ ਸਾਹਿਬ ਦੀ ਕਾਪੀ ਬਣਾਉਣੀ ਸ਼ੁਰੂ ਕੀਤੀ ਸੀ। ਉਹ ਕੌਣ ਸੀ? ਹਾਂਜੀ ਵਜ਼ੀਰ ਜੀ। ਵਿਧੀ ਚੰਦ ਜੀ। ਵਿਧੀ ਚੰਦ, ਵੈਰੀ ਵੈਰੀ ਗੁੱਡ। ਵਿਧੀ ਚੰਦ, ਜੇ ਤੁਹਾਨੂੰ ਸਾਖੀ ਆਂਦੀ ਹੋਵੇ, ਜਿਹਨੇ ਘੋੜੇ ਜਿਹੜੇ ਉਹਨਾਂ ਕੋਲ ਚੋਰੀ ਹੋ ਗਏ ਸਨ, ਉਹ ਇੱਥੇ ਲਾਹੌਰ ਉਹਨਾਂ ਦੇ ਅਸਤਬਲ ਦੇ ਵਿੱਚੋਂ, ਸਟੇਬਲ ਦੇ ਵਿੱਚੋਂ ਉਹ ਲੈ ਕੇ ਚਲਾ ਗਿਆ ਸੀ ਗੁਰੂ ਸਾਹਿਬ ਦੇ ਕੋਲ। ਵਿਧੀ ਚੰਦ ਵਾਸ ਏ ਗ੍ਰੇਟ ਵਾਰੀਅਰ। ਉਹ ਗੁਰੂ ਹਰਗੋਬਿੰਦ ਸਾਹਿਬ ਦਾ ਬਹੁਤ ਵੱਡਾ ਸਿਪਾਹ ਸਲਾਰ ਸੀ। ਕਰਤਾਰਪੁਰ ਦੀ ਜੰਗ ਦੇ ਵਿੱਚ ਗੁਰੂ ਸਾਹਿਬ, ਵਿਧੀ ਚੰਦ ਤੇ ਗੁਰੂ ਤੇਗ ਬਹਾਦਰ ਜੀ, ਇਹ ਫੌਜ ਨੂੰ ਲੀਡ ਇਹਨਾਂ ਨੇ ਕੀਤਾ ਸੀ। ਵਿਧੀ ਚੰਦ ਨੇ ਫਿਰ ਇੱਕ ਵਾਰੀ ਗੁਰੂ ਸਾਹਿਬ ਨੂੰ ਦਰਖਾਸਤ ਕੀਤੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਕਾਪੀ ਬਣਾਉਣਾ ਚਾਹੁੰਦਾ। ਬਲਦੇਵ ਤੁਹਾਨੂੰ ਕੁਐਸਚਨ ਪੁੱਛ ਲਾ ਕਾਪੀ ਤੋਂ। ਹਾਂਜੀ ਹਾਂਜੀ। ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋਈ ਸੀ, ਤੇ ਉਦੋਂ ਵੀ ਇੱਕ ਇਮੀਡੀਏਟ ਇੱਕ ਕਾਪੀ ਬਣੀ ਸੀ। ਉਹ ਕਿਹਨੇ ਬਣਾਈ ਸੀ? ਉਹ ਜਦੋਂ ਬਾਈਂਡ ਕਰਨ ਵਾਸਤੇ ਭੇਜੀ ਸੀ। ਹਾਂ ਕੌਣ ਸੀ? ਭਾਈ ਤੁਹਾਡੇ ਕੋਲ ਹੀ ਬੈਠੀ ਕੁੜੀ, ਪੁੱਛ ਲਓ। ਬੰਨੋ। That is correct, ਭਾਈ ਬੰਨੋ। ਸੋ ਹੁਣ ਇੱਥੇ ਕਰਤਾਰਪੁਰ ਸਾਹਿਬ ਦੀ ਇਹ ਵੀ ਇੰਪੋਰਟੈਂਟ ਹੈ ਕਿ ਇੱਥੇ ਉਹਨੇ ਬਾਬਾ ਜੀ ਬੀੜ ਦਾ ਉਤਾਰਾ ਸ਼ੁਰੂ ਕੀਤਾ, ਕਿਉਂਕਿ ਓਰੀਜਨਲ ਤਾਂ ਤੇਰਮਲ ਕੋਲ ਸੀ। ਪਰ ਤੇਰਮਲ ਨੂੰ ਫਿਰ ਥੋੜੀ ਜਿਹੀ ਖੜਕ ਲੱਗ ਗਈ ਕਿ ਇਹ ਤੇ ਗਲਤ ਹੋ ਰਿਹਾ। ਉਹ ਤੇ ਚਾਹੁੰਦਾ ਹੀ ਨਹੀਂ ਸੀ ਨਾ ਬੀੜ ਕਿਸੇ ਕੋਲ ਜਾਏ, ਤੇ ਕਾਪੀ ਬਣ ਗਈ ਤੇ ਇਹਦਾ ਮਤਲਬ ਗਈ। ਸੋ ਉਹਨੇ ਅੱਧੀ ਕੋ ਕਾਪੀ ਬਣੀ ਸੀ, ਫਿਰ ਉਹਨੇ ਨਹੀਂ ਇਜਾਜ਼ਤ ਦਿੱਤੀ ਬੀੜ ਨੂੰ ਅੱਗੇ ਦੁਬਾਰਾ ਲਿਖਣ ਦੀ। ਸੋ ਕਰਤਾਰਪੁਰ ਇਸ ਇੰਪੋਰਟੈਂਟ। ਫਿਰ ਗੁਰੂ ਸਾਹਿਬ ਛੇਟੇ ਗਏ। ਛੇਟੇ ਦਾ ਤੇ ਅਸੀਂ ਵੀ ਬੜੇ ਦਰਸ਼ਨ ਕੀਤੇ ਨੇ। ਛੇਟੇ ਦਾ ਜਿਹੜਾ ਨਾਂ ਹੈ ਛੇਹੱਟਾ, ਛੇਖੂ ਹੈ ਜੀ। ਦਵਿੰਦਰ ਦੱਸਣਾ ਚਾਹੁੰਦੀ ਹੈ ਇਹ ਕਾਹਦੇ ਤੇ ਹੈ ਨਾਂ ਛੇਹੱਟਾ? ਗੁਰੂ ਹਰਗੋਬਿੰਦ ਸਿੰਘ ਜੀ ਜਦੋਂ ਗੁਰੂ ਹਰਗੋਬਿੰਦ ਜੀ ਜਦੋਂ ਬੌਰਨ ਹੋਏ, ਉਦੋਂ ਉਹਨਾਂ ਨੇ ਇਹ ਖੂਹ ਬਣਾਇਆ ਸੀਗਾ ਉਹਨਾਂ ਨੇ। ਨਹੀਂ ਉਹ ਤਾਂ ਠੀਕ ਹੈ, ਪਰ ਇਹ ਛੇਹੱਟਾ ਦਾ ਮਤਲਬ ਕੀ ਹੈ? ਛੇ ਜੇ ਹੱਟ ਹੁੰਦੇ ਆ ਨਾ, ਟਿੰਡਾਂ ਹੁੰਦੀਆਂ ਆ, ਇਹ 6 ਟਿੰਡਾਂ ਦਾ ਬਣਾਇਆ ਸੀ ਉਹਨਾਂ ਨੇ। ਇਹ ਕਿਹੜੇ ਮੁਲਕ ਨੂੰ ਤੋਂ ਉਹਨਾਂ ਨੇ ਲਿਆਂਦਾ ਸੀ? ਕਿਹੜੇ ਮੁਲਕ ਦਾ ਨਾਂ ਹੈ? ਕਿਹੜੇ ਮੁਲਕ 'ਚ ਬਣਿਆ ਜਾਂ ਲਿਆਂਦਾ ਉਹਨਾਂ ਨੇ? ਏਦਾਂ ਨਹੀਂ ਪਤਾ ਕਿਸੇ ਨੂੰ ਪਤਾ? ਛੇਹੱਟਾ ਕਿਹੜੇ ਮੁਲਕ ਦਾ ਨਾਂ ਹੈ? ਪਰਸ਼ੀਅਨ ਵੇਲਸ ਨੇ। ਪਰਸ਼ੀਅਨ ਕਿਹਾ ਜਾਂਦਾ ਇਹਨਾਂ ਨੂੰ। ਮੈਨੂੰ ਨਹੀਂ ਪਤਾ ਹੁਣ ਪਰਸ਼ੀਅਨ ਦਾ ਮੀਨਸ ਪਰਸ਼ੀਆ ਤੋਂ ਆਇਆ, ਜਾਂ ਪਰਸ਼ੀਆ ਵਾਲੇ ਕਿਸੇ ਨੇ ਪ੍ਰੈਜ਼ੈਂਟ ਕੀਤਾ, ਜਾਂ ਇਹਦਾ ਨਾਂ ਹੀ ਸ਼ੁਰੂ ਤੋਂ ਪਰਸ਼ੀਅਨ ਵੇਲ ਸੀ। ਪਰ 6 ਜੋ ਕਿਹਾ ਦਵਿੰਦਰ ਨੇ, ਪਾਣੀ ਕੱਢਣ ਵਾਸਤੇ ਪਾਣੀ ਦੀ ਬੜੀ ਉੱਥੇ ਸ਼ਾਰਟੇਜ ਸੀ। ਇੱਕ ਬੋਲੀ ਵੀ ਬਣਾਈ ਹੈ ਗੁਰੂ ਅਰਜਨ ਦੇਵ ਜੀ ਨੇ। ਕਿੱਥੇ ਬਣਾਈ ਹੈ? ਇੱਕ ਬੋਲੀ ਸਾਹਿਬ। ਇੱਕ ਤਾਂ ਬੋਲੀ ਬਣਾਈ ਨਾ ਗੋਇੰਦਵਾਲ ਗੁਰੂ ਅਮਰਦਾਸ ਨੇ। ਹੋਰ ਵੀ ਕਈ ਬੋਲੀਆਂ ਹੋਣਗੀਆਂ, ਕਿਉਂਕਿ ਹਰ ਗੁਰੂ ਘਰ ਵਿੱਚ ਉਸ ਵੇਲੇ ਦੇ ਬੋਲੀ ਖੂਹ ਹੁੰਦੇ ਸਨ ਜਾਂ ਬੋਲੀ ਹੁੰਦੀ ਸੀ। ਬੋਲੀ ਤੇ ਕੁਝ ਕੀ ਫਰਕ ਹੈ? ਖੂਹ ਚੋਂ ਪਾਣੀ ਕੱਢਿਆ ਜਾਂਦਾ ਜੀ, ਬੋਲੀ ਤੁਸੀਂ ਆਪ ਚਲੇ ਜਾਂਦੇ ਆ। ਬੋਲੀ ਉਹ ਖੂਹ ਹੈ ਜਿਸ 'ਚ ਪੌੜੀਆਂ ਤੁਸੀਂ ਆਪ ਨਾ। ਹਾਂਜੀ ਇੰਨਾ ਹੀ ਫਰਕ ਹੋਇਆ, ਮੈਂ ਗਲਤ ਨਹੀਂ ਹੈ ਨਾ? ਹਾਂਜੀ ਉਹਦੇ ਵਿੱਚ ਤੁਸੀਂ ਥੱਲੇ ਨਹੀਂ ਜਾ ਸਕਦੇ, ਪਰ ਜੇ ਤੁਸੀਂ ਖੂਹ ਤੱਕ ਪਹੁੰਚਦੇ ਤੇ ਪੌੜੀਆਂ ਬਣ ਜਾਣ। ਹੋਰ ਵੀ ਕੋਈ ਡਿਫਰੈਂਸ ਹੋਣਗੇ, ਪਰ ਇਟ ਇਜ਼ ਵਨ ਆਫ ਦ ਡਿਫਰੈਂਸਸ ਕਿ ਉਹ ਮੇਜਰ ਇਹ ਆ ਜੀ। ਅੱਛਾ, ਕਿ ਤੁਸੀਂ ਪਾਣੀ ਤੱਕ ਪਹੁੰਚ ਸਕਦੇ ਹੋ। ਸੋ ਇੱਕ ਬੋਲੀ, ਕਿਉਂਕਿ ਮੈਨੂੰ ਯਾਦ ਹੈ ਮੈਂ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਦੇਖਣ ਗਿਆ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਰਹਿੰਦੇ ਸਨ,
ਉੱਥੇ ਵੀ ਬੋਲੀ ਹੈ ਹਾਂਜੀ ਜਾਂ ਖੂਹ ਹੈ, ਮੈਂ ਦੇਖਿਆ ਖੁਦ, ਪਰ ਉੱਥੇ ਵੀ ਤੁਸੀਂ ਥੱਲੇ ਉਤਰ ਸਕਦੇ ਸੀ। ਗੁਰੂ ਅਰਜਨ ਦੇਵ ਜੀ ਨੇ ਵੀ ਇੱਕ ਬੋਲੀ ਬਣਾਈ ਹੈ, ਜਿਹੜੀ ਫਿਰ ਬਾਬਰ ਦੇ ਵਕਤ ਦੇ ਵਿੱਚ ਢਾ ਦਿੱਤੀ ਗਈ ਹੈ, ਜਾਂ ਕਿਸੇ ਹੋਰ ਮੁਗਲ ਬਾਦਸ਼ਾਹ ਨੇ ਢਾ ਦਿੱਤੀ ਹੈ। ਉਹ ਬੋਲੀ ਕਿੱਥੇ ਬਣਾਈ ਉਹਨਾਂ ਨੇ? ਤੁਸੀਂ ਕਿਹਾ ਬਾਬਰ ਦੇ ਟਾਈਮ? ਹੈ ਬਾਬਰ ਦੇ ਟਾਈਮ ਗੁਰੂ ਅਰਜਨ ਦੇਵ ਨੇ ਬਣਾਈ ਸੀ ਬੋਲੀ? ਨਾ ਬਣਾ ਦਿੱਤੀ ਤੇ ਬਾਬਰ ਦੇ ਬਾਬਰ ਤੇ ਪਹਿਲਾਂ ਸੀ ਨਾ, ਬਾਬਰ ਹਮਾਯੂੰ। ਚਲੋ ਬਾਬਰ, ਮੈਂ ਕਿਹਾ ਕੋਈ ਮੁਗਲ ਸੀ ਜਿਹਨੇ ਢਾਈ ਸੀ। ਮੁਗਲ, ਹਾਂਜੀ। ਅੰਮ੍ਰਿਤਸਰ, ਲਾਹੌਰ ਦੀ, ਲਾਹੌਰ, ਬਿਲਕੁਲ ਠੀਕ, ਲਾਹੌਰ, ਜਿੱਥੇ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ ਕੀ ਲੱਗੇ ਗੁਰੂ ਅਰਜਨ ਦੇ ਉਹਨਾਂ ਦੇ father ਫਾਦਰ। ਸੋ ਉਹਨਾਂ ਨੇ ਆਪਣੇ ਫਾਦਰ ਦੇ ਜਨਮ ਸਥਾਨ ਤੇ ਇੱਕ ਬੋਲੀ ਬਣਾਈ ਸੀ। ਸੋ ਇਹ ਵੀ ਉਹਨਾਂ ਦੀ ਕੰਸਟਰਕਸ਼ਨ ਵਰਕ ਦੇ ਵਿੱਚ ਹਰਮੰਦਰ ਸਾਹਿਬ, ਕਰਤਾਰਪੁਰ, ਤਰਨਤਾਰਨ ਸਾਹਿਬ, ਛੇਹਰਟਾ ਸਾਹਿਬ, ਬੋਲੀ, ਰਾਮਸਰ, ਇਹ ਸਾਰੀਆਂ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਆਪਣੇ ਵਕਤਾਂ ਦੇ ਵਿੱਚ ਕੰਪਲੀਟ ਕੀਤੀਆਂ ਸੀ। ਹੋਰ ਬੜਾ ਕੁਝ ਤੁਸੀਂ ਪੜ੍ਹ ਸਕਦੇ ਹੋ, ਪਰ ਜਿੰਨਾ ਕੋਈ ਸਾਡੇ ਕੋਲ ਟਾਈਮ ਹੁੰਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕੋਈ ਨਾ ਕੋਈ ਅਸੀਂ ਨਵੀਂ ਚੀਜ਼ ਕਰੀਏ। ਔਰ ਮੈਂ ਚਾਹੁੰਦਾ ਵੀ ਅੱਜ ਬਹੁਤਾ ਟਾਈਮ ਅਸੀਂ ਆਪਣੀ ਕਨਸੈਪਟ ਨੂੰ ਦਈਏ। ਜਿਹੜੇ ਸਾਰੇ ਅੱਜ ਤੁਸੀਂ ਸੁਣਿਆ ਤਿਆਰ ਹੋ ਕੇ ਆਏ ਹੋ, ਸੋ ਫਿਰ ਦੇਖਣਗੇ ਵਜ਼ੀਰ ਜੀ ਤੁਸੀਂ ਕੀ ਬੋਲਦੇ ਹੋ। ਅਹਿਮਦ ਸ਼ਾਹ ਅਬਦਾਲੀ, ਮੈਂ ਗੁਰਦੀਪ ਤੋਂ ਸ਼ੁਰੂ ਕਰਦਾ, ਕੌਣ ਸੀ ਤੇ ਕਿੱਥੋਂ ਆਇਆ? ਅਫਗਾਨਿਸਤਾਨ ਤੋਂ ਆਇਆ ਸੀਗਾ। ਹੀ ਵਾਸ ਇਨਵੇਡਰ ਆਫ ਇੰਡੀਆ। ਓਕੇ, ਕਿੰਨੇ ਅਟੈਕ ਉਹਨੇ ਇੰਡੀਆ ਤੇ ਕੀਤੇ? 6 ਜਾਂ 8 ਕੀਤੇ ਸੀ ਡਾਕਟਰ ਸਾਹਿਬ। 9 ਕੀਤੇ ਸੀ। 9 ਅਟੈਕ ਸੀਗੇ। ਪਬਲਿਕ ਆਪਣੀ ਵਾਰੀ ਨਹੀਂ ਬੋਲਦੀ, ਪਰ ਹੋਰ ਕਿਸੇ ਵਾਰੀ ਬੋਲ ਕੇ ਠੀਕ ਜਵਾਬ ਦੇ ਦਿੰਦੀ ਆ। ਇੱਕ ਅਟੈਕਰ ਸੀ ਜਿਹਨੇ 17 ਅਟੈਕ ਕੀਤੇ ਨੇ ਮੁਸਲਮਾਨ, ਉਹ ਕੌਣ ਆ? ਗਜ਼ਨੀ, ਗਜ਼ਨੀ। ਮਹਿਮੂਦ ਗਜ਼ਨੀ, ਬਲਦੇਵ ਮਹਿਮੂਦ ਗਜ਼ਨੀ। ਮਹਿਮੂਦ ਗਜ਼ਨੀ, ਉਹ ਪਹਿਲਾ ਰਿਕਾਰਡਡ ਮੁਸਲਿਮ ਅਟੈਕ ਹੈ ਇੰਡੀਆ ਤੇ, ਮਹਿਮੂਦ ਗਜ਼ਨੀ। ਹੁਣ ਚੁੱਕੇ ਅਸੀਂ, ਮੈਂ ਇਹਨੂੰ ਇੰਨਾ ਵਾਈਡ ਨਹੀਂ ਕਰਨਾ ਚਾਹੁੰਦਾ, ਵੈਸੇ ਤਾਂ ਮੇਰਾ ਜੀ ਕਰਦਾ ਸੀ ਮੈਂ ਸਾਰਾ ਤੁਹਾਨੂੰ ਇੱਕ ਮਹਿਮੂਦ ਗਜ਼ਨੀ ਦੇ ਵੇਲੇ ਤੇ ਲੈ ਜਾ, ਤੇ ਉਸ ਵੇਲੇ ਤਾਂ ਹਿੰਦੁਸਤਾਨ ਦੀ ਹਾਲਤ ਕੀ ਸੀ, ਪਰ ਵਿਲ ਕਮ ਟੂ ਦੈਟ ਸਮਡੇ। ਮੀਰ ਮਨੂੰ ਦੇ ਵੇਲੇ ਔਰ ਜਸਟ ਬਿਫੋਰ ਮੀਰ ਮਨੂੰ, ਪਰਮਜੀਤ ਜੀ, ਅਹਿਮਦ ਸ਼ਾਹ ਅਬਦਾਲੀ ਆਇਆ। ਉਹ ਦਿੱਲੀ ਤੱਕ ਗਿਆ। ਦਿੱਲੀ ਜਾ ਕੇ ਕਮਾਰਉদ্দিਨ ਦਾ ਉਹਨੇ ਮਾਰ ਦਿੱਤਾ। ਔਰ ਕਮਾਰਉদ্দিਨ ਮੀਰ ਮਨੂੰ ਦਾ ਪਿਓ ਹੈ। ਕਮਾਰਉদ্দিਨ ਉਸ ਵੇਲੇ ਦਿੱਲੀ ਦਾ ਪ੍ਰਾਈਮ ਮਿਨਿਸਟਰ ਸੀ। ਤੁਸੀਂ ਬਾਦਸ਼ਾਹਾਂ ਨੂੰ ਭੁੱਲ ਜਾਓ ਨਾ, ਉਹ ਤੇ ਕੋਈ ਬਾਦਸ਼ਾਹ ਦਾ ਤਾਂ ਨਾਂ ਹੀ ਨਹੀਂ ਕਿਹਾ ਫਿਰ, ਕਿਉਂਕਿ ਦੇ ਵਰ ਸੋ ਇਡੀਅਟ ਵਰਡ ਨਹੀਂ ਹੈ, ਮਤਲਬ ਦੇ ਵਰ ਸੋ ਵੀਕ। ਸੋ ਉਸ ਵੇਲੇ ਉੱਥੇ ਜਿਹੜੀ ਮੇਨ ਡੋਰ ਸੀ ਉਹ ਕਮਾਰਉদ্দিਨ ਦੇ ਹੱਥ ਵਿੱਚ ਸੀ। ਜਿਸ ਵੇਲੇ ਇਹਨੂੰ ਬੁਲਾਇਆ ਗਿਆ, ਇਹ ਆਇਆ, ਸ਼ਾਹ ਨਵਾਜ਼ ਨੇ ਇਹਨੂੰ ਬੁਲਾਇਆ ਸੀ ਅਹਿਮਦ ਸ਼ਾਹ ਅਬਦਾਲੀ ਨੂੰ। ਪੰਜਾਬ ਤੋਂ ਤਾਂ ਲੰਘਣਾ ਸੀ, ਪੰਜਾਬ ਤੋਂ ਲੰਘ ਕੇ ਦਿੱਲੀ ਗਿਆ। ਦਿੱਲੀ ਹੈ ਜੀ, ਉੱਥੇ ਲੜਾਈ ਹੋਈ, ਕਮਾਰਉদ্দিਨ ਮਾਰਿਆ ਗਿਆ। ਔਰ ਉਹਨੇ ਮਰਨ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਮੀਰ ਮਨੂੰ ਨੂੰ ਕਿਹਾ, ਹੁਣ ਤੂੰ ਪੰਜਾਬ ਚਲਾ ਜਾ ਤੇ ਪੰਜਾਬ ਦਾ ਗਵਰਨਰ ਤੂੰ ਬਣੇਗਾ। ਲੇਕਿਨ ਉਦੋਂ ਜਿਸ ਵੇਲੇ ਉਹਨੂੰ ਬਣਾਇਆ ਅਹਿਮਦ ਸ਼ਾਹ ਅਬਦਾਲੀ ਦੀ, ਉੱਥੇ ਵੀ ਮੀਰ ਮਨੂੰ ਨਾਲ ਟੱਕਰ ਹੋਈ। ਉੱਥੇ ਮੀਰ ਮਨੂੰ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਹਰਾ ਦਿੱਤਾ। ਤੇ ਯਾਦ ਰੱਖਣਾ, ਪਹਿਲੀ ਜੰਗ ਵਿੱਚ ਅਹਿਮਦ ਸ਼ਾਹ ਅਬਦਾਲੀ ਮੀਰ ਮਨੂੰ ਦੇ ਹੱਥੋਂ ਹਾਰਿਆ। ਫਿਰ ਆ ਗਿਆ ਥੋੜੀ ਦੇਰ ਬਾਅਦ ਸੈਕੰਡ ਅਟੈਕ। ਹੁਣ ਮੀਰ ਮਨੂੰ ਪੰਜਾਬ ਦਾ ਗਵਰਨਰ ਹੈ, ਫੁੱਲ ਫਲੈਜ ਗਵਰਨਰ। ਮੀਰ ਮਨੂੰ ਨੇ ਇਹਨੂੰ ਰੋਕ ਲਿਆ, ਬੜੀ ਲੜਾਈ ਹੋਈ, ਫਿਰ ਇਹਨਾਂ ਦੀ ਟ੍ਰੀਟੀ ਹੋ ਗਈ। ਅਹਿਮਦ ਸ਼ਾਹ ਅਬਦਾਲੀ ਵਾਪਸ ਚਲਾ ਗਿਆ। ਫਿਰ ਤੀਜੀ ਵਾਰੀ ਮੀਰ ਮਨੂੰ ਦੇ ਵਕਤ ਵਿੱਚ ਹੀ ਆਇਆ, ਇਹ ਪਿਛਲੇ ਵੀਕ ਤੱਕ ਅਸੀਂ ਪੜ੍ਹਿਆ ਸੀ। ਫਿਰ ਮੀਰ ਮਨੂੰ ਨਾਲ ਟਾਕਰਾ ਹੋਇਆ, ਮੀਰ ਮਨੂੰ ਹਾਰ ਗਿਆ। ਮੀਰ ਮਨੂੰ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਉਹ ਜਿਹੜੀ ਫਿਰ ਤੁਹਾਨੂੰ ਕੱਲ ਕਹਾਣੀ ਲਾਸਟ ਵੀਕ ਸੁਣਾਈ ਸੀ, ਉਹਨੇ ਉਹਨੂੰ ਪੁੱਛਿਆ ਤੇਰੇ ਨਾਲ ਕੀ ਸਲੂਕ ਕੀਤਾ ਗਿਆ। ਹੁਣ ਅਹਿਮਦ ਸ਼ਾਹ ਅਬਦਾਲੀ ਵਾਸ ਓਨਲੀ ਐਨ ਇਨਵੇਡਰ
ਉਹ ਆਂਦਾ ਸੀ, ਲੁੱਟਦਾ ਸੀ, ਤੁਰ ਜਾਂਦਾ ਸੀ। ਸੋ ਇਸ ਡਿਫੀਟ ਤੋਂ ਬਾਅਦ ਉਹ ਖੁਸ਼ ਹੋ ਗਿਆ ਮੀਰ ਮਨੂੰ ਤੋਂ, ਜੋ ਵੀ ਮੀਰ ਮਨੂੰ ਦੇ ਜਵਾਬ ਸਨ, ਔਰ ਆਪਣੇ ਬੇਟੇ ਤੈਮੂਰ ਨੂੰ ਉਹ ਛੱਡ ਗਿਆ ਤੇ ਵਾਪਸ ਚਲਾ ਗਿਆ ਕਾਬਲ। ਹੁਣ ਜਰਾ ਧਿਆਨ ਨਾਲ ਦੇਖਣਾ ਪੰਜਾਬ ਦੇ ਵਿੱਚ ਕੌਣ ਕੌਣ ਹੈ। ਰਾਜ ਕਿਹਦਾ ਹੈ ਇਸ ਵੇਲੇ? ਰਾਜ ਮੁਗਲਾਂ ਦਾ ਜੀ। ਰਾਜ ਹਾਲੇ ਵੀ ਮੁਗਲਾਂ ਦਾ। ਜਿਸ ਵੇਲੇ ਅਸੀਂ ਅਬਦਾਲੀ ਦੀ ਗੱਲ ਕਰਦੇ ਆ, ਇਹ ਕੌਣ ਹੈ? ਇਹ ਅਫਗਾਨੀ ਨੇ। ਸੋ ਇਸ ਵੇਲੇ ਪੰਜਾਬ ਦੇ ਵਿੱਚ ਰਾਜ ਕਰਨ ਵਾਲੇ 3 ਨੇ, ਮੁਗਲ, ਅਫਗਾਨ ਤੇ ਤੀਸਰੇ ਅਨਨੋਨ, ਜਿਨ੍ਹਾਂ ਵਿੱਚੋਂ ਸਭ ਤੋਂ ਇੰਪੋਰਟੈਂਟ ਸਿੱਖ ਨੇ। ਜਦੋਂ ਮੀਰ ਮਨੂੰ ਦੀ ਲੜਾਈ ਅਹਿਮਦ ਸ਼ਾਹ ਅਬਦਾਲੀ ਨਾਲ ਹੋ ਰਹੀ ਸੀ, ਤੀਸਰੀ ਲੜਾਈ, ਸਰਦਾਰਾਂ ਦਾ ਹੋਰ ਕੋਈ ਕੰਮ ਨਹੀਂ ਸੀ। ਇਹਨਾਂ ਦਾ ਸੀ ਜਿੱਤ ਦਾ ਸਿਹਰਾ ਉਹਨੂੰ ਪਏਗਾ ਜਿਹੜਾ ਲਾਹੌਰ ਵਾੜੇਗਾ, ਜਿਹੜਾ ਲਾਹੌਰ ਨੂੰ ਕੌਂਕਰ ਕਰੇਗਾ। ਇਹ ਲਾਹੌਰ ਚਲੇ ਜਾਂਦੇ ਸੀ, ਇਹ ਲਾਹੌਰ ਚਲੇ ਗਏ। ਉੱਥੇ ਅਹਿਮਦ ਸ਼ਾਹ ਅਬਦਾਲੀ ਨੇ ਮੀਰ ਮਨੂੰ ਨੂੰ ਛੱਡ ਦਿੱਤਾ। ਮੀਰ ਮਨੂੰ ਨੂੰ ਪਤਾ ਲੱਗਾ ਕਿ ਸਿੱਖ ਲਾਹੌਰ ਆ ਗਏ ਸਨ। ਲਾਹੌਰ ਮਤਲਬ ਬੜੀ ਪ੍ਰੈਸਟੀਜ ਜਗ੍ਹਾ ਸੀ, ਕੈਪੀਟਲ ਸੀ ਔਰ ਪ੍ਰੈਸਟੀਜ ਸੀ, ਬਾਕੀ ਸ਼ਹਿਰਾਂ ਨੂੰ ਕੋਈ ਪੁੱਛਦਾ ਨਹੀਂ ਸੀ। ਉਸ ਵੇਲੇ ਫਿਰ ਉਹਨੂੰ ਐਕਚੁਅਲੀ ਜਿਹੜਾ ਉਹਨੇ ਸਿੱਖਾਂ ਦਾ ਕਤਲੇਆਮ ਕੀਤਾ, ਉਹ ਉਹਦੇ ਬਾਅਦ ਕੀਤਾ ਕਿ ਲਾਹੌਰ ਕਿਉਂ ਆਏ। ਇਹਦੇ ਬਾਅਦ ਥੋੜੇ ਅਰਸੇ ਬਾਅਦ ਇਹਦੀ ਡੈਥ ਹੋ ਗਈ ਹੈ। ਇਹਦੀ ਵਾਈਫ ਜਿਹੜੀ ਆ, ਮੁਗਲਾਨੀ ਨਾਂ ਹੈ ਉਹਦਾ। ਪੰਜਾਬ ਦੇ ਵਿੱਚ ਹੁਣ ਕਈ 10 ਗਵਰਨਰ ਬਦਲੇ ਨੇ ਇਹਦੇ ਬਾਅਦ। ਅਨਾਰਕੀ ਕਹਿੰਦੇ ਹੋ ਜਿਹਨੂੰ ਅੰਗਰੇਜ਼ੀ 'ਚ, ਕੋਈ ਰੂਲ ਹੀ ਨਹੀਂ ਸੀ, ਲੋਕੀ ਲੁੱਟ-ਪੁੱਟ ਰਹੇ ਸਨ। ਇੱਕ ਤੁਹਾਡੇ ਧਰਮ ਦੇ ਵਿੱਚ ਇੱਕ ਨਾਂ ਆਉਂਦਾ ਰਾਖੀ ਸਿਸਟਮ, RAKHI। ਜੇ ਤੁਸੀਂ ਇਮਤਿਹਾਨ ਦਿਓ ਨਾ, ਇਮਤਿਹਾਨਾਂ ਵਿੱਚ ਸਵਾਲ ਆਉਂਦਾ ਹੁੰਦਾ, ਵਾਟ ਡੂ ਯੂ ਮੀਨ ਬਾਈ ਰਾਖੀ ਸਿਸਟਮ? ਔਰ ਰਾਖੀ ਸਿਸਟਮ ਕਿੰਨੇ ਸ਼ੁਰੂ ਕੀਤਾ ਸੀ? ਮਹਿੰਦਰ ਜੀ, ਰਾਖੀ ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਪ੍ਰੋਟੈਕਸ਼ਨ। ਉਸ ਵੇਲੇ ਕੋਈ ਪੁਲਿਸ ਨਹੀਂ ਸੀ ਹੁੰਦੀ, ਕੋਈ ਆਰਮੀ ਨਹੀਂ ਸੀ। ਆਰਮੀ ਕਿਰਾਏ ਦੀ ਆਰਮੀਆਂ ਹੁੰਦੀਆਂ ਸਨ, ਸਿਰਫ ਬਾਦਸ਼ਾਹ ਦੀ ਆਪਣੀ ਹੁੰਦੀ ਸੀ। ਕਿਸੇ ਦੀ ਕੋਈ ਕਿਸੇ ਨੂੰ ਸੰਭਾਲਣ ਵਾਲਾ ਹੈ ਹੀ ਨਹੀਂ ਸੀ, ਜਿਹਨੂੰ ਮਰਜ਼ੀ ਲੁੱਟ ਲਓ। ਉਸ ਵੇਲੇ ਇਹ ਜਿਹੜੇ ਕੀ ਕਹਿੰਦੇ ਨੇ, ਰਾਹ ਜਾਂਦੇ ਜਿਹੜੇ ਲੋਕਾਂ ਨੂੰ ਲੁੱਟ ਲੈਂਦੇ ਸਨ, ਕੀ ਕਹਿੰਦੇ ਸਨ ਉਹਨਾਂ ਨੂੰ? ਡਾਕੂਆਂ ਦਾ ਰਾਜ ਸੀ। ਸੋ ਉਸ ਵੇਲੇ ਸਿੱਖਾਂ ਨੇ ਇਹ ਰਾਖੀ ਸਿਸਟਮ ਸ਼ੁਰੂ ਕੀਤਾ ਸੀ। ਪਿੰਡਾਂ 'ਚ ਜਾ ਕੇ ਸਿੱਖਾਂ ਦਾ ਉਂਝ ਵੀ ਬੜਾ ਉਸ ਵੇਲੇ ਸਟੇਟਸ ਸੀ। ਸਾਰੇ ਚਾਹੁੰਦੇ ਸਨ ਲਾਹੌਰ ਸਿੱਖ ਆ ਕੇ ਉੱਤੇ ਕਬਜ਼ਾ ਕਰਕੇ ਰੂਲ ਕਰਨ, ਕਿਉਂਕਿ ਜਦੋਂ ਵੀ ਰੂਲ ਕਰਦੇ ਸਨ ਇਹ ਲੋਕਾਂ ਵਿੱਚ ਗਿਫਟ ਵੰਡਦੇ ਸਨ, ਉਹਨਾਂ ਨੂੰ ਸਹੂਲਤਾਂ ਦਿੰਦੇ ਸਨ, ਉਹਨਾਂ ਨੂੰ ਆਰਾਮ ਦਿੰਦੇ ਸਨ। ਐਨੀਵੇ, ਹੁਣ ਦੁਬਾਰਾ 1753 ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਚੌਥਾ ਅਟੈਕ ਹੈ, ਉਹ ਆਇਆ ਪੰਜਾਬ 'ਚ। ਹੋਰ ਤੇ ਕਿਧਰੇ ਜਾ ਹੀ ਨਹੀਂ ਸੀ ਨਾ ਸਕਦੇ। They have to come to Punjab to go anywhere else. ਪੰਜਾਬ ਤੋਂ ਬਾਅਦ ਉਹ ਸਿੱਧਾ ਦਿੱਲੀ ਗਿਆ। ਜਿਹੜੀ ਮੁਗਲਾਨੀ ਸੀ, ਮਨੂੰ ਦੀ ਵਾਈਫ, ਉਹਨੇ ਬੁਲਾਇਆ ਸੀ ਇਹਨੂੰ। ਇਸ ਵਾਰੀ ਉਹਨੇ ਕਿਹਾ ਸੀ ਕਿ ਜਿਤਨੇ ਨੋਬਲ ਸਰਦਾਰ ਨੇ, ਜਿਨ੍ਹਾਂ ਕੋਲ ਬਹੁਤ ਧਨ ਹੈ, ਪੈਸਾ, ਮੈਂ ਤੁਹਾਨੂੰ ਸਾਰਿਆਂ ਦੇ ਡੇਰੇ ਤੇ ਲੈ ਜਾਵਾਂਗੀ। ਉਹ ਕਹਿੰਦੇ ਨੇ she kept her promise। ਅਬਦਾਲੀ ਆਇਆ, ਮੁਗਲਾਨੀ ਉਹਨਾਂ ਨੂੰ ਸਾਰੇ ਵੱਡੇ ਜਿਹੜੇ ਨੋਬਲ ਸਨ, ਅਮੀਰ ਕਹਿੰਦੇ ਸਨ ਉਹਨਾਂ ਨੂੰ, AMIR। ਔਰ ਜਿਹੜਾ ਅੱਜ ਡਿਸਕਸ਼ਨ ਹੋਣੀ ਹੈ ਨਾ ਮੇਰੀ ਤੇ ਮੇਰੀ, ਇਹ ਵਰਡ ਅਰੇਬਿਕ ਉੱਥੋਂ ਹੀ ਆਇਆ, ਅਮੀਰ। ਉਹ ਸਾਰੇ ਉਹਨਾਂ ਅਮੀਰਾਂ ਦੇ ਘਰ ਵਿੱਚ ਲੈ ਕੇ ਗਈ ਔਰ ਉਹਨੇ ਚੰਗਾ ਧਨ ਲੁੱਟਿਆ। ਔਰ ਉਹ ਗਿਣਤੀ, ਜੇ ਤੁਸੀਂ ਗਿਣਤੀ ਵੀ ਲਿਖੀ ਹੋਈ ਹੈ, ਇੰਨੇ ਹਜ਼ਾਰ ਹਾਥੀ, ਇੰਨੇ ਹਜ਼ਾਰ ਘੋੜੇ, ਇੰਨੇ ਹਜ਼ਾਰ ਲੜਕੀਆਂ, ਇੰਨੇ ਟਨ ਸੋਨਾ, ਉਹ ਲੈ ਕੇ ਹੁਣ ਕਾਬਲ ਨੂੰ ਚੱਲਿਆ। ਪੰਜਾਬ ਵਿੱਚੋਂ ਤਾਂ ਲੰਘਣਾ ਸੀ, ਉੱਥੇ ਸਿੱਖ ਪੈ ਗਏ ਉਹਨੂੰ। ਅੱਧਾ ਧਨ, ਅੱਧੇ ਹਾਥੀ, ਜਿਹਨੇ ਵੀ ਛੁਡਾ ਸਕਦੇ ਸਨ। ਇੱਥੇ ਕਹਿੰਦੇ ਨੇ ਬਲਦੇਵ ਸਿੰਘ ਜੀ, ਉਹਨੂੰ ਇੰਨਾ ਰੂਹ ਚੜਿਆ, ਇੰਨਾ ਜਿਸ ਵੇਲੇ ਉਹਦਾ ਕੋਈ ਪੈਸਾ
ਸਿੱਖਾਂ ਨੇ ਲੁੱਟ ਲਿਆ, ਕੁੜੀਆਂ ਨੂੰ ਬਚਾ ਲਿਆ, ਉਹ ਸਿੱਧਾ ਹਰਿਮੰਦਰ ਸਾਹਿਬ ਗਿਆ ਔਰ ਉਹਨੇ ਬਰੂਦ ਨਾਲ ਹਰਿਮੰਦਰ ਸਾਹਿਬ ਨੂੰ ਬਚਾਇਆ। ਹੁਣ ਇੱਥੇ ਤੁਸੀਂ ਨਾਮ ਸੁਣਿਆ ਹੋਣਾ ਬਾਬਾ ਦੀਪ ਸਿੰਘ ਸ਼ਹੀਦ ਦਾ, ਨਾਮ ਸੁਣਿਆ ਸਾਰਿਆਂ ਨੇ? ਹਾਂਜੀ ਤੂੰ ਸੁਣਿਆ ਪਰਮਜੀਤ ਬਾਬਾ ਦੀਪ ਸਿੰਘ ਸ਼ਹੀਦ? ਹਾਂਜੀ ਅੰਮ੍ਰਿਤਸਰ ਗਈ ਹੈ? ਹਾਂਜੀ 1994 ਚ ਨਹੀਂ, ਬਾਬਾ ਦੀਪ ਸਿੰਘ ਦਾ ਜਿੱਥੇ ਹੈ, ਜਿੱਥੇ ਉੱਥੇ ਨਹੀਂ ਮੈਂ ਗਈ ਡਾਕਟਰ ਜੀ, ਉਹਨਾਂ ਦੇ ਗੁਰਦੁਆਰੇ ਨਹੀਂ ਮੈਂ ਗਈ, ਨਹੀਂ। ਉਹ ਤਾਂ ਪ੍ਰਕਰਮਾ ਚ ਹੀ ਹੈ। ਪਰਕਰਮਾ ਵਿੱਚ ਹੀ ਹੈ ਜਿੱਥੇ ਉਹਨਾਂ ਦਾ ਪਰਿਕਰਮਾ ਦੇ ਵਿੱਚ ਤੇ ਹੈ ਨਾ ਉਹਨਾਂ ਦਾ, ਜਿੱਥੇ ਉਹਨਾਂ ਨੇ ਸ਼ੀਸ਼ੇ ਚ ਲਗਾਇਆ ਉਹਨਾਂ ਦਾ। ਅਸੀਂ ਉੱਥੇ ਬਹੁਤ ਥੋੜਾ ਟਾਈਮ ਰਹੇ, ਮੈਨੂੰ ਲੱਗਦਾ ਅੱਧਾ ਘੰਟਾ ਰਹੇ, ਬਹੁਤ ਚਿਰ ਨਹੀਂ ਰਹੇ ਡਾਕਟਰ ਜੀ। ਇੱਕ ਇਹ ਮਹਿੰਦਰ ਜਾਂ ਵਜ਼ੀਰ ਜੀ ਦੱਸਣਗੇ, ਰੋਡ ਦੇ ਉੱਤੇ ਵੀ ਇੱਕ ਜਗ੍ਹਾ ਕਹਿੰਦੇ ਜਦੋਂ ਵੀ ਕੋਈ ਟਰਾਂਸਪੋਰਟ ਜਾਂਦੀ ਹੈ ਨਾ, ਕੋਈ ਟੈਕਸੀ, ਕੋਈ ਕਾਰ, ਕੋਈ ਬੱਸ, ਉੱਥੇ ਖੜੀ ਕਰਦੇ ਨੇ, ਹਾਂਜੀ ਉੱਥੇ ਮੱਥਾ ਟੇਕਦੇ ਨੇ। ਉਹ ਕਹਿੰਦੇ ਨੇ ਉਹ ਜਗ੍ਹਾ ਵੀ ਬਾਬਾ ਦੀਪ ਸਿੰਘ ਦੀ ਆ ਜੀ। ਮੈਂ ਉਹ ਦਰਸ਼ਨ ਕੀਤੇ ਜੀ, ਜਿੱਥੋਂ ਉਹਨਾਂ ਨੇ ਸੀਸ ਉਹਨੇ ਲੈ ਕੇ ਉਹ ਚੱਲੇ ਸੀ ਉੱਥੇ। ਸਿੱਟਿਆ ਸੀਗਾ। ਉੱਥੇ ਸ਼ਾਇਦ ਉਹਨਾਂ ਨੂੰ ਜ਼ਖਮ ਪਿਆ ਸੀ ਸੀਸ ਦਾ, ਔਰ ਉੱਥੋਂ ਫਿਰ ਚੱਲੇ ਨੇ ਹਰਿਮੰਦਰ ਸਾਹਿਬ ਆ ਕੇ, ਫਿਰ ਉਹਨਾਂ ਨੇ ਉਹ ਸੀਸ ਉਹਨਾਂ ਦਾ ਡਿੱਗਾ, ਔਰ ਫਿਰ ਉਹਨਾਂ ਨੇ ਡਿੱਗਣ ਤੋਂ ਪਹਿਲਾਂ ਜਿਹੜੇ ਵੀ ਉਹਨਾਂ ਨੇ ਫੜੇ ਸਨ ਮੁਗਲ, ਉਹਨਾਂ ਕੋਲੋਂ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਸਫਾਈ ਕਰਾਈ ਹੈ। ਤੇ ਬਾਬਾ ਦੀਪ ਸਿੰਘ ਸ਼ਹੀਦ ਉਹ ਇੱਕ ਮਿਸਲ ਦੇ ਵੀ ਸਰਦਾਰ ਸਨ। ਜਿਸ ਵੇਲੇ ਮਿਸਲਾਂ ਬਣ ਗਿਆ ਨਾ, ਤੇ ਮਿਸਲ ਦੇ ਵੀ ਇੱਕ ਸਰਦਾਰ ਸਨ ਬਾਬਾ ਦੀਪ ਸਿੰਘ ਸ਼ਹੀਦ। ਉਹਨਾਂ ਦੇ ਬਾਅਦ ਲੀਡਰ ਬਣੇਗਾ ਤੁਹਾਡਾ ਜੱਸਾ ਸਿੰਘ ਆਹਲੂਵਾਲੀਆ, ਔਰ ਹਰਿਮੰਦਰ ਸਾਹਿਬ ਦੀ ਬੇਦਬੀ ਕਰਨ ਤੋਂ ਬਾਅਦ ਹੁਣ ਅਹਿਮਦ ਸ਼ਾਹ ਅਬਦਾਲੀ ਵਾਪਸ ਚਲਾ ਜਾਏਗਾ। ਇਹਦੇ ਬਾਅਦ ਫਿਰ ਉਹਦੇ 3 ਅਟੈਕ ਹੋਰ ਹੋਣਗੇ, 5ਵਾਂ 6ਵਾਂ ਤੇ 7ਵਾਂ, ਔਰ ਫਿਰ ਸੀ ਵੀ ਉਹਨਾਂ ਦੇ ਵਿੱਚ ਕੀ ਹੁੰਦਾ। ਇੱਕ ਅਟੈਕ ਦੇ ਵਿੱਚ ਤੇ ਫਿਰ ਵੱਡਾ ਘੱਲੂਘਾਰਾ ਵੀ ਹੋਣਾ। ਉਹ ਸਾਰਿਆਂ ਨੂੰ ਡੇਟ ਆਏਗੀ, ਉਹ ਮੇਰਾ ਖਿਆਲ ਹੈ 6th ਇਨਵੇਜਨ ਹੈ 1762 ਵਿੱਚ। ਸੋ ਜਿਹੜੀ ਚੀਜ਼ ਮੈਂ ਤੁਹਾਡੇ ਦਿਮਾਗ ਵਿੱਚ ਪਾਉਣਾ ਚਾਹੁੰਦਾ ਉਹ ਇਹ ਹੈ, ਅਸੀਂ ਪੰਜਾਬ ਦੀ ਹਿਸਟਰੀ ਪੜ੍ਹ ਰਹੇ ਹਾਂ। ਹੁਣ ਤੱਕ ਅਸੀਂ ਪੜ੍ਹਿਆ ਸੀ ਬਾਬਰ, ਹੁਮਾਯੂੰ, ਸੋ ਔਨ ਅਪ ਟੂ ਔਰੰਗਜ਼ੇਬ। ਫਿਰ ਅਸੀਂ ਸ਼ੁਰੂ ਕਰਤਾ ਪੜ੍ਹਨਾ ਅਬੂ ਸਾਮਦ, ਜ਼ਕਰੀਆ ਖਾਨ, ਯਹੀਆ ਖਾਨ। what is that? ਇੰਜ ਕਿਉਂ ਹੋਇਆ? ਗਵਰਨਰ ਸੀ ਉਸ ਟਾਈਮ। ਹਾਂਜੀ, ਗਵਰਨਰ ਸੀ ਨਾ ਪੰਜਾਬ ਦੇ ਉਸ ਟਾਈਮ। ਪਰ ਕਿਉਂ ਹੋਇਆ ਇੰਜ? ਤਾਂ ਸਾਡੇ ਪੜ੍ਹਨ ਦਾ ਹੀ ਫੋਕਸ ਇਹ ਤਬਦੀਲ। ਪਹਿਲਾਂ ਕਿਉਂ ਨਹੀਂ ਸੀ ਗਵਰਨਰ ਪੜ੍ਹੇ? ਪਹਿਲਾਂ ਕਿਉਂ ਨਹੀਂ ਸੀ ਪੰਜਾਬ ਦੇ ਗਵਰਨਰ ਪੜ੍ਹੇ? ਪਹਿਲਾਂ ਕਿਉਂ ਅਸੀਂ ਪੜ੍ਹਦੇ ਰਹੇ ਹਾਂ ਬਾਬਰ ਨੂੰ? ਪਹਿਲਾਂ ਕਿਉਂ ਅਸੀਂ ਪੜ੍ਹਦੇ ਰਹੇ ਹਾਂ ਹੁਮਾਯੂੰ ਨੂੰ? ਉਦੋਂ ਕਿਉਂ ਨਹੀਂ ਪੰਜਾਬ ਦੇ ਗਵਰਨਰ ਪੜ੍ਹਿਆ? ਨਵਤੇਜ ਜਵਾਬ ਦੇਗਾ, ਬੋਲ ਜੋ ਨਵਤੇਜ। ਕਿਉਂਕਿ ਇਸ ਤਰ੍ਹਾਂ ਸੀ ਕਿ ਜਿਹੜੀ ਉਹ ਪਾਵਰ ਜਿਹੜੀ ਪਹਿਲਾਂ ਦਿੱਲੀ ਵਿੱਚ ਸੀ, ਜਿੱਥੇ ਜਿਹੜੇ ਉਹ ਬਾਦਸ਼ਾਹ ਸੀਗੇ, ਉਹ ਫਿਰ ਬਾਦਸ਼ਾਹ ਜਿਹੜਾ ਉਹ ਰੰਗੀਲਾ ਜਿਹੜਾ ਸੀਗਾ ਉਹ ਵੀ ਕਾਫੀ ਵੀਕ ਸੀਗਾ, ਤੇ ਫਿਰ ਜਿਹੜੀ ਉਹ ਪਾਵਰ ਸ਼ਿਫਟ ਹੋ ਗਈ ਸਾਰੀ ਫਰੋਮ ਦਿੱਲੀ ਟੂ ਪੰਜਾਬ, ਫਿਰ ਉੱਥੇ ਗਵਰਨਰ ਬਣਨੇ ਸ਼ੁਰੂ ਹੋ ਗਏ। ਬਿਲਕੁਲ ਠੀਕ ਹੈ। ਨਹੀਂ, ਜੇ ਥੋੜਾ ਜਿਹਾ ਐਕਸਪੈਂਡ ਕਰੋਗੇ, ਸਾਰੀ ਪਾਵਰ ਪਹਿਲਾਂ ਅਪ ਟੂ ਔਰੰਗਜ਼ੇਬ ਦਿੱਲੀ ਸੀ, ਹੋਰ ਕਿਸੇ ਜਗ੍ਹਾ ਤੇ ਕੋਈ ਹਿਸਟਰੀ ਹੈ ਹੀ ਨਹੀਂ ਸੀ। ਅਗਰ ਪੰਜਾਬ ਦੇ ਵਿੱਚ ਵੀ ਸਿੱਖਾਂ ਨੂੰ ਮਾਰਨਾ ਤੇ ਉਹਦਾ ਫਰਮਾਨ ਦਿੱਲੀ ਤੋਂ ਹੀ ਆਉਂਦਾ ਸੀ, ਜਾਂ ਜਦ ਤੱਕ ਲਾਹੌਰ ਕੈਪੀਟਲ ਰਿਹਾ ਮੁਗਲਾਂ ਦਾ, ਲਾਹੌਰ ਤੋਂ ਆਉਂਦਾ ਸੀ, ਪਰ ਆਂਦਾ ਬਾਦਸ਼ਾਹ ਤੋਂ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਫਰਮਾਨ ਜਹਾਂਗੀਰ ਤੋਂ ਆਇਆ, ਉਦੋਂ ਲਾਹੌਰ ਸੀ। ਉਹ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਫਰਮਾਨ ਆਇਆ ਔਰੰਗਜ਼ੇਬ ਦਾ, ਉਹ ਦਿੱਲੀ ਸੀ। ਉਦੋਂ ਬਲਦੇਵ ਜੀ ਦੀ ਫੋਕਸ ਆਫ ਅਟੈਂਸ਼ਨ ਸਾਰੀ ਹਿਸਟਰੀ ਦਿੱਲੀ ਤੋਂ ਚਲਦੀ ਸੀ। ਗੱਲ ਅਸੀਂ ਹਿਸਟਰੀ ਦੀ ਕਰ ਰਹੇ ਹਾਂ, ਹਿਸਟਰੀ ਕਿੱਥੋਂ ਲਿਖੀ ਜਾਂਦੀ ਸੀ? ਪੰਜਾਬ ਦਾ ਗਵਰਨਰ ਤੇ ਉਦੋਂ ਵੀ ਸਨ, ਪਰ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਸੀ, ਉਹਨਾਂ ਦੀ ਕੋਈ ਤਾਕਤ ਹੀ ਨਹੀਂ ਸੀ, ਤਾਕਤ ਸਾਰੀ ਦਿੱਲੀ ਸੀ। ਔਰੰਗਜ਼ੇਬ ਦੀ ਡੈਥ ਤੋਂ ਬਾਅਦ ਦਿੱਲੀ ਦੀ ਤਾਕਤ ਜ਼ੀਰੋ ਹੋ ਗਈ। ਬਾਦਸ਼ਾਹ ਜਿਹੜਾ ਮੁਗਲ ਸੀ ਉੱਥੇ ਰੰਗੀਲਾ, ਉਹ ਬਿਲਕੁਲ ਜ਼ੀਰੋ ਹੋ ਗਿਆ। ਉਹਦਾ ਇਨਫਲੂਐਂਸ ਔਨ ਸਟੇਟ ਗਵਰਨਰ ਜ਼ੀਰੋ ਹੋ ਗਿਆ। ਸੋ ਨੈਚੁਰਲੀ ਜੇ ਗਵਰਨਰਾਂ ਕੋਲ ਜ਼ਮੀਨ ਤੇ ਅੱਗੇ ਵੀ ਸੀ,
ਪੈਸਾ ਅੱਗੇ ਵੀ ਸੀ, ਪਰ ਅੱਗੇ ਉਹ ਸਾਰੇ ਆਨਸਰੇਬਲ ਸਨ ਦਿੱਲੀ ਨੂੰ, ਹੁਣ ਦਿੱਲੀ ਨੂੰ ਕੋਈ ਆਨਸਰੇਬਲ ਨਹੀਂ ਰਿਹਾ। ਸਾਰੀ ਤਾਕਤ ਜਿਹੜੀ ਸੀ ਹੁਣ ਆ ਗਈ ਗਵਰਨਰ ਦੇ ਪੈਰਾਂ ਥੱਲੇ ਆ ਗਈ। ਸੋ ਨੈਚੁਰਲੀ ਅਸੀਂ ਇਹ ਪੜ੍ਹਨਾ ਸਿੱਖਾਂ ਦਾ ਤਲੱਕੀ ਸੀ ਮੁਗਲਾਂ ਨਾਲ। ਸੋ ਦਿੱਲੀ ਤੋਂ ਛੱਡ ਕੇ ਹੁਣ ਸਾਡੇ ਤੇ ਜ਼ੁਲਮ ਕਰਨ ਵਾਲੇ ਸਨ ਗਵਰਨਰ। ਸੋ ਵੀ ਸਟਾਰਟਡ ਰੀਡਿੰਗ ਦੈਟ। ਮੀਰ ਮਨੂ ਤੱਕ ਸਾਡਾ ਫੋਕਸ ਗਵਰਨਰ ਸੀ, ਪਰ ਮੀਰ ਮਨੂ ਤੋਂ ਬਾਅਦ ਗਵਰਨਰ ਦੀ ਪਾਵਰ ਵੀ ਖਤਮ ਹੋ ਗਈ। ਹੁਣ ਆ ਗਿਆ ਇਨਵੇਡਰ ਅਹਿਮਦ ਸ਼ਾਹ ਅਬਦਾਲੀ। ਹੁਣ ਪੰਜਾਬ ਦੀ ਕਮਾਂਡ ਸਾਰੀ, ਭਾਵੇਂ ਉਹ ਰਾਜਾ ਨਹੀਂ ਸੀ, ਗਵਰਨਰ ਵੀ ਨਹੀਂ ਸੀ, ਉਹ ਤੇ ਇੱਕ ਲੁਟੇਰਾ ਸੀ, ਪਰ ਸਾਰੀ ਤਾਕਤ ਉਸ ਵੇਲੇ ਪੈਸਾ ਤਾਕਤ ਜੋ ਕੁਝ ਸੀ ਉਹ ਅਹਿਮਦ ਸ਼ਾਹ ਅਬਦਾਲੀ ਕੋਲ ਸੀ। ਸੋ ਇਸ ਕਰਕੇ ਹੁਣ ਅਸੀਂ ਪੜ੍ਹ ਰਹੇ ਹਾਂ ਅਹਿਮਦ ਸ਼ਾਹ ਅਬਦਾਲੀ ਤੇ ਸਿੱਖ। ਇਸ ਤੋਂ ਪਹਿਲਾਂ ਪੜ੍ਹ ਰਹੇ ਸਾਂ ਪੰਜਾਬ ਦੇ ਗਵਰਨਰ ਤੇ ਸਿੱਖ, ਤੇ ਉਸ ਤੋਂ ਪਹਿਲਾਂ ਪੜ੍ਹ ਰਹੇ ਸਾਂ ਇੰਡੀਆ ਦੇ ਐਮਪਰਰ ਤੇ ਸਿੱਖ। ਸੋ ਅਗਲੇ ਵੀਕ ਅਸੀਂ 5th ਇਨਵੇਸ਼ਨ ਇਹਦਾ ਪੜਾਂਗੇ। ਹਾਂਜੀ, ਜੇ ਤੁਸੀਂ ਹੁਣ 12 ਮਾਹ ਦੇ ਬਾਰੇ ਗੱਲ ਕਰ ਲਓ ਨਵਤੇਜ ਸਿੰਘ ਜੀ। ਹਾਂਜੀ, ਫਿਰ ਅਸੀਂ ਹੁਕਮਨਾਮਾ ਇੱਕ ਕਰਕੇ ਤੇ ਵਜ਼ੀਰ ਜੀ ਦੀ ਵਜ਼ਾਰਤ ਖੋਲ ਦਿਆਂਗੇ। ਇਸ ਵੇਲੇ 10:30 ਨੇ, ਸਾਡੇ ਕੋਲ 45 ਮਿੰਟਸ ਹੈ ਨੇ। ਤੁਸੀਂ ਅਗਰ 5-7 ਮਿੰਟ ਵਿੱਚ ਆਪਣਾ 12 ਮਾਹ ਕਰ ਲਓ। ਅੱਜ ਹਾਂਜੀ। ਸਾਵਣ ਦਾ ਮਹੀਨਾ ਹੈ। ਠੀਕ ਹੈ, ਚਲੋ ਓਕੇ। ਸੋ ਸ਼ੁਰੂ ਕਰਾਂ ਡਾਕਟਰ ਜੀ? ਹਾਂਜੀ, ਪਲੀਜ਼ ਗੋ ਅਹੈਡ। ਓਕੇ, ਸੋ ਸਾਰਿਆਂ ਨੂੰ, ਜਿੱਦਾਂ ਡਾਕਟਰ ਜੀ ਨੇ ਕਿਹਾ, ਸਾਰਿਆਂ ਨੂੰ ਵਧਾਈਆਂ ਹੋਣ ਅੱਜ ਸਾਵਨ ਦੇ ਮਹੀਨੇ ਦੀਆਂ। ਤੇ ਜਿਸ ਤਰ੍ਹਾਂ ਅਸੀਂ ਪਿਛਲੇ ਮਹੀਨੇ ਗੱਲ ਕੀਤੀ ਸੀ ਕਿ ਪਿਛਲੇ ਮਹੀਨੇ ਹਾੜ ਦਾ ਮਹੀਨਾ ਸੀਗਾ, ਜਿਸ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਗਰਮੀ ਹੁੰਦੀ ਹੈ ਇੰਡੀਆ ਦੇ ਵਿੱਚ। ਤੇ ਉਸ ਮਹੀਨੇ ਦੇ ਵਿੱਚ, ਹਾੜ ਦੇ ਮਹੀਨੇ ਵਿੱਚ, ਕਿੰਨੇ ਜੀਵ ਮਰ ਜਾਂਦੇ ਨੇ ਗਰਮੀ ਕਰਕੇ। ਬਨਸਪਤੀ ਵੀ ਰਾਖ ਹੋ ਜਾਂਦੀ ਹੈ, ਉਹ ਵੀ ਮਰ ਜਾਂਦੀ ਹੈ। ਸੋ ਇਹ ਇੱਕ ਕੁਦਰਤ ਦਾ ਖੇਲ ਹੈਗਾ, ਤੇ ਕੁਦਰਤ ਨੇ ਆਪਣੇ ਅਸੂਲ ਬਣਾਏ ਹਨ ਕਿ ਕਿਸ ਤਰ੍ਹਾਂ ਜਿਹੜੀ ਦੁਨੀਆ ਦੀ ਪੋਪੂਲੇਸ਼ਨ ਹੈ, ਚਾਹੇ ਉਹ ਬਨਸਪਤੀ ਹੈ ਚਾਹੇ ਜੀਵ ਨੇ, ਕਿ ਉਹਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈਗਾ। ਤੇ ਜਿਨ੍ਹਾਂ ਨੇ ਅਸੀਂ ਬਾਇਓਲੋਜੀ ਪੜ੍ਹੀ ਹੋਈ ਹੈ, ਉੱਥੇ ਇਹਨੂੰ ਯੂਜ਼ ਕਰਦੇ ਨੇ ਫਰੇਜ਼ ਸਰਵਾਈਵਲ ਆਫ ਦ ਫਿਟੈਸਟ। ਤੇ ਅੱਜ ਦਾ ਮਹੀਨਾ ਜਿਹੜਾ ਹੈ ਸਾਵਨ, ਅੱਜ ਸ਼ੁਰੂ ਹੁੰਦਾ ਹੈ। ਤੇ ਸਾਵਨ ਆਮ ਤੌਰ ਤੇ ਬਰਸਾਤ ਵਾਲਾ ਮਹੀਨਾ ਹੁੰਦਾ ਹੈ, ਰੇਨੀ ਸੀਜ਼ਨ ਜਿਸ ਨੂੰ ਕਹਿੰਦੇ ਆ, ਕਿ ਜਿਹੜੀ ਉਹ ਬਨਸਪਤੀ ਸਾਰੀ ਜੋ ਸੁੱਕੀ ਪਈ ਹੁੰਦੀ ਹੈ ਉਹ ਹਰੀ ਭਰੀ ਹੋ ਜਾਂਦੀ ਹੈ, ਹਰਿਆਵਲੀ ਸਾਰੇ ਪਾਸੇ ਹੋ ਜਾਂਦੀ ਹੈ। ਤੇ ਸਾਰਾ ਜਿਹੜਾ ਹਰਿਆਵਲ ਸਾਰੇ ਪਾਸੇ ਉਹ ਜਿਹੜੀ ਗ੍ਰੀਨਰੀ ਹੈ ਉਹ ਬਲੌਸਮ ਹੁੰਦੀ ਹੈ, ਖਿੜ ਜਾਂਦੀ ਹੈ। ਸੋ ਇਸ ਦੇ ਖਿੜਨ ਦੇ ਨਾਲ ਜਿਹੜੇ ਜੀਵ ਹਨ ਉਹ ਵੀ ਖੁਸ਼ੀ ਮਹਿਸੂਸ ਕਰਨੀ ਸ਼ੁਰੂ ਕਰ ਦਿੰਦੇ ਨੇ ਗਰਮੀ ਦੇ ਨਾਲ। ਤੇ ਇਹ ਜਿਹੜੀ ਅੱਜ ਦੀ ਕੰਪੋਜੀਸ਼ਨ ਹੈ, ਜਿਹੜੀ ਸਾਵਨ ਦੀ ਕੰਪੋਜੀਸ਼ਨ ਹੈ ਗੁਰੂ ਅਰਜਨ ਦੇਵ ਦੀ, ਇਹਦੇ ਵਿੱਚ ਜਿਹੜਾ ਅੱਜ ਦਾ ਆਪਾਂ ਹੁਕਮਨਾਮਾ ਪੜ੍ਹਿਆ, ਜੋ ਡਾਕਟਰ ਜੀ ਨੇ ਸੈਟਰਡੇ ਬਾਰੇ ਪੜ੍ਹਿਆ, ਕਾਫੀ ਮਿਲਦਾ ਜੁਲਦਾ ਹੈਗਾ। ਤੇ ਇਸ ਕੰਪੋਜੀਸ਼ਨ ਵਿੱਚ ਕਹਿੰਦੇ ਹਨ ਆਪਣੇ ਗੁਰੂ ਅਰਜਨ ਦੇਵ ਜੀ ਕਿ ਜਿਹੜਾ ਸਾਵਨ ਦਾ ਮਹੀਨਾ ਹੈ ਉਸ ਦੇ ਵਿੱਚ ਜਿਹੜੇ ਜੀਵ ਹਨ, ਜਿਹੜੇ ਪ੍ਰਭੂ ਦੇ ਪਿਆਰ ਵਿੱਚ ਰੰਗੇ ਹੋਏ ਹਨ, ਉਹਨਾਂ ਨੂੰ ਅਸਲੀ ਖੁਸ਼ੀ, ਉਹੀ ਅਸਲੀ ਖੁਸ਼ੀ ਪ੍ਰਾਪਤ ਕਰਦੇ ਹਨ। ਕਿ ਉਹਨਾਂ ਦੀ ਤਾਂਘ ਬਸ ਇਹੀ ਰਹਿੰਦੀ ਹੈ ਕਿ ਮੈਂ ਪ੍ਰਭੂ ਨੂੰ ਕਦੋਂ ਮਿਲਾਂ, ਕਿ ਕਦੋਂ ਪ੍ਰਭੂ ਦੇ ਦਰਸ਼ਨ ਹੋਣ, ਕਦੋਂ ਪ੍ਰਭੂ ਸਾਨੂੰ ਕਦੋਂ ਉਹਨਾਂ ਦੀ ਆਸ਼ੀਰਵਾਦ ਮਿਲੇਗੀ, ਕਿ ਉਹ ਕਦੋਂ ਕਿਰਪਾ ਹੋਏਗੀ ਵਾਹਿਗੁਰੂ ਤੇ ਉਹਨਾਂ ਦੇ ਦਰਸ਼ਨ ਹੋ ਸਕਣ, ਕਿ ਸਾਨੂੰ ਫਿਰ ਅਸਲੀ ਜਿਸ ਨੂੰ ਆਨੰਦ ਕਹਿੰਦੇ ਹਨ ਉਹ ਮਿਲ ਸਕਦਾ ਹੈਗਾ। ਤੇ ਏਦਾਂ ਦੇ ਜਿਹੜੇ ਜੀਵ ਹਨ ਉਹਨਾਂ ਵਾਸਤੇ ਜਿਹੜੀ ਇਹ ਦੁਨਿਆਵੀ ਚੀਜ਼ਾਂ ਹਨ, ਮਾਇਆ ਜਿਸ ਦੀ ਆਪਾਂ ਗੱਲ ਕੀਤੀ ਅੱਜ, ਉਹ ਜਿਹੜਾ ਮਾਇਆ ਦੇ ਰੰਗ ਹਨ, ਉਹ ਜਿੱਦਾਂ ਇੱਥੇ ਅੱਜ ਡਿਸਕ੍ਰਾਈਬ ਕਰਦੇ ਨੇ ਗੁਰੂ ਜੀ, ਕਿ ਜਿਸ ਤਰ੍ਹਾਂ ਸਵਾਹ ਹੁੰਦੀ ਹੈ ਉਸੇ ਤਰ੍ਹਾਂ ਹੁੰਦੀ ਹੈ ਉਹਨਾਂ ਵਾਸਤੇ। ਤੇ ਸ਼ੁਰੂ ਕਰਦੇ ਆਪਾਂ ਫਿਰ। ਤੇ ਕਹਿੰਦੇ ਨੇ ਇਹਦੀ ਸਮਰੀ ਸੀਗੀ ਅੱਜ ਦੇ ਜਿਹੜਾ ਆਪਣੇ ਇਹ 12 ਮਾਹ ਦਾ ਜਿਹੜਾ ਸਾਵਨ ਦਾ ਮਹੀਨਾ। ਸੋ ਸ਼ੁਰੂ ਕਰੀਏ ਜੇ ਆਪਾਂ। ਕਹਿੰਦੇ ਸਾਵਨ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸੋ ਕਹਿੰਦੇ ਸਾਵਨ ਦੇ ਮਹੀਨੇ ਦੇ ਵਿੱਚ ਜਿਹੜੀ ਜੀਵ ਇਸਤਰੀ ਹੈ ਉਹ ਖੁਸ਼ ਹੋ ਜਾਂਦੀ ਹੈ, ਉਸਦਾ ਜੋ ਹਿਰਦਾ ਹੈ ਉਹ ਵੀ ਖਿੜ ਜਾਂਦਾ ਹੈ, ਕਿ ਜਿਸ ਤਰ੍ਹਾਂ ਬਨਸਪਤੀ ਖਿੜ ਜਾਂਦੀ ਹੈ। ਤੇ ਉਹ ਪ੍ਰਭੂ ਦੇ ਪਿਆਰ ਦੇ ਵਿੱਚ ਰੰਗੇ ਜਾਂਦੇ ਹਨ ਜਿਹੜੇ ਜੀਵ ਇਸਤਰੀਆਂ ਹੁੰਦੀਆਂ ਹਨ। ਫਿਰ ਕਹਿੰਦੇ ਹਨ ਮਨ ਤਨ ਰਤਾ ਸੱਚ ਰੰਗ ਏਕੋ ਨਾਮ ਆਧਾਰ। ਕਿ ਉਹ ਜੋ ਜੀਵ ਇਸਤਰੀ ਹੈ, ਉਹ ਜੀਵ ਇਸਤਰੀਆਂ ਹਨ ਕਿ ਉਹ ਪ੍ਰਭੂ ਦੇ ਨਾਮ ਦੇ ਵਿੱਚ ਰੰਗੀਆਂ ਹੋਈਆਂ ਹੁੰਦੀਆਂ ਹਨ। ਤੇ ਉਹਨਾਂ ਦਾ ਜਿਹੜਾ ਆਧਾਰ ਇੱਕੋ ਹੀ ਚੀਜ਼ ਹੈ ਕਿ ਉਹ ਪ੍ਰਭੂ ਦਾ ਨਾਮ, ਕਿ ਉਸ ਦਾ ਨਾਮ ਜਪਣਾ, ਉਸ ਦੇ ਰਾਹੀਂ ਉਹਨਾਂ ਨੂੰ ਖੁਸ਼ੀ ਮਿਲਦੀ ਹੈ, ਕਿ ਉਹ ਉਸ ਦੇ ਨਾਲ, ਉਹ ਪ੍ਰਭੂ ਦੇ ਨਾਲ ਪਿਆਰ ਦੇ ਵਿੱਚ ਰੰਗੇ ਰਹਿੰਦੇ ਹਨ। ਫਿਰ ਕਹਿੰਦੇ ਵਿਖਿਆ ਰੰਗ ਕੁੜਾਵਿਆ ਦਿਸਨ ਸਭ ਚਾਰ। ਸੋ ਕਹਿੰਦੇ ਕਿ ਜਿਹੜੇ ਜੀਵ ਉਹ ਜਿਹੜੇ ਪ੍ਰਭੂ ਦੇ ਨਾਲ ਜੁੜੇ ਹੁੰਦੇ ਹਨ, ਉਹ ਸਭ ਕੁਝ ਉਹਨਾਂ ਨੂੰ ਲੱਗਦਾ ਕਿ ਜਿਹੜੀ ਇਹ ਦੁਨਿਆਵੀ ਚੀਜ਼ਾਂ ਨੇ
ਇਹ ਸਭ ਕੁਝ ਟੈਂਪਰੇਰੀ ਹੈ, ਜਿੱਦਾਂ ਸਵਾਹ ਹੁੰਦੀ ਹੈ, ਕਿ ਉਹਨਾਂ ਨੂੰ ਪਤਾ ਕਿ ਜਿਹੜੀ ਚੀਜ਼ ਸਾਨੂੰ ਦਿਸਦੀ ਹੈ ਉਹ ਤਾਂ ਨਾਸ਼ ਹੋਣਾ ਹੀ ਹੋਣਾ ਹੈ। ਕਿ ਜਿਸ ਤਰ੍ਹਾਂ ਅਸੀਂ ਅੱਜ ਪੜ੍ਹਿਆ ਕਿ ਉਹ ਜੋ ਜੀਵ ਇਸਤਰੀਆਂ ਹਨ, ਉਹ ਨਾ ਉਹਨਾਂ ਨੂੰ ਘੋੜੇ ਚਾਹੀਦੇ ਹੈ, ਨਾ ਰਾਜ ਚਾਹੀਦਾ ਹੈ, ਨਾ ਉਹਨਾਂ ਨੂੰ ਰੱਥ ਚਾਹੀਦੇ ਨੇ, ਉਹਨਾਂ ਦਾ ਇਹ ਚੀਜ਼ਾਂ ਉਹਨਾਂ ਵਾਸਤੇ ਕੋਈ ਮਾਇਨਾ ਨਹੀਂ ਰੱਖਦੀਆਂ। ਫਿਰ ਕਹਿੰਦੇ ਹਨ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨਹਾਰ। ਕਿ ਜਿਸ ਤਰ੍ਹਾਂ ਉਹ ਆਪਣੇ ਜਦੋਂ ਮੇਘ ਪੈਂਦੀ ਹੈ, ਜਦੋਂ ਆਪਣੇ ਬਰਸਾਤ ਪੈਂਦੀ ਹੈ, ਉਹ ਜੋ ਬੂੰਦ ਹੁੰਦੀ ਹੈ ਉਹ ਬਹੁਤ ਸੁਹਾਵੀ ਲੱਗਦੀ ਹੈ। ਤੇ ਕਹਿੰਦੇ ਇਸੇ ਤਰ੍ਹਾਂ ਕਿ ਜਿਹੜੇ ਜੀਵ ਇਸਤਰੀਆਂ ਨੇ ਉਹਨਾਂ ਵਾਸਤੇ ਜੋ ਬੂੰਦ, ਨਾਮ ਦਾ ਬੂੰਦ ਹੈ, ਉਹ ਵੀ ਬਹੁਤ ਸੁਹਾਵਾ ਲੱਗਦਾ ਹੈ। ਫਿਰ ਕਹਿੰਦੇ ਵਣ ਤ੍ਰਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਕਿ ਜਿਹੜੀ ਬਨਸਪਤੀ ਹੈ ਉਹ ਹਰਿਆਵਲੀ ਹੋ ਜਾਂਦੀ ਹੈ, ਪਰ ਉਹ ਕਿਸ ਤਰ੍ਹਾਂ ਦਾ ਉਹ ਪ੍ਰਭੂ ਹੈ ਜੋ ਉਸ ਦੇ ਵਿੱਚ ਜਿਹੜੀ ਇੰਨੀ ਸ਼ਕਤੀ ਹੈ ਕਿ ਉਹ ਹਰਿਆਵਲੀ ਕਰ ਦਿੰਦਾ ਹੈ। ਸੋ ਕਹਿੰਦੇ ਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ, ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ, ਉਹ ਪ੍ਰਭੂ ਸਭ ਕੁਝ ਕਰਨੇ ਯੋਗ ਹੈ, ਉਸ ਦੇ ਵਿੱਚ ਇੰਨੀ ਸ਼ਕਤੀ ਹੈ। ਫਿਰ ਕਹਿੰਦੇ ਹਨ ਕਿ ਹਰ ਮਿਲਨੇ ਨੂੰ ਮਨ ਲੋਚਦਾ, ਕਰਮ ਮਿਲਾਵਨਹਾਰ। ਕਿ ਮੇਰਾ ਵੀ ਮਨ ਲੋਚਦਾ ਹੈ ਕਿ ਐਸੇ ਪ੍ਰਭੂ ਨੂੰ ਜਿਹਦੇ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਬਨਸਪਤੀ ਨੂੰ ਹਰਿਆਵਲੀ ਕਰ ਦਿੰਦਾ ਹੈ, ਕਿ ਵਾਹਿਗੁਰੂ ਕਿ ਹੇ ਪ੍ਰਭੂ ਮੇਰੇ ਤੇ ਕਿਰਪਾ ਕਰ, ਮੈਨੂੰ ਵੀ ਤੇਰੇ ਨਾਲ ਜੋੜ ਕੇ ਮੇਰਾ ਤੇਰੇ ਨਾਲ ਮਿਲਾਪ ਹੋ ਸਕੇ। ਜਿੰਨੀ ਸਖੀਏ ਪ੍ਰਭ ਪਾਇਆ, ਹੋਂ ਤਿਨ ਕੇ ਸਦ ਬਲਿਹਾਰ। ਕਿ ਮੈਂ ਉਹਨਾਂ ਜੀਵ ਇਸਤਰੀਆਂ ਨੂੰ ਬਲਿਹਾਰ ਜਾਣਦਾ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ। ਨਾਨਕ ਹਰ ਜੀ ਮਇਆ, ਕਰ ਸ਼ਬਦ ਸਵਾਰਨਹਾਰ। ਕਿ ਨਾਨਕ ਜੀ ਕਹਿੰਦੇ ਹਨ, ਹੇ ਪ੍ਰਭੂ ਮੇਰੇ ਉੱਤੇ ਮਿਹਰ ਕਰ, ਮੇਰੇ ਤੇ ਕਿਰਪਾ ਕਰ, ਕਿ ਸ਼ਬਦ ਦੇ ਰਾਹੀਂ ਕਿ ਮੈਨੂੰ ਵੀ ਮਾਇਆ ਤੋਂ ਮੁਕਤੀ ਮਿਲ ਸਕੇ, ਕਿ ਮੇਰੀ ਵੀ ਜੋ ਜਿੰਦ ਹੈ ਉਹ ਸਵਾਰਨ ਹੋ ਸਕੇ। ਫਿਰ ਕਹਿੰਦੇ ਹਨ, ਸਾਵਣ ਤਿੰਨਾ ਸੁਹਾਗਣੀ, ਜਿਨ ਰਾਮ ਨਾਮ ਉਹ ਰਹਾਰ। ਕਿ ਜਿਹੜਾ ਸਾਵਣ ਦਾ ਮਹੀਨਾ ਹੈ ਉਹ ਉਹਨਾਂ ਭਾਗਾਂ ਵਾਲਿਆਂ ਵਾਸਤੇ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ, ਜਿਸ ਤਰ੍ਹਾਂ ਹਾਰ ਅਸੀਂ ਹਾਰ ਪਾਉਂਦੇ ਹਾਂ, ਉਸੇ ਤਰ੍ਹਾਂ ਉਹਨਾਂ ਨੇ ਹਾਰ ਵਾਂਗੂ ਉਸ ਪ੍ਰਭੂ ਨੂੰ ਆਪਣੇ ਕੋਲ ਰੱਖਿਆ ਹੈ। ਸੋ ਕਹਿੰਦੇ ਉਹੀ ਜੀਵ ਇਸਤਰੀਆਂ ਹਨ ਜਿਨ੍ਹਾਂ ਨੂੰ ਅਸਲੀ ਆਨੰਦ ਮਾਣਦੇ ਹਨ। ਸੋ ਇਹਦੇ ਵਿੱਚ ਅਸੀਂ ਅੱਜ ਦਾ ਮਹੀਨਾ ਤੇ ਜੋ ਪਿਛਲਾ ਮਹੀਨਾ ਹੈ, ਉਸ ਤੋਂ ਅਸੀਂ ਅੰਡਰਸਟੈਂਡ ਕਰ ਸਕਦੇ ਹਾਂ ਕਿ ਚਾਹੇ ਹਾੜ ਹੈ, ਚਾਹੇ ਸਾਵਨ ਹੈ, ਕਿ ਜਿਹੜੀ ਜੀਵ ਇਸਤਰੀ ਉਹ ਪ੍ਰਭੂ ਦੇ ਪਿਆਰ ਨਾਲ ਰੰਗੀ ਹੋਈ ਹੈ, ਉਹ ਹਮੇਸ਼ਾ ਆਨੰਦ ਵਿੱਚ ਰਹਿੰਦੀ ਹੈ। ਤੇ ਉਹਨੂੰ ਜਿਹੜੇ ਇਹ ਮਹੀਨੇ ਹਨ, ਕਿ ਉਹ ਚਾਹੇ ਤਪਸ਼ ਪੈ ਰਹੀ ਹੈ, ਚਾਹੇ ਸਾਵਨ ਦਾ ਮਹੀਨਾ, ਉਹਦੇ ਵਾਸਤੇ ਇੱਕੋ ਹੀ ਚੀਜ਼ ਹੈ, ਆਨੰਦ ਵਿੱਚ ਹੀ ਰਹਿੰਦੀ ਹੈ ਉਹ ਜੀਵ ਇਸਤਰੀ। ਇਹ ਮੇਰੇ ਹਿਸਾਬ ਨਾਲ ਡਾਕਟਰ ਜੀ ਮੈਂ ਐਕਸਪਲੇਨ ਕੀਤਾ ਅੱਜ। ਵੈਰੀ ਗੁੱਡ, ਵੈਰੀ ਗੁੱਡ। ਸੋ ਜਿਹੜਾ ਵਾਕ ਹੈ ਇਹ ਸੁਰ ਮਹਲਾ ਪੰਜਵਾਂ ਦਾ ਕਿੰਨੇ ਕਰਨਾ? ਇਹਨੂੰ ਬਾਅਦ ਕਰ ਲਈਏ ਕਿ ਪਹਿਲਾਂ ਆਪਾਂ ਕਰ ਲਈਏ ਟੌਪਿਕ ਡਾਕਟਰ ਜੀ? ਮੇਰੇ ਖਿਆਲ ਇਹਨੂੰ ਕਰਕੇ ਬਾਕੀ ਫਿਰ ਜਿੰਨਾ ਟਾਈਮ ਹੈ ਉਹਨੂੰ ਲਿਖਾ ਠੀਕ ਹੈ ਓਕੇ। ਸੋ ਇਹ ਜੋ ਹੈਗਾ ਆਪਣਾ ਇਹ ਵੈਨਸਡੇ ਦਾ ਹੁਕਮਨਾਮਾ, ਤੇ 2 ਜਣੇ ਨੇ ਕਰਨਾ ਹੈਗਾ, ਡਾਕਟਰ ਗੁਰਦੀਪ ਨੇ ਤੇ ਆਪਣੇ ਦਵਿੰਦਰ ਭੈਣ ਜੀ ਨੇ। ਅੱਛਾ, 2 ਪਦੇ। ਹਾਂਜੀ 4 ਪਦੇ ਨੇ। ਹਾਂਜੀ 4 ਪਦੇ ਦਾ 2 ਪਦੇ ਦਾ ਸ਼ਬਦ ਹੈ। ਹਾਂਜੀ 2 ਪਦੇ ਕਰਨਗੇ। ਗੁਰਦੀਪ ਜੀ ਕਰੇ ਸ਼ੁਰੂ ਚ? ਹਾਂਜੀ ਸ਼ੁਰੂ ਕਰੋ। ਹਾਂਜੀ ਹੁਕਮ ਜੀ ਵੈਨਸਡੇ 13 ਤਰੀਕ ਦਾ ਅੰਗ 622 ਤੇ ਆਉਂਦਾ ਆ। ਗੁਰੂ ਅਰਜਨ ਦੇਵ ਜੀ ਹੁਣਾਂ ਦਾ ਸ਼ਬਦ। ਸੋਰਠ ਮਹਲਾ ਪੰਜਵਾਂ। ਠੰਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ, ਗੁਰਪੂਰੈ ਹੈ ਰਾਖੀ, ਸਰਨ ਸੱਚੇ ਕੀ ਤਾਕੀ। ਪਰਮੇਸ਼ਰ ਆਪ ਹੋਆ ਰਖਵਾਲਾ, ਸ਼ਾਂਤ ਸਹਿਜ ਸੁਖ ਖਿਨ ਮੈਂ ਉਪਜੇ, ਮਨ ਹੋਵਾ ਸਦਾ ਸੁਖਾਲਾ। ਇਹ ਰਹਾਉ ਦੀ ਪੰਕਤੀ ਆਉਂਦੀ ਆ। ਆਪਾਂ ਪਹਿਲਾਂ ਜੀ ਰਹਾਉ ਦੀ ਪੰਕਤੀ ਵੱਲ ਧਿਆਨ ਤਾਰੀਏ। ਪਰਮੇਸ਼ਰ ਹੋਵਾ ਰਖਵਾਲਾ, ਵੀ ਗੁਰੂ ਵਾਹਿਗੁਰੂ ਪਰਮੇਸ਼ਰ ਆਪ ਹੀ ਰੱਖਿਆ ਕਰਦਾ ਹੈ, ਆਪ ਹੀ ਸਹਾਇਤਾ ਕਰਦਾ ਆ। ਉਹਦੇ ਕਰਨ ਨਾਲ ਸ਼ਾਂਤ ਸਹਿਜ ਸੁਖ, ਸ਼ਾਂਤੀ, ਮਨ ਦੀ ਸ਼ਾਂਤੀ, ਸਰੀਰਕ ਸ਼ਾਂਤੀ, ਸਹਿਜ ਟਰੰਕੁਇਲਿਟੀ, ਪੋਇਜ਼, ਸਤ ਸੰਤੋਖ, ਸੁਖ ਸਾਰੇ ਇਨਸਾਨ ਨੂੰ ਮਿਲ ਜਾਂਦੇ ਆ। ਤੇ ਇੱਕ ਸੈਕਿੰਡ ਨਹੀਂ ਲੱਗਦਾ ਜਿੱਦਾਂ ਮਹਾਰਾਜ ਤੇ ਧਿਆਨ ਧਾਰੀਏ ਸੁੱਖਾਂ ਦੀ ਪ੍ਰਾਪਤੀ ਹੋਣ ਨੂੰ।
and my mind was comforted, ਆਪਣਾ ਮਨ ਸ਼ਾਂਤੀ ਹੋ ਜਾਂਦਾ ਆ। ਮਨ ਜਿਹੜਾ ਭੱਜਿਆ ਫਿਰਦਾ ਆ ਥਾਂ ਥਾਂ ਤੇ, ਤ੍ਰਿਸ਼ਨਾ ਜਿਹੜੀ ਆ ਉਹ ਆਪਾਂ ਨੂੰ ਬਹਿਣ ਨਹੀਂ ਦਿੰਦੀ, ਟਿਕਣ ਨਹੀਂ ਦਿੰਦੀ, ਉਹ ਸਭ ਸ਼ਾਂਤ ਹੋ ਜਾਂਦੀ ਆ। ਇਹ ਹੈਗਾ ਜਿੱਦਾਂ the main theme of this ਸ਼ਬਦ। ਆਪਾਂ ਜੇ ਸ਼ੁਰੂ ਤੋਂ ਕਰੀਏ, ਜਿਹੜਾ ਆਪਣਾ ਕਰਤਾਰ ਆ, ਕਰਨ ਕਾਰਨ ਸਮਰੱਥ ਵਾਹਿਗੁਰੂ, ਆਪਣਾ ਜਿਹੜਾ ਪਰਿਵਾਰ ਆ, ਉਹ ਆਪਣਾ ਸਰੀਰ ਆ, ਮਨ ਤੇ ਇੰਦਰੀਆਂ ਸਾਰਾ ਜੋੜ ਕੇ ਉਹਨੂੰ ਆਪਣਾ ਪਰਿਵਾਰ ਆ। And ਜਿੱਦਾਂ ਲਿਖਿਆ ਨਾ ਇੱਥੇ, the creator has brought utter peace to my home। ਆਪਾਂ ਜਿਹੜਾ home ਦੀ ਗੱਲ ਕਰਦੇ ਉਹ ਹਿਰਦਾ ਆਪਣਾ, it's our innermost being। So ਠੰਡ ਪਾਈ ਕਰਤਾਰੇ, ਵੀ ਸੱਚੇ ਵਾਹਿਗੁਰੂ ਨੇ ਮੇਰੇ ਸਰੀਰ ਵਿੱਚ, ਮੇਰੇ ਹਿਰਦੇ ਵਿੱਚ ਸ਼ਾਂਤੀ ਲਿਆ ਦਿੱਤੀ। ਤਾਂ ਆਪ ਛੋੜ ਗਿਆ ਪਰਿਵਾਰੇ, ਜਿਹੜਾ ਮੇਰਾ ਸਰੀਰ ਆ, ਮੇਰਾ ਮਨ ਹੈ, ਜਿਹੜੀ ਇੰਦਰੀਆਂ, ਉਹ ਸਾਰੀਆਂ ਜਿਹੜੀ ਤ੍ਰਿਸ਼ਨਾ, ਜਿਹੜੀ ਤਪਨ ਸੀਗੀ, ਉਹ ਸਾਰੀ ਬੰਦ ਹੋ ਗਈ। ਗੁਰਪੂਰੇ ਹੈ ਰਾਖੀ, ਰੱਖਿਆ ਕੀਤੀ ਗੁਰਪੂਰੇ ਨੇ, ਜਿਹੜਾ ਪੂਰਾ ਗੁਰੂ ਆ ਵਾਹਿਗੁਰੂ, ਉਹਨੇ ਰੱਖਿਆ ਕੀਤੀ। ਰੱਖਿਆ ਕਾਹਦੇ ਤੋਂ ਕੀਤੀ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜੋ ਮਾਇਆ ਦੇ ਲੱਛਣ ਆ, ਹੁਣ ਤੋਂ ਮਹਾਰਾਜ ਨੇ ਆਪਣੀ ਰੱਖਿਆ ਕੀਤੀ। ਸਰਨ ਸੱਚੇ ਕੀ ਤਾਂ ਕੀ, ਵੀ ਗੁਰੂ ਦੀ ਜਿਹੜੀ ਦੁਆਰਾ, ਗੁਰੂ ਦੀ ਜਿਹੜੀ ਸ਼ਰਨ ਆ, ਉਹਦੇ ਅਸੀਂ ਆਸ ਰੱਖੀ ਸੀ ਕਿ ਉਹਦੇ ਅਸੀਂ ਭਾਲੀ ਆ। ਉਹਦੇ ਮਿਲਣ ਦੇ ਨਾਲ, ਮਿਲਣ ਦੇ ਨਾਲ ਸਾਨੂੰ ਸਭ ਕੁਝ ਮਿਲ ਗਿਆ। ਫਿਰ ਆਉਂਦੀ ਜੀ ਰਾਤ ਪੰਕਤੀ ਜੋ ਆਪਾਂ ਕਰ ਚੁੱਕੇ ਹਾਂ, ਹਰ ਹਰ ਨਾਮ ਦਿਓ ਦਾਰੂ। ਵਾਹਿਗੁਰੂ ਨੇ ਆਪਣਾ ਜਿਹੜਾ ਨਾਮ, ਉਹ ਸਾਨੂੰ ਦਾਰੂ ਦੇ ਤੱਕ ਦਿੱਤਾ ਆ। ਦਾਰੂ ਦੀ ਉੱਤੇ ਹੋਰ ਆਉਂਦਾ ਆ, ਹਰ ਹਰ ਨਾਮ ਔਖਦ ਮੁਖ ਦੀਆ, ਕਾਟੇ ਜਮ ਕੀ ਫੰਦਾ। ਵੀ ਜਿਹੜਾ ਨਾਮ ਆ, ਜਿਹੜਾ ਦਾਰੂ ਆ, ਉਹ ਜਿਹੜੇ ਜਮ ਦੇ ਜਿਹੜੇ ਫੰਦ ਹੁੰਦੇ, ਜਦੋਂ ਮਰਨ ਤੋਂ ਬਾਅਦ ਜਿਹੜੇ ਜਮ ਜਿਹੜੇ ਪਕੜ ਲੈ ਕੇ ਜਾਂਦੇ ਆ, ਜਿਹੜੀ ਸ਼ਾਂਤੀ ਆ, ਉਹ ਸਭ ਮਿਟ ਜਾਂਦੇ ਆ ਨਾਮ ਦੇ ਰਾਹੀਂ। ਨਾਮ ਇਜ਼ ਦੀ ਬਿਗੇਸਟ ਮੈਡੀਸਨ ਇਨ ਦ ਵਰਲਡ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਇੱਥੇ ਜਿਹੜੇ ਦੁੱਖ ਆ, ਸਰੀਰਕ ਆ ਰੋਗ ਆ, ਸੰਤਾਪ ਜਿਹੜੇ ਮਾਨਸਿਕ ਜਿਹੜੇ ਰੋਗ ਹੁੰਦੇ ਆ, ਉਹ ਵੀ ਬਾਣੀ ਦੇ ਨਾਮ ਦੇ ਰਾਹੀਂ ਉਹ ਠੰਡੇ ਹੋ ਜਾਂਦੇ, ਉਹ ਮਿਟ ਜਾਂਦੇ ਆ। ਹਰ ਹਰ ਨਾਮ ਦਿਓ ਦਾਰੂ, ਮਹਾਰਾਜ ਨੇ ਸਾਨੂੰ ਨਾਮ ਦਾ ਦਾਰੂ ਸਾਨੂੰ ਬਖਸ਼ਿਆ ਆ। ਤਿੰਨ ਸਗਲਾ ਰੋਗ ਬਿਦਾਰੂ, ਸਾਰੇ ਜਿਹੜੇ ਸਰੀਰਕ ਰੋਗ ਆ, ਦੁੱਖ ਆ, ਡਿਜ਼ੀਜ਼ਸ ਆਫ ਦ ਮਾਈਂਡ, ਆਫ ਦ ਬੋਡੀ, ਉਹ ਸਾਰੇ ਦੂਰ ਹੋ ਜਾਂਦੇ ਆ ਨਾਮ ਦੇ ਰਾਹੀਂ। ਆਪਣੀ ਕਿਰਪਾ ਧਾਰੀ, ਵੀ ਗੁਰੂ ਨੇ, ਮਹਾਰਾਜ ਨੇ ਆਪਣੀ ਕਿਰਪਾ ਕਰਕੇ, ਹੀ ਇਜ਼ ਮਰਸੀਫੁਲ ਟੁਵਰਡਸ ਮੀ। ਤਿੰਨ ਸਗਲੀ ਬਾਤ ਸਵਾਰੀ, ਸਾਰੇ ਜਿਹੜੇ ਆਪਣੇ ਜਿਹੜੇ ਕੋਈ ਵੀ ਆਪਣੀ ਚਿੰਤਾ ਹੁੰਦੀ ਹੈ, ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਆ ਨਾਮ ਦੇ ਰਾਹੀਂ, ਉਹਦੀ ਕਿਰਪਾ ਰਾਹੀਂ। ਜੀ ਸਾਡੇ ਮੁਤਾਬਕ ਇਹ ਸੀ ਇਹਦਾ ਅਰਥ। ਬਿਲਕੁਲ ਠੀਕ, ਥੈਂਕ ਯੂ। ਚਲੋ ਰਵਿੰਦਰ। ਹਾਂਜੀ। ਪ੍ਰਭ ਆਪਣਾ ਬਿਰਦ ਸਮਾਰਿਆ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਗੁਰ ਕਾ ਸ਼ਬਦ ਪਇਓ ਸਾਖੀ, ਤਿਨ ਸਗਲੀ ਲਾਜ ਰਾਖੀ। ਬੁਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਜਿਸ ਤਰ੍ਹਾਂ ਕਹਿੰਦੇ ਆ ਕਿ ਜਪ ਨਾਨਕ ਨਾਮ ਸੱਚ ਸਾਖੀ, ਇਹ ਸੱਚੀ ਸਾਖੀ ਜੋ ਪਰਮਾਤਮਾ ਦੀਆਂ ਸੱਚੀਆਂ ਸਾਖੀਆਂ ਆ, ਸੱਚੀਆਂ ਗੱਲਾਂ ਕਰਦੇ ਆ ਅਸੀਂ, ਉਹ ਗੁਰੂ ਦੀ ਟੀਚਿੰਗਸ ਦੇ ਨਾਲ ਸਾਡਾ ਜਿੰਨੇ ਵੀ, ਉਹ ਪਰਮਾਤਮਾ ਸਾਡੀ ਪੈਜ ਰੱਖ ਲੈਂਦਾ ਆ, ਸਾਡੀ ਓਨਰ ਪ੍ਰੀਜ਼ਰਵ ਕਰਕੇ ਰੱਖਦਾ ਆ। ਸੋ ਇਹਦੇ ਵਿੱਚ ਕਹਿੰਦੇ ਆ ਕਿ ਪ੍ਰਭ ਆਪਣਾ ਬਿਰਦ ਸਮਾਰਿਆ। ਜਿਹੜਾ ਪਰਮਾਤਮਾ ਆ, ਉਹ ਹਮੇਸ਼ਾ ਆਪਣੇ ਜਿਹੜਾ ਪਿਆਰ ਵਾਲਾ ਨੈਚੁਰਲ ਸੁਭਾਅ ਹੈ, ਉਹ ਹਮੇਸ਼ਾ ਜੀਵਾਂ ਤੇ ਬਣਾਈ ਰੱਖਦਾ ਆ। ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਜਿਹੜੇ ਸਾਡੇ ਚੰਗੇ ਗੁਣ ਆ ਚਾਹੇ ਮਾੜੇ ਗੁਣ ਆ, ਉਹ ਸਾਡੇ ਲਈ ਅਕਾਊਂਟ ਦੇ ਵਿੱਚ ਨਹੀਂ ਰੱਖਦਾ ਹੈਗਾ। ਗੁਰ ਕਾ ਸ਼ਬਦ ਪਇਓ ਸਾਖੀ, ਤਿੰਨ ਸਗਲੀ ਲਾਜ ਰਾਖੀ। ਜਿਹੜਾ ਗੁਰੂ ਦਾ ਸ਼ਬਦ ਆ, ਇਹ ਸਾਖੀ ਆ, ਇਹ ਇਸੇ ਨੇ, ਗੁਰੂ ਦੀ ਸ਼ਬਦ ਨਹੀਂ, ਗੁਰੂ ਦੀ ਸਾਖੀ ਨਹੀਂ, ਸਾਡੀ ਲਾਜ ਰੱਖਣੀ ਆ, ਸਾਰਿਆਂ ਦੀ ਲਾਜ ਰੱਖਦੇ ਆ। ਬੁਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। हे ਵਾਹਿਗੁਰੂ, ਤੇਰੇ ਹੁਕਮ ਦੇ ਨਾਲ ਹੀ ਅਸੀਂ ਬੋਲਦੇ ਆ, ਜੋ ਕੁਛ ਵੀ ਅਸੀਂ ਕਰਦੇ ਤੇਰੇ ਹੁਕਮ ਨਾਲ ਹੀ ਕਰਦੇ ਆ। ਤੂੰ ਗੁਣਾਂ ਦਾ ਇੱਕ ਸਮੁੰਦਰ ਆ, ਬਹੁਤ ਵੱਡਾ ਸਮੁੰਦਰ ਆ। ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ।
ਉਹ ਪਰਮਾਤਮਾ ਦੀ ਸੱਚੀ ਸਾਖੀ ਜਿਹੜੀ ਆ, ਸੱਚੀਆਂ ਗੱਲਾਂ ਕਰਦੇ ਆਪਣੇ ਗੁਰੂ ਕੋਲੋਂ ਸਿੱਖਦੇ ਆ, ਉਸ ਦੇ ਨਾਲ ਹੀ ਸਾਡੀ ਪੈਜ ਸਾਡੀ ਪੈਜ ਰੱਖਦਾ ਆ ਪਰਮਾਤਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਦਵਿੰਦਰ ਜੀ, ਥੈਂਕ ਯੂ ਵੈਰੀ ਮਚ। ਅੱਜ ਦਾ ਜਿਹੜਾ ਕਨਸੈਪਟ ਹੈ ਉਹ ਹੈ ਮੇਰੀ ਤੇ ਪੀਰੀ। ਸਾਡੇ ਕੋਲ ਇਸ ਵੇਲੇ 40 ਮਿੰਟ ਹੈ ਨੇ, ਸੋ ਅਗਰ 10 ਮਿੰਟ ਅਸੀਂ ਪਹਿਲਾਂ ਕਲਾਸ ਨੂੰ ਦਈਏ ਤੇ ਬਾਕੀ ਅੱਧਾ ਘੰਟਾ ਪੂਰਾ ਵਜ਼ੀਰ ਸਿੰਘ ਜੀ ਨੂੰ ਦਈਏ, ਉਹ ਸਮ ਅਪ ਕਰਨਗੇ ਤੇ ਆਪਣੇ ਵਿਊਜ਼ ਦੱਸਣਗੇ। ਸੋ ਜਿਹੜੀ ਸਾਖੀ ਆ ਤੁਹਾਨੂੰ ਸਾਰਿਆਂ ਨੂੰ ਆਉਂਦੀ ਹੈ, ਤਾਂ ਪਲੀਜ਼ ਡੋਂਟ ਰਿਪੀਟ ਦੀ ਸਾਖੀ। ਤੁਸੀਂ ਸਿਰਫ ਕਨਸੈਪਟ ਦੇ ਬਾਰੇ ਦੱਸਣਾ ਕਿ ਇਸ ਕਨਸੈਪਟ ਦਾ ਮਤਲਬ ਕੀ ਹੈ ਤੁਹਾਡੇ ਖਿਆਲ ਵਿੱਚ, ਔਰ ਅੱਜ ਕੱਲ੍ਹ ਦੀ ਰੈਲੇਵੈਂਸ ਕੀ ਹੈ। ਕੈਨ ਵੀ ਸਟਾਰਟ ਵਿਦ ਗੁਰਦੀਪ? ਹਾਂਜੀ ਡਾਕਟਰ ਸਾਹਿਬ, ਥੈਂਕ ਯੂ ਜੀ। ਇਹ ਦੋ ਚੀਜ਼ਾਂ ਆਪਣੇ ਨਾਲ ਹੀ ਰਹਿੰਦੀਆਂ ਆ। 2 ਮਿੰਟ ਹੈ ਨਾ ਤੁਹਾਡੇ ਕੋਲ? 2 ਮਿੰਟ। ਹਾਂਜੀ, ਆਫ ਕੋਰਸ। ਆਪਣੇ ਕੋਲ ਦੋ ਚੀਜ਼ਾਂ ਆਪਣੇ ਨਾਲ ਰਹਿੰਦੀਆਂ, ਇੱਕ ਆਪਣਾ ਸਰੀਰ, ਇੱਕ ਆਪਣਾ ਮਨ। ਹੋਰ ਸਭ ਜਿਹੜੇ ਦੁਨਿਆਵੀ ਜਿਹੜੇ ਚੀਜ਼ਾਂ ਆ ਉਹ ਮਿਟ ਜਾਂਦੀਆਂ ਆ, ਉਹ ਜਿੱਦਾਂ ਨਾਸ ਹੋ ਜਾਂਦੀਆਂ ਆ। ਆਪਣੇ ਸਰੀਰ ਆ ਐਂਡ ਮਨ ਵਿਲ ਸਟੇ ਵਿਦ ਅਸ ਟੂ ਦ ਵੈਰੀ ਐਂਡ। ਜਿਹੜੀ ਮੀਰੀ ਪੀਰੀ ਵੀ ਆ, ਇਹ ਵੀ ਮੀਰੀ ਹੈਗੀ ਸਰੀਰਕ ਤੇ ਪੀਰੀ ਹੈਗੀ ਮਾਨਸਿਕ। ਪੀਰੀ ਇਜ਼ ਟੂ ਡੂ ਵਿਦ ਦ ਬੋਡੀ and strength, and piri is to do with the mind and spirituality and strength of the mind. ਇਹ ਸਾਡੇ ਹਿਸਾਬ ਦੇ ਨਾਲ ਆ। ਸੋ ਆਪਾਂ ਦੋਨੋਂ ਆਪਾਂ ਦੀ ਦੇਖਭਾਲ ਕਰਨੀ ਆ, ਦੋਨੋਂ ਆਪਾਂ ਕੰਟਰੋਲ ਕਰਨਾ ਆ। ਕੰਟਰੋਲ ਕਿੱਦਾਂ ਕਰਨਾ ਆ? ਜਿਹੜੇ ਸਰੀਰ ਹੈ ਇਟ ਇਨਕਲੂਡਸ ਇੰਦਰੀਆਂ। ਇਹ ਜੀ ਆਪਾਂ ਜਦੋਂ ਪਾਠ ਕਰਨਾ ਆ, ਆਪਾਂ ਗੁਟਕਾ ਆਪਣਾ ਹੱਥੀ ਫੜਨਾ ਆ, ਅੱਖਾਂ ਨਾਲ ਆਪਾਂ ਪੜ੍ਹਨਾ ਆ, ਆਪਾਂ ਜ਼ਬਾਨ ਨਾਲ ਬੋਲ ਕੇ, ਕੰਨਾਂ ਨਾਲ ਸੁਣ ਕੇ, ਤੇ ਜਿਹੜੀ ਜਿਹੜੀ ਬਰੀਥਿੰਗ ਆਪਾਂ ਉਹਨੂੰ ਕੰਟਰੋਲ ਕਰਨਾ ਆ। ਇਸੇ ਤਰ੍ਹਾਂ ਆਪਾਂ 5 ਇੰਦਰੀਆਂ ਆਪਾਂ ਜੇ ਕਾਬੂ ਕਰ ਵਸ ਕਰ ਲਈਏ, and then we can take the sugandh of Bani through the nose. So 5 ਜਿਹੜੇ ਇੰਦਰੀਆਂ ਜਿੱਦਾਂ ਵਸ ਹੋ ਗਈਆਂ, and then ਜਿਹੜੀ ਬਾਣੀ ਜਿਹੜੀ ਅਸਲੀ ਜਿਹੜੀ ਹੈਗੀ ਆ ਤੱਤ ਆ, ਉਹ ਆਪਣੇ ਮਨ ਵਿੱਚ ਫੇਰ ਬਹਿ ਸਕਦੇ ਆ। ਆਪਣੇ ਮਨ ਭੱਜਿਆ ਫਿਰਦਾ ਆਸੇ ਪਾਸੇ, then nothing sinks into your brain. By controlling your senses, you can control what enters your brain. It's ਸਾਡੇ ਹਿਸਾਬ ਨਾਲ। So ਜਿਹੜੀ ਪੀਰੀ ਆ, that's spirituality. ਆਪਾਂ ਸਰੀਰ ਦੇ ਰਾਹੀਂ ਆਪਾਂ ਆਪਣੀ ਜਿਹੜੀ ਸੁਰਤ ਆ ਉਹਨੂੰ ਆਪਾਂ ਲਾਉਣਾ ਹੈ, ਸੁਰਤ ਆਪਾਂ ਵਧਾਉਣੀ ਆ, ਆਪਾਂ ਧਿਆਨ ਆਪਾਂ ਲਾਉਣਾ, ਧਿਆਨ ਆਪਾਂ ਜਿੱਦਾਂ ਜੋੜਨਾ ਮਹਾਰਾਜ ਦੇ ਨਾਲ। By controlling the body, we can control the mind, and we can then access the Almighty's blessing. ਤੇ ਜਿਹੜੀ ਮਹਾਰਾਜ ਜਿਹੜੇ 2 ਕਿਰਪਾਨਾਂ ਪਾਈਆਂ ਸੀਗੀਆਂ, ਜਿਹੜੀ ਕਿਰਪਾਨ ਦਾ ਮਤਲਬ ਹੈ ਕਿਰਪਾ ਤੇ ਆਨ। ਕਿਰਪਾ ਆਉਂਦੀ ਗ੍ਰੇਸ ਜਾਂ ਦਇਆ। ਗ੍ਰੇਸ ਦਾ ਮਤਲਬ ਆਉਂਦਾ ਆ forgiveness, life, salvation, and ਜਿਹੜੀ ਆਨ ਆ ਉਹਦਾ ਮਤਲਬ ਹੈ honor. Honor means respect, esteem, the quality of knowing what is morally right. So ਕਿਰਪਾ ਤੇ ਆਨ ਦੇ ਨਾਲ ਸ਼ਬਦ ਬਣਦਾ ਕਿਰਪਾਨ, ਤੇ ਕਿਰਪਾਨਾਂ ਮਹਾਰਾਜ ਨੇ ਪਾਈਆਂ ਸੀਗੀਆਂ to denote spirituality and to note ਸਰੀਰਕ and ਮਾਨਸਿਕ ਕੰਟਰੋਲ। ਇਹ ਤੋਂ ਬਣ ਸੀ ਸੰਤ ਸਪਾਈ ਦਾ ਜਿਹੜਾ ਮਾਰਗ ਸੀਗਾ, ਇਹ ਤੋਂ ਵੀ ਸ਼ੁਰੂ ਹੋਇਆ ਸੀਗਾ। ਥੈਂਕ ਯੂ ਵੈਰੀ ਵੈਰੀ ਮਚ ਗੁਰਦੀਪ ਜੀ। ਬਬਲੀ? ਭਾਜੀ ਤੁਸੀਂ ਮਿਊਟ ਤੇ ਹੋ। ਬਬਲੀ ਅਨਮਿਊਟ ਕਰ। ਤੂੰ ਕਹਿਣਾ ਕੁਛ? ਹਾਂਜੀ, ਮੈਂ ਥੋੜਾ ਜਿਹਾ ਲਿਖਿਆ ਸੀ, ਜ਼ਿਆਦਾ ਨਹੀਂ, ਮੈਨੂੰ ਨਹੀਂ ਆਉਂਦਾ ਪਤਾ, ਬੋਲਣਾ ਨਹੀਂ ਆਉਂਦਾ। ਚਲ ਬੋਲਣਾ ਫਿਰ। ਅੱਛਾ ਜੀ, ਕਿੱਥੇ ਗਿਆ ਮੇਰਾ ਪੇਪਰ? ਮੈਂ ਲਿਖਿਆ ਤੇ ਸੀਗਾ। ਚਲੋ ਕਿਸੇ ਹੋਰ ਨੂੰ ਦੇ ਦਿਓ ਵਾਰੀ ਪਹਿਲੇ। ਬਲਦੇਵ ਜੀ। ਹਾਂਜੀ, ਮੇਰੀ ਪੀਰੀ ਦਾ ਜਿਹੜਾ ਕਨਸੈਪਟ ਹੈ, ਇਹ ਸਾਡੇ ਜੀਵਨ ਜਾਂਚ ਵਾਸਤੇ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਮਹਾਰਾਜ ਸਾਰੀ ਦੀ ਸਾਰੀ ਗੁਰਬਾਣੀ ਸਾਨੂੰ ਇਹਦਾ ਸੇਧ ਦਿੰਦੀ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਦੋਨਾਂ ਨੂੰ ਧਾਰਨ ਕਰਕੇ ਕਾਦਰ ਦੀ ਕੁਦਰਤ ਨਾਲ ਇੱਕ ਸੁਰ ਕਿਵੇਂ ਹੋਣਾ ਹੈ। ਮੇਰੀ ਸੰਸਾਰਿਕ ਖੇਤਰ ਨਾਲ ਸੰਬੰਧਿਤ ਹੈ ਤੇ ਪੀਰੀ ਅਧਿਆਤਮਿਕ ਖੇਤਰ ਨਾਲ। ਮੇਰੀ ਸਮਾਜਿਕ ਜੀਵਨ ਦੇ ਵਿਵਹਾਰਿਕ ਖੇਤਰ ਦੀ ਅਗਵਾਈ ਕਰਦੀ ਹੈ ਤੇ ਪੀਰੀ ਅਧਿਆਤਮਿਕ ਖੇਤਰ ਦੀ। ਮੇਰੀ ਸਰੀਰਕ ਭੁੱਖ ਦੀ ਪੂਰਤੀ ਕਰਦੀ ਹੈ ਤੇ ਪੀਰੀ ਆਤਮਿਕ ਭੁੱਖ ਦੀ। ਜੀਵ ਨੇ ਆਤਮ ਪੱਖੋਂ ਅਧਿਆਤਮਿਕ ਹੋਣਾ ਹੈ ਤੇ ਸਰੀਰਕ ਪੱਖੋਂ ਸੰਸਾਰੀ ਹੋਣਾ ਹੈ। ਸੰਸਾਰਕਤਾ ਦਾ ਧਾਰਨੀ ਹੋਣਾ ਮੇਰੀ ਹੈ
ਅਤੇ ਆਤਮਿਕ ਤੇ ਸਦਾਚਾਰ ਕਦਰਾਂ ਕੀਮਤਾਂ ਦਾ ਧਾਰਨੀ ਹੋਣਾ ਪੀਰੀ ਹੈ। ਨਾਮ ਜਪਣਾ ਪੀਰੀ ਹੈ ਅਤੇ ਕਿਰਤ ਕਰਨੀ ਮੀਰੀ ਹੈ। ਜਿੱਥੇ ਕਿਰਤ ਕਰਨੀ ਮੀਰੀ ਹੈ ਉੱਥੇ ਵੰਡ ਛਕਣਾ ਪੀਰੀ ਵੀ ਹੈ। ਆਤਮਿਕ ਪੱਖੋਂ ਸੰਤ ਹੋਣਾ ਪੀਰੀ ਹੈ ਅਤੇ ਧੱਕੇਸ਼ਾਹੀ ਤੇ ਬੇਇਨਸਾਫੀ ਵਿਰੁੱਧ ਸਿਪਾਹੀ ਬਣਨਾ ਮੀਰੀ ਹੈ। ਗੁਰਬਾਣੀ ਦੇ ਹਿਸਾਬ ਨਾਲ ਆਤਮਿਕ ਉੱਚਤਾ ਪ੍ਰਾਪਤ ਕਰਨੀ ਪੀਰੀ ਹੈ ਅਤੇ ਸ਼ਸਤਰ ਨਾਲ ਆਪਣੇ ਤੇ ਪਰਾਏ ਦੇ ਹੱਕਾਂ ਦੀ ਰਾਖੀ ਕਰਨੀ ਮੀਰੀ ਹੈ। ਇਸੇ ਤਰ੍ਹਾਂ ਜੀਵਨ ਵਿੱਚ ਜਿਸ ਤਰ੍ਹਾਂ ਮਹਾਰਾਜ ਕਹਿੰਦੇ ਹਨ, ਘਰ ਹੀ ਮਾਹੇ ਉਦਾਸ ਤੇ ਅੰਜਨ ਮਾਹੇ ਨਿਰੰਜਨ ਹੋ ਕੇ ਇੱਕ ਵਿਚਰਨ ਦਾ ਨਿਰਾਲਾ ਮਾਰਗ ਹੈ। ਇਸ ਮਾਰਗ ਤੇ ਚਲਦੇ ਚਲਦੇ ਅਸੀਂ ਆਪਣੇ ਜੀਵਨ ਵਿੱਚ ਹੀ ਕਾਦਰ ਦੀ ਕੁਦਰਤ ਨਾਲ ਇੱਕ ਸਿਰ ਹੋਣ ਦੀ ਇਹ ਅਵਸਥਾ ਹੈ। ਵਾਹਿਗੁਰੂ। ਥੈਂਕ ਯੂ ਵੈਰੀ ਮਚ। ਦਵਿੰਦਰ 2 ਮਿੰਟ। ਹਾਂਜੀ, ਮੀਰੀ ਤੇ ਪੀਰੀ ਇਹ ਸਾਨੂੰ ਉਸ ਟਾਈਮ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਜੀ ਨੂੰ ਮੀਰੀ ਤੇ ਪੀਰੀ ਦੀਆਂ ਜੋ 2 ਤਲਵਾਰਾਂ ਪਾਈਆਂ ਗਈਆਂ ਕਿ ਸਾਡੇ ਉਸ ਟਾਈਮ ਤੇ ਦੁਨੀਆ ਬਹੁਤ ਡਰ ਗਈ। ਉਹਨਾਂ ਨੇ ਮੀਰੀ ਦੀ ਕਿ ਅਮੀਰ ਬਣ ਕੇ ਰਵੋ, ਡਰਨਾ ਨਹੀਂ, ਤੇ ਪੀਰੀ ਕੀ ਤੁਸੀਂ ਸਪਿਰਿਚੁਅਲੀ ਆਪਣੀ ਸੁਰਤ ਪਰਮਾਤਮਾ ਦੇ ਨਾਲ ਜੋੜ ਕੇ ਰੱਖਣਾ। ਤੇ ਇਹ ਬਸ ਗੁਰੂ ਜੀ ਨੇ ਡਰ ਕੱਢਣ ਵਾਸਤੇ ਇਹ ਕੁਰਬਾਨਾਂ ਪਾਈਆਂ ਤੇ ਨਾਲੇ ਫਿਰ ਦੁਨੀਆ ਨੂੰ ਦੱਸਿਆ ਕਿ ਡਰ ਕੇ ਨਹੀਂ ਰਹਿਣਾ, ਸਿਪਾਹੀ ਬਣੋ, ਸੰਤ ਬਣੋ ਤੇ ਹੋਰ ਫਿਰ ਦੁਨੀਆ ਦੀ ਰੱਖਿਆ ਕਰਨਾ। ਥੈਂਕ ਯੂ ਵੈਰੀ ਮਚ ਮਹਿੰਦਰ। ਗੁਰੂ ਹਰਗੋਬਿੰਦ ਸਿੰਘ ਜੀ ਨੇ ਜਿਹੜਾ ਇਹ ਸਤਾਂਤ ਸ਼ੁਰੂ ਕੀਤਾ ਸੀ, ਇਸ ਮੁਤਾਬਕ ਮੇਰੇ ਖਿਆਲ ਮੁਤਾਬਕ ਇਹ ਹਰ ਸਿੱਖ ਵਾਸਤੇ ਹੈ ਕਿ ਤੁਸੀਂ ਹੰਬਲ ਰਹਿਣਾ ਤੇ ਨਾਲ ਦੂਸਰੇ ਦੀ ਰੱਖਿਆ ਵੀ ਕਰਨਾ। ਔਰ ਜੇ ਕੋਈ ਕਮਜ਼ੋਰ ਹੈ ਤੁਸੀਂ ਉਹਨੂੰ ਵੀ ਉੱਪਰ ਚੱਕਣਾ। ਸੋ ਇਹਨਾਂ ਨੇ ਪੀਰੀ ਕਿਉਂਕਿ ਗੁਰੂ ਹਰਗੋਬਿੰਦ ਸਿੰਘ ਜੀ ਆਪ ਬੜੇ ਸਡੋਲ ਸਰੀਰ ਦੇ ਸਨ, ਆਪ ਉਹਨਾਂ ਨੂੰ ਕਿਰਪਾਨ ਦਾ ਬਹੁਤ ਧਨੀ ਸਨ ਤੇ ਇਸ ਕਰਕੇ ਉਹਨਾਂ ਨੇ ਆਪਣੇ ਸਿੱਖਾਂ ਨੂੰ ਵੀ ਇਹ ਸਿਖਾਇਆ ਗਿਆ ਕਿ ਤੁਸੀਂ ਵੀ ਘੱਟ ਤੋਂ ਘੱਟ ਆਪਣਾ ਆਪ ਤੁਸੀਂ ਰੱਖਿਆ ਕਰਨ ਲਈ, ਜਿਸ ਤਰ੍ਹਾਂ ਉਹਨਾਂ ਨੇ ਭਾਈ ਆਪਣੇ ਨੂੰ ਘੋੜੇ ਲੈਣ ਵਾਸਤੇ ਭੇਜਿਆ ਭਾਈ ਸ਼ੀਨਾ ਜੀ ਨੂੰ ਘੋੜੇ ਵਾਸਤੇ ਭੇਜਿਆ ਕਿ ਇੱਕ ਐਗਜ਼ਾਮਪਲ ਸੈੱਟ ਕੀਤੀ ਕਿ ਤੁਸੀਂ ਇਹ ਕੰਮ ਕਰ ਸਕਦੇ ਹੋ ਜਿਹੜਾ ਕਿ ਕੋਈ ਨਹੀਂ ਕਰ ਸਕਦਾ, ਕਿ ਤੁਸੀਂ ਪੀਰੀ ਦਾ ਤੁਸੀਂ ਸਾਰੇ ਕੰਮ ਕਰ ਸਕਦੇ ਹੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਵੈਰੀ ਵੈਰੀ ਗੁੱਡ। ਨਵਤੇਜ। Aji, you're on mute. ਰਾਈਟ, ਓਕੇ। ਸੋ 2 ਹਫ਼ਤੇ ਪਹਿਲਾਂ ਅਸੀਂ ਗੱਲ ਕੀਤੀ ਸੀ ਪਰਪਸ ਆਫ ਲਾਈਫ ਦੀ, ਤੇ ਇੱਕ ਪਰਪਸ ਇਹ ਵੀ ਬਣਦਾ ਹੈ ਕਿ ਪ੍ਰਭੂ ਦੇ ਪਿਆਰ ਨੂੰ ਅਸੀਂ ਹਾਸਲ ਕਰਨਾ। ਸੋ ਇੱਕ ਤੁਕ ਹੁੰਦੀ ਗੁਰੂ ਨਾਨਕ ਦੇਵ ਜੀ ਦੀ 12 ਤੋਂ ਵਧੇਕ ਵਿੱਚ ਪੇਜ 1412 ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਆ, ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਕਲੀ ਮੁਰਿਆਓ। ਸੋ ਇਹਦਾ ਮਤਲਬ ਇਹ ਜੋ 2 ਲਾਈਨਾਂ, ਓਬਵੀਅਸਲੀ ਬਾਕੀ ਮੈਂ ਸਾਰਾ ਨਹੀਂ ਪੜ੍ਹਦਾ ਟਾਈਮ ਕਰਕੇ, ਤੇ ਇਹਦੇ ਵਿੱਚ ਕਹਿੰਦੇ ਕਿ ਜੇ ਤੂੰ ਪ੍ਰਭੂ ਦਾ ਪਿਆਰ ਹਾਸਲ ਕਰਨਾ ਹੈ ਕਿ ਤੂੰ ਜੀਣ ਦੀ ਆਸ ਛੱਡ ਦੇ, ਆਪਣੇ ਹੰਕਾਰ ਨੂੰ ਛੱਡ, ਆਪਣੇ ਹਉਮੈ ਨੂੰ ਛੱਡ ਤੇ ਪ੍ਰਭੂ ਦਾ ਹੁਕਮ ਮੰਨ। ਤੇ ਪ੍ਰਭੂ ਦਾ ਹੁਕਮ ਕੀ ਹੈਗਾ? ਤੇ ਇਹ ਜੋ ਹੈ ਇਹ ਜਾਰੀ ਰੱਖਿਆ ਹੈ ਕਿ ਮੀਰੀ ਪੀਰੀ ਦੇ ਅਸੂਲਾਂ ਦੇ ਵਿੱਚ ਰਹਿਣਾ। ਹੁਣ ਜਿਸ ਤਰ੍ਹਾਂ ਡਾਕਟਰ ਜੀ ਨੇ ਅੱਜ ਸਵੇਰੇ ਦੱਸਿਆ ਕਿ ਮੀਰੀ ਜੋ ਲਫ਼ਜ਼ ਹੈ ਇਹ ਪਰਸ਼ੀਅਨ ਵਰਡ ਹੈ, ਪਰਸ਼ੀਅਨ ਵਰਡ ਵੀ ਹੈ, ਅਰਬਿਕ ਵਰਡ ਵੀ ਹੈ, ਜਿਸ ਦਾ ਮਤਲਬ ਹੈ ਅਮੀਰ। ਅਮੀਰ ਦਾ ਮਤਲਬ ਹੋਇਆ ਇਹ ਨਹੀਂ ਕਿ ਅਮੀਰ ਦਾ ਮਤਲਬ ਹੈ ਕਿ ਜਿੱਦਾਂ ਕੋਈ ਕਮਾਂਡਰ ਹੁੰਦਾ, ਕੋਈ ਰਾਜਾ ਹੁੰਦਾ। ਤੇ ਇੱਥੇ ਗੁਰੂ ਹਰਗੋਬਿੰਦ ਜੀ ਕਹਿੰਦੇ ਹਨ 6ਵੇਂ ਪਾਤਸ਼ਾਹ, ਉਹਨਾਂ ਦਾ ਕਹਿਣ ਦਾ ਭਾਵ ਇਹ ਸੀ ਕਿ ਜੀਵ ਦੇ ਪਾਸ ਦੁਨਿਆਵੀ ਸ਼ਕਤੀਆਂ ਵੀ ਹਨ, ਮਟੀਰੀਅਲ ਪਾਵਰ ਜਿਸ ਨੂੰ ਅਸੀਂ ਕਹਿੰਦੇ ਹਾਂ। ਇਹ ਜੋ ਸ਼ਕਤੀ ਹੈ, ਇਹ ਜੋ ਮੀਰੀ ਹੈ, ਇਸ ਦਾ ਪ੍ਰਯੋਗ ਕਰਦੇ ਹਨ ਜਿਹੜੇ ਰਾਜਾ ਹੁੰਦੇ ਨੇ। ਉਹ ਕੋਸ਼ਿਸ਼ ਕਰਦੇ ਨੇ ਕਿ ਆਪਣੀ ਪ੍ਰਜਾ ਦੇ ਨਾਲ ਕਿ ਪ੍ਰਜਾ ਨੂੰ ਇਨਫਲੂਐਂਸ ਕਰ ਸਕੀਏ, ਤੇ ਇੱਥੇ ਹੁਣ ਉਹ ਸਹੀ ਜਾਂ ਗਲਤ ਇਸਤੇਮਾਲ ਕਰ ਸਕਦੇ ਨੇ ਇਸ ਸ਼ਕਤੀ ਦਾ। ਫਿਰ ਆਉਂਦਾ ਪੀਰੀ ਲਫ਼ਜ਼ ਹੈਗਾ, ਇਹ ਵੀ ਪਰਸ਼ੀਅਨ ਵਰਡ ਹੈ, ਜਿਸ ਦਾ ਮਤਲਬ ਹੋਇਆ ਕੋਈ ਸੰਤ, ਕੋਈ ਹੋਲੀ ਮੈਨ, ਤੇ ਜਾਂ ਕੋਈ ਜਿੱਦਾਂ ਆਪਾਂ ਸਪਿਰਿਚੁਅਲ ਗਾਈਡ ਕਹਿੰਦੇ ਹਾਂ। ਤੇ ਇੱਥੇ ਗੁਰੂ ਹਰਗੋਬਿੰਦ ਜੀ ਦਾ ਕਹਿਣ ਦਾ ਭਾਵ ਇਹ ਹੈਗਾ ਕਿ ਜੀਵ ਦੇ ਵਿੱਚ ਸਪਿਰਿਚੁਅਲ ਜਾਂ ਗਿਆਨ ਸ਼ਕਤੀ ਵੀ ਹੈਗੀ ਹੈ। ਹੁਣ ਇਹ ਜੋ ਸ਼ਕਤੀ ਹੈ, ਇਸ ਦਾ ਪ੍ਰਯੋਗ ਯੂਜ਼ ਕਰਦੇ ਹਨ ਜਿਹੜੇ ਸਾਡੇ ਲੀਡਰਸ ਹਨ ਜਾਂ ਕਾਜ਼ੀ ਜਾਂ ਪੰਡਿਤਸ। ਉਹ ਵੀ ਕੋਸ਼ਿਸ਼ ਕਰਦੇ ਨੇ ਕਿ ਜਿਹੜੇ ਆਪਣੇ ਡਿਵੋਟੀਜ਼ ਹੈਗੇ ਉਹਨਾਂ ਨੂੰ ਕਿਸ ਤਰ੍ਹਾਂ ਇਨਫਲੂਐਂਸ ਕਰ ਸਕਦੇ ਆ। ਤੇ ਇੱਥੇ ਵੀ ਹੁਣ ਸਹੀ ਜਾਂ ਗਲਤ ਇਸਤੇਮਾਲ ਹੋ ਸਕਦਾ ਹੈ, ਪਰ ਸਾਨੂੰ ਹਿਸਟਰੀ ਦੱਸਦੀ ਹੈ ਕਿ ਜਿਹੜੇ ਰਾਜੇ ਸੀ
ਜਿਨ੍ਹਾਂ ਨੇ ਮੀਰੀ ਦਾ ਗਲਤ ਇਸਤੇਮਾਲ ਕੀਤਾ, ਪੰਡਿਤ ਸੀ ਉਹਨਾਂ ਨੇ ਵੀ ਪੀਰੀ ਦਾ ਗਲਤ ਇਸਤੇਮਾਲ ਕੀਤਾ। ਹੁਣ ਰਾਗ ਆਸਾ ਵਿੱਚ ਗੁਰੂ ਜੀ ਦੱਸਦੇ ਹਨ ਸਾਨੂੰ ਪੇਜ 417 ਤੇ ਗੁਰੂ ਨਾਨਕ ਦੇਵ ਜੀ ਬਾਬਰ ਦਾ ਜੋ ਹਮਲਾ ਹੋਇਆ ਉਸ ਬਾਰੇ ਸਾਨੂੰ ਦੱਸਦੇ ਹਨ। ਸੋ ਇਹ ਜੋ ਕੰਪੋਜੀਸ਼ਨ ਹੈ ਉਸ ਦੇ ਵਿੱਚ ਦੋਨੇ ਲਫ਼ਜ਼ ਯੂਜ਼ ਕੀਤੇ ਗਏ ਹਨ, ਮੀਰੀ ਅਤੇ ਪੀਰੀ, ਦੋਨੇ ਇਸ ਕੰਪੋਜੀਸ਼ਨ ਵਿੱਚ ਆਉਂਦੇ ਹਨ। ਕਹਿੰਦੇ ਹਨ ਕੋਟੀ ਹੂੰ ਪੀਰ ਵਰਜ ਰਹਾਈ ਜਾਂ ਮੀਰ ਸੁਣਿਆ ਤਾਇਆ। ਫਿਰ ਕਹਿੰਦੇ ਹਨ ਕਿ ਥਾਨ ਮੁਕਾਮ ਜਲੇ ਬੀਜ ਮੰਤਰ ਮੁੱਚ ਮੁੱਚ ਕੋਇਰ ਰਲਾਇਆ। ਤੇ ਕਹਿੰਦੇ ਕਿ ਇੱਥੇ ਦੱਸਦੇ ਹਨ ਕਿ ਕੋਟਾਂ ਹੀ ਜੋ ਰਿਲੀਜੀਅਸ ਲੀਡਰ ਸੀ, ਪੰਡਿਤ ਸੀ, ਉਹਨਾਂ ਨੇ ਜੋ ਬਾਬਰ ਦਾ ਹਮਲਾ ਸੀ ਉਹ ਰੋਕ ਨਹੀਂ ਪਾਏ। ਉਹਨਾਂ ਨੇ ਸੁਣਿਆ ਕਿ ਬਾਬਰ ਦਾ ਹਮਲਾ ਹੋਣਾ ਹੈ ਤੇ ਬਾਬਰ ਨੇ ਆਪਣੇ ਗਲਤ ਇਸਤੇਮਾਲ ਕਰਕੇ ਜੋ ਮੀਰੀ ਦੀ ਸ਼ਕਤੀ ਸੀ ਉਹਨੇ ਹਜ਼ਾਰਾਂ ਲੋਕਾਂ ਨੂੰ ਮਾਰ ਦਿੱਤਾ। ਫਿਰ ਉਹਨੇ ਦੱਸਦੇ ਨੇ ਅਗਲੀ ਲਾਈਨ ਦੇ ਵਿੱਚ ਕਿ ਕੀ ਕੀਤਾ ਉਹਨੇ। ਕਹਿੰਦੇ ਉਹਨੇ ਜੋ ਮੰਦਿਰ ਸੀ ਉਹ ਸਾਰੇ ਢਾਤੇ, ਥਾਨ ਮੁਕਾਮ ਜਲੇ ਬੀਜ ਮੰਤਰ ਮੁੱਚ ਮੁੱਚ ਕੋਇਰ ਰੁਲਾਇਆ। ਤੇ ਉੱਥੇ ਜੋ ਜਿਹੜੇ ਉਹ ਪ੍ਰਿੰਸ ਸੀ ਉਹਨਾਂ ਟਾਈਮਾਂ ਦੇ ਉਹ ਵੀ ਸਾਰਿਆਂ ਨੂੰ ਮਿੱਟੀ ਦੇ ਵਿੱਚ ਰੁਲਾ ਦਿੱਤਾ ਉਹਨੇ। ਫਿਰ ਕਹਿੰਦੇ ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਲਾਇਆ। ਕੋਈ ਵੀ ਮੁਗਲ ਅੰਧਾ ਨਹੀਂ ਹੋਇਆ। ਇਹ ਜਿਹੜੇ ਪੰਡਿਤ ਸੀਗੇ ਇਹਨਾਂ ਨੇ ਆਪਣੇ ਗਲਤ ਇਸਤੇਮਾਲ ਆਪਣੀ ਪੀਰੀ ਦੀ ਸ਼ਕਤੀ, ਕਹਿੰਦੇ ਅਸੀਂ ਆਪਣੇ ਜਿਹੜੇ ਬੀਜ ਮੰਤਰ ਹੈ ਉਹ ਪੜਾਂਗੇ ਤੇ ਉਸ ਦੇ ਨਾਲ ਕਿ ਜਿਹੜਾ ਹਰ ਇੱਕ ਜੋ ਮੁਗਲ ਹੈ ਉਹ ਅੰਧਾ ਹੋ ਜਾਏਗਾ ਕਿ ਬਾਬਰ ਦਾ ਹਮਲਾ ਨਹੀਂ ਹੋਏਗਾ। ਸੋ ਇੱਥੇ ਵੀ ਉਹਨਾਂ ਨੇ ਸਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਪੰਡਿਤਾਂ ਨੇ ਸਦੀਆਂ ਤੋਂ ਗਲਤ ਇਸਤੇਮਾਲ ਕਰਕੇ ਜਿਹੜੀਆਂ ਨੀਚੀਆਂ ਜਾਤਾਂ ਵਾਲੇ ਸਨ ਉਹਨਾਂ ਨੂੰ ਨੀਵਾਂ ਕੀਤਾ ਤੇ ਉਹਨਾਂ ਦੇ ਉੱਤੇ ਕਿੰਨੇ ਜ਼ੁਲਮ ਕੀਤੇ ਹਨ। ਸੋ ਇੱਥੇ ਗੁਰੂ ਹਰਗੋਬਿੰਦ ਦਾ ਕਹਿਣ ਦਾ ਭਾਵ ਇਹ ਸੀਗਾ, ਮਤਲਬ ਕਿ ਜਿੱਥੇ ਮੀਰੀ ਅਤੇ ਪੀਰੀ ਸ਼ਕਤੀ ਦਾ ਜਦੋਂ ਸੰਗਮ ਹੋ ਜਾਂਦਾ ਹੈ, ਜਦੋਂ ਸਰਗੁਣ ਤੇ ਨਿਰਗੁਣ ਇੱਕ ਹੋ ਜਾਂਦੇ ਹਨ, ਉੱਥੇ ਫਿਰ ਸਾਨੂੰ ਪ੍ਰਭੂ ਦਾ ਪਿਆਰ ਮਿਲ ਜਾਂਦਾ ਹੈ। ਗਲਤ ਇਸਤੇਮਾਲ ਕਰਨ ਦੇ ਨਾਲ ਜੋ ਜੀਵ ਹੈ ਉਸਨੂੰ ਸਹੀ ਇਸਤੇਮਾਲ ਕਰਨਾ ਚਾਹੀਦਾ ਇਹ ਸ਼ਕਤੀਆਂ ਦਾ। ਸੋ ਜੀਵ ਮੀਰੀ ਨੂੰ ਯੂਜ਼ ਕਰਨਾ ਚਾਹੀਦਾ, ਉਹਨੂੰ ਮੀਰੀ ਸ਼ਕਤੀ ਨੂੰ, ਕਿ ਜਿਹੜੀ ਉਹ ਗਿਆਨ ਦੀ ਸ਼ਕਤੀ ਹੈ ਉਸਨੂੰ ਵਧਾਉਣ ਲਈ। ਇਸ ਦੇ ਵਿੱਚੋਂ ਜੀਵ ਨੂੰ ਸੰਤੋਖ ਮਿਲੇਗਾ, ਪਿਆਰ ਮਿਲੇਗਾ ਪ੍ਰਭੂ ਦਾ। ਸੋ ਅਗਲਾ ਸਾਡਾ ਕੁਐਸਚਨ ਸੀਗਾ ਕਿ ਇਹਨੂੰ ਡੇਲੀ ਲਾਈਫ ਦੇ ਵਿੱਚ ਕਿਸ ਤਰ੍ਹਾਂ ਅਸੀਂ ਦੇਖਦੇ ਹਾਂ, ਕਿਸ ਤਰ੍ਹਾਂ ਇਸ ਦਾ ਅਸੀਂ ਯੂਜ਼ ਕਰਨਾ ਹੈਗਾ। ਹੁਣ ਅਸੀਂ ਦੇਖਦੇ ਹਾਂ ਕਿ ਜਿੱਦਾਂ ਖਾਲਸਾ ਏਡ ਆਰਗੇਨਾਈਜੇਸ਼ਨ ਹੈਗੀ ਹੈ, ਉਹ ਸੀਰੀਆ ਵਿੱਚ ਜਾਂਦੇ ਨੇ, ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਸੇਵਾ ਕਰਦੇ ਨੇ। ਉੱਥੇ ਜੋ ਲੋੜਵੰਦ ਲੋਕ ਇਨਸਾਨ ਹਨ ਉਹਨਾਂ ਨੂੰ ਖਾਣ ਪੀਣ ਨੂੰ ਦਿੰਦੇ ਹਨ। ਜਿੱਦਾਂ ਹੋਰ ਹੋਏ ਬਿਲ ਗੇਟਸ ਵਰਗੇ ਬੰਦੇ ਹਨ, ਆਪਣੀ ਜੋ ਧਨ ਦੌਲਤ ਹੈ ਬਹੁਤ ਕੁਝ ਦਿੱਤਾ ਉਹਨਾਂ ਨੇ ਪ੍ਰਭੂ ਨੂੰ ਉਹਨਾਂ ਨੂੰ, ਪਰ ਉਹ ਵੀ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਨੇ। ਸੋ ਮੇਰੇ ਹਿਸਾਬ ਨਾਲ ਕਿ ਮੇਰੀ ਜੋ ਪੀਰੀ, ਜੋ ਜਿਸ ਤਰ੍ਹਾਂ ਆਪਣੇ ਬਲਦੇਵ ਸਿੰਘ ਉਹਨਾਂ ਨੇ ਵੀ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਜੀ ਜੋ ਪ੍ਰਿੰਸੀਪਲ ਸਨ, ਨਾਮ ਜਪੋ, ਵੰਡ ਛਕੋ, ਕਿਰਤ ਕਮਾਈ ਕਰੋ, ਇਹਨਾਂ ਵਿੱਚ ਕੋਈ ਫਰਕ ਨਹੀਂ ਹੈ। ਤੇ ਇੰਨਾ ਸਿਰਫ ਫਰਕ ਹੈ ਕਿ ਜੋ ਮੀਰੀ ਤੇ ਪੀਰੀ ਸ਼ਕਤੀਆਂ ਨੇ ਜੀਵ ਦੇ ਵਿੱਚ, ਤੇ ਸਾਡੇ ਜੀਵਾਂ ਵਾਸਤੇ ਕਿ ਸਾਨੂੰ ਕੀ ਕਰਨਾ ਚਾਹੀਦਾ, ਧਰਮ ਦੀ ਰੱਖਿਆ ਵਾਸਤੇ ਇਹ ਜੋ ਹੈ ਇਹ ਸਾਨੂੰ ਮੀਰੀ ਪੀਰੀ ਯੂਜ਼ ਕਰਨੀ ਚਾਹੀਦੀ ਹੈ। ਤੇ ਜਿੱਥੇ ਵੀ ਜ਼ੁਲਮ ਹੁੰਦਾ ਹੈ ਉਹਦਾ ਮਤਲਬ ਚਾਹੇ ਸਾਨੂੰ ਜੇ ਤਲਵਾਰ ਵੀ ਉਠਾਣੀ ਪਵੇ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸੰਤ ਸਿਪਾਹੀ ਬਣ ਕੇ ਤਲਵਾਰ ਉਠਾਈ, ਉਹ ਕਰਨਾ ਚਾਹੀਦਾ ਸਾਨੂੰ ਇਹ ਮੀਰੀ ਪੀਰੀ ਦਾ ਇਸਤੇਮਾਲ ਕਰਨ ਲਈ, ਸਹੀ ਇਸਤੇਮਾਲ ਕਰਨ ਲਈ। ਪਰ ਜੋ ਜੀਵ ਹੈ ਉਹ ਬਹੁਤ ਜਲਦੀ ਭੁੱਲ ਜਾਂਦਾ ਹੈ। ਹੁਣ ਗੁਰੂ ਹਰਗੋਬਿੰਦ ਨੇ ਇਹ ਸ਼ੁਰੂ ਕੀਤਾ, ਇਹ ਪ੍ਰਿੰਸੀਪਲ ਦੱਸੇ ਸਾਰਿਆਂ ਲੋਕਾਂ ਨੂੰ ਮੀਰੀ ਪੀਰੀ ਵਾਸਤੇ, ਪਰ ਉਹਨਾਂ ਦਾ ਆਪਣਾ ਪੁੱਤ ਗੁਰੂ ਤੇਗ ਬਹਾਦਰ, ਜਿਨ੍ਹਾਂ ਦੀ ਸ਼ਹੀਦੀ ਹੋਈ ਦਿੱਲੀ ਦੇ ਵਿੱਚ, ਉਦੋਂ ਮੁਗਲ ਫੌਜਾਂ ਨੇ ਪੁੱਛਿਆ ਸਾਰੇ ਲੋਕ ਜਿਹੜੇ ਖੜੇ ਸੀ ਉੱਥੇ ਕਿ ਤੁਸੀਂ ਇਹ ਕਿਸੇ ਨੂੰ ਵੀ ਤੇਗ ਬਹਾਦਰ ਨੂੰ ਜਾਣਦੇ ਹੋ? ਤੇ ਕੋਈ ਨਹੀਂ ਬੰਦਾ ਅੱਗੇ ਹੋਇਆ। ਇੱਥੇ ਹੁਣ ਇਹ ਚੀਜ਼ ਹੈ ਕਿ ਜਿਹੜਾ ਦਸਤਾਰ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਹੈ, ਉਸ ਦਾ ਮਤਲਬ ਇਹੀ ਹੈ ਕਿ ਤੂੰ ਹੁਣ ਮੀਰੀ ਪੀਰੀ ਦਾ ਮਾਲਕ ਬਣ ਗਿਆ ਹੈ, ਕਿ ਮੀਰੀ ਪੀਰੀ ਤੇਰੇ ਅੰਦਰ ਹੈ, ਕਿ ਤੂੰ ਕਿਤੇ ਵੀ ਲੁਕ ਨਹੀਂ ਸਕਦਾ। ਤੂੰ ਜੋ ਜਿੱਦਾਂ ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਜੋ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਤਲ ਤਲੀ ਗਲੀ ਮਰਿਆਓ, ਕਿ ਤੂੰ ਲੁਕਣਾ ਨਹੀਂ ਹੈ, ਕਿ ਜਿੱਥੇ ਜ਼ੁਲਮ ਹੋ ਰਿਹਾ ਉੱਥੇ ਤੂੰ ਯੂ ਹੈਵ ਟੂ ਹੈਲਪ ਆਊਟ। ਸੋ ਇਹ ਡਾਕਟਰ ਜੀ ਮੇਰੇ ਹਿਸਾਬ ਨਾਲ ਸੀਗਾ। ਥੈਂਕ ਯੂ ਵੈਰੀ ਮਚ, ਥੈਂਕ ਯੂ। ਹਾਂਜੀ ਵਜ਼ੀਰ ਜੀ। ਅਨਮਿਊਟ। ਤੁਸੀਂ ਮਿਊਟ ਤੇ ਹੋ ਡਾਕਟਰ ਜੀ। ਨਾਰਮਲੀ ਅਸੀਂ ਇਸ ਨੂੰ ਸਿਰਫ ਗੁਰੂ ਹਰਗੋਬਿੰਦ ਸਾਹਿਬ ਨਾਲ ਸਾਡੇ ਲੋਕ ਗੀਤਾਂ ਵਿੱਚ ਆਉਂਦਾ ਹੈ ਨਾ ਕਿ ਮੀਰੀ ਪੀਰੀ ਦਾ ਮਾਲਕ, ਜੋਧਾ ਸੰਸਾਰ ਦਾ। ਹੁਣ ਇਹ ਪਰ ਜਿਹੜਾ ਅਸਲੀ ਕਨਸੈਪਟ ਹੈ ਉਹ ਇਹ ਸਮਾਜ ਦੀ ਇਨਕਲਾਬ ਹੈ, ਜਿਹੜਾ ਗੁਰੂ ਨਾਨਕ ਦੇਵ ਨੇ ਸਥਾਪਨ ਕੀਤਾ ਹੈਗਾ। ਭਲਾਈ ਸਿੱਧ ਗੋਸ਼ਟ ਵਿੱਚ ਆਉਂਦਾ ਹੈ ਕਿ ਤੁਸੀਂ
ਕਿ ਪਰਮਾਤਮਾ ਨੇ ਸ੍ਰਿਸ਼ਟੀ ਇਸ ਲਈ ਸਾਜੀ ਹੈ ਕਿ ਮਨੁੱਖ ਆਪਣੀ ਡਿਵੈਲਪਮੈਂਟ ਕਰਕੇ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਕੇ ਆਪਣੀ ਡਿਵੈਲਪ ਦੇ ਨਾਲ ਰਾਜਾ ਬਣਨੇ, ਪਰਮਾਤਮਾ ਵਰਗਾ ਬਣ ਕੇ। ਹੁਣ ਇਹਦੇ ਵਿੱਚ ਜਦੋਂ ਉੱਥੋਂ ਉਸ ਟਾਈਮ ਦਾ ਸਮਾਜ ਸੀ, ਉਹ ਦੋ ਡਿਫਰੈਂਟ ਵਰਗਾਂ ਵਿੱਚ ਵੰਡਿਆ ਹੋਇਆ ਸੀ, ਇੱਕ ਅਮੀਰੀ ਦਾ ਤੇ ਇੱਕ ਬਹੁਤੇ ਅਮੀਰ ਬੰਦੇ ਸੀ ਜਿਹੜੇ ਲੁੱਟਦੇ ਸੀ, ਮਾਰਦੇ ਸੀ, ਹਮਲੇ ਕਰਦੇ ਸੀ, ਵਾਪਸ ਚਲੇ ਜਾਂਦੇ ਸੀ, ਫਿਰ ਮਾਰਦੇ ਸੀ, ਫਿਰ ਈਵਨ ਜਿਹੜੇ ਰਾਜੇ ਸੀ ਉਹ ਵੀ ਰਾਜਸੀ ਮੁਕੱਦਮ ਕੁੱਤੇ, ਉਹ ਵੀ ਆਪਣੀ ਤਾਕਤ ਦਾ ਇਤਨਾ ਗਲਤ ਇਸਤੇਮਾਲ ਕਰ ਰਹੇ ਸੀ ਕਿ ਉਹਨਾਂ ਨੂੰ ਸਿਰਫ ਆਪਣੀ ਤਾਕਤ ਦਿਸਦੀ ਸੀ। ਤੇ ਦੂਜੇ ਪਾਸੇ ਜਿਹੜੇ ਗਰੀਬ ਸੀ, ਉਹ ਗਰੀਬੀ ਵੀ ਮਨੁੱਖ ਨੂੰ ਮਨੁੱਖਤਾ, ਉਹਦੇ ਵਿੱਚ ਵੀ ਉਹਦੀ ਮਨੁੱਖਤਾ ਨਹੀਂ ਰਹਿਣ ਦਿੰਦੀ। ਉਹ ਇੰਨਾ ਗਿਰ ਜਾਂਦਾ ਹੈ ਕਿ ਉਹਦੀ ਸ਼ਖਸੀਅਤ ਹੀ ਬਿਲਕੁਲ ਮਿਟ ਜਾਂਦੀ ਹੈ। ਸੋ ਇਹ ਦੋ ਜਿਹੜੇ ਵਿਰੋਧੀ ਐਲੀਮੈਂਟ ਹੈ ਸੁਸਾਇਟੀ ਦੇ, ਗੁਰੂ ਨਾਨਕ ਦੇਵ ਦੀ ਫਿਲਾਸਫੀ ਇਹ ਸੀ ਕਿ ਇਹਨਾਂ ਦੋਵਾਂ ਨੂੰ ਇਕੱਠਾ ਕਰਨਾ ਹੈ। ਇਹ ਸੁਮੇਲ ਹੈ, ਥੋੜੀ ਪਰਸਨੈਲਿਟੀ ਮੀਰੀ ਤੇ ਪੀਰੀ ਦੋਵਾਂ ਦਾ ਸੁਮੇਲ ਹੈ। ਇਹ ਸੁਮੇਲ ਨੂੰ ਕਿਵੇਂ ਡਿਵੈਲਪ ਕਰਨਾ ਹੈ? ਇਹ ਜਿਤਨੀ ਗੁਰਮਤ ਲਹਿਰੇਗੀ, ਇਹ ਥੋੜੀ ਪਰਸਨੈਲਿਟੀ ਦੀ ਡਿਵੈਲਪਮੈਂਟ ਹੈ। ਸੱਚੇ ਔਰ ਸਭ ਕੋ ਉੱਪਰ ਸੱਚ ਆਚਾਰ, ਕਿ ਤੁਸੀਂ ਇਹਨੂੰ ਸਿਰਫ ਤਲਵਾਰ ਜਾਂ ਗਰੀਬੀ ਨਾਲ ਨਹੀਂ ਦੇਖਣਾ ਹੈਗਾ। ਇਹ ਤੁਹਾਡੀ ਟੋਟਲ ਡਿਵੈਲਪਮੈਂਟ ਆਫ ਪਰਸਨੈਲਿਟੀ ਹੈ, ਜਿਹੜੀ ਗੁਰੂ ਨਾਨਕ ਦਾ ਮੈਸੇਜ ਹੈ। ਇਹੀ ਮੈਸੇਜ ਹੌਲਾ ਹੌਲਾ ਇਕੱਠਾ ਹੁੰਦਾ। ਅਸੀਂ ਇਹ ਆਮ ਪ੍ਰਚਲਿਤ ਹੈ ਕਿ ਪੰਜਵੇਂ ਗੁਰੂ ਤੋਂ ਬਾਅਦ ਕਿਸੇ ਨੇ ਬਾਣੀ ਨਹੀਂ ਲਿਖੀ। ਉਹ ਬਾਣੀ ਜੇ ਤੁਸੀਂ ਇਹਨੂੰ ਹਿਸਟਰੀ 'ਚ ਲੈ ਕੇ ਜਾਓ, ਉਹਦਾ ਇੱਕ 6ਵੇਂ ਗੁਰੂ ਸਾਹਿਬ ਤੇ ਜਦੋਂ 5ਵੇਂ ਗੁਰੂ ਸਾਹਿਬ ਦੀ ਸ਼ਹੀਦੀ ਹੋਈ ਹੈ, ਇਹ ਕਈ ਵਾਰ ਭੁਲੇਖੇ 'ਚ ਆ ਜਾਂਦੇ ਕਿ 6ਵੇਂ ਗੁਰੂ ਦੀ ਜਦੋਂ ਗੱਦੀ ਮਿਲੀ ਹੈ ਤਾਂ ਬਾਬਾ ਬੁੱਢਾ ਨੇ ਭੁਲੇਖੇ ਨਾਲ ਤਲਵਾਰ ਪਾਤੀ ਖੱਬੇ ਪਾਸੇ। ਫਿਰ ਉਹ ਜਦੋਂ ਆਪਣੀ ਭੁੱਲ ਬਖਸ਼ਾਉਣ ਲੱਗੇ, ਕਹਿੰਦਾ ਨਹੀਂ ਤੂੰ ਰਹਿਣ ਦੇ, ਹੁਣ ਇੱਕ ਹੋਰ ਪਾ ਦੇ। ਉਹ ਦੋ ਤਲਵਾਰਾਂ, ਪਰ ਇਹਦਾ ਕਿਧਰੇ ਬਹੁਤਾ ਹਿਸਟੋਰੀਕਲ ਫੈਕਟ ਨਹੀਂ ਮਿਲਦਾ ਹੈ, ਕਹਾਣੀ ਬਣੀ ਹੋਈ ਹੈਗੀ। ਐਵਰੀਵਨ ਐਕਸੈਪਟ ਇਟ, ਕਿਉਂਕਿ ਇਹਦੇ ਨਾਲ ਸਾਨੂੰ ਥੋੜੀ ਜਿਹੀ ਮੀਰੀ ਪੀਰੀ ਦਾ ਆਪਣਾ ਮਿਲਦਾ ਹੈਗਾ। ਹੁਣ ਇਹਦਾ ਕਿਉਂਕਿ ਬੇਸਿਕਲੀ ਜਦੋਂ ਗੁਰੂ ਅਰਜਨ ਦੇਵ ਦੀ ਸ਼ਹੀਦੀ ਹੋਈ ਹੈ, ਉਹਨਾਂ ਨੇ ਗੱਦੀ ਆਪਣੇ ਆਪ 25, ਮੈਂ ਇੱਥੇ ਡੇਟਾਂ ਕੱਢੀਆਂ ਸੀ, ਕਿਹੜੀਆਂ ਹੈਗੀਆਂ ਕਿ ਉਹਨਾਂ ਦੀ ਗ੍ਰਿਫਤਾਰੀ ਦਾ 22/5 ਨੂੰ 22/5/1606 ਨੂੰ ਆਰਡਰ ਹੋਏਗੇ ਜਹਾਂਗੀਰ ਤੇ ਉਹਨਾਂ ਨੇ ਫਿਰ 25/5 ਨੂੰ ਗੁਰੂ ਨਾਨਕ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੱਦੀ ਦੇ ਦਿੱਤੀ ਹੈਗੀ ਤੇ ਆਪਣਾ ਤਿਲਕ ਜਿਹੜੀ ਰਸਮ ਕਰਨੀ ਸੀ ਉਹ ਕਰਕੇ ਆਪ ਲਾਹੌਰ ਨੂੰ ਤੁਰ ਪਏ। ਤੇ ਉੱਥੇ ਫਿਰ 26 ਨੂੰ ਇਹ ਚੰਦੂ ਸ਼ਾਹ ਦੇ ਕਬਜ਼ੇ 'ਚ ਆ ਗਏ ਤੇ ਉਹ ਤੋਂ ਬਾਅਦ ਸਾਰਿਆਂ ਨੂੰ ਪਤਾ ਕਿ ਕੀ ਹੋਇਆ। ਹੁਣ ਕਿ ਉਹ ਗੱਦੀ ਦੇ ਕੇ ਹਰਗੋਬਿੰਦ ਨੂੰ ਦੱਸ ਗਏ ਸੀ ਕਿ ਹੁਣ ਟਾਈਮ ਬਦਲ ਗਿਆ ਹੈ, ਹੁਣ ਜ਼ਾਲਮ ਹੈ ਜਿਹੜਾ ਮੀਰ ਹੈ ਉਹ ਬਿਲਕੁਲ ਕੁੱਤਿਆਂ ਵਰਗਾ, ਸੀਆਂ ਵਰਗਾ ਹੈਗਾ। ਹੁਣ ਯੂ ਹੈਵ ਟੂ ਸਟੈਂਡ ਅਪ, ਸ਼ੋ ਯੋਰ ਅਦਰ ਐਸਪੈਕਟ ਆਫ ਦ ਪਰਸਨੈਲਿਟੀ। ਉਹਦੇ ਵਿੱਚ ਤਾਂ ਤੇ ਫਿਰ ਉਹ ਜਿਤਨੀ ਹੁਣ ਗੁਰੂ 5ਵੇਂ ਗੁਰੂ ਦੇ ਟਾਈਮ ਤੇ ਜਿਤਨੀ ਭੇਟਾਂ ਹੁੰਦੀ ਸੀ, ਆਰਡਰ ਹੋ ਗਏ ਸੀ ਕਿ ਤੁਸੀਂ ਘੋੜੇ ਲਿਆਓ, ਜਵਾਨ ਲਿਆਓ, ਧਨ ਦੌਲਤ ਦੀ ਕੋਈ ਲੋੜ ਨਹੀਂ ਹੈ। ਹੁਣ ਇਹ ਫੌਜਾਂ ਇਕੱਠੀਆਂ ਸ਼ੁਰੂ ਹੋ ਗਈਆਂ ਸੀ। ਇਹਦੇ ਵਿੱਚ ਜਿਹੜਾ ਕਨਸੈਪਟ ਸੀ ਬੇਸਿਕ ਤੇ ਉਹ ਸੀ ਕਿ ਅਸੀਂ ਲੜਾਈ ਵਾਸਤੇ ਇਕੱਠੇ ਨਹੀਂ ਹੋਗੇ, ਅਸੀਂ ਡਿਵੈਲਪਮੈਂਟ ਵਾਸਤੇ ਇਕੱਠੇ ਹੋਣਗੇ ਕਿ ਆਪਣੇ ਮਿਸ਼ਨ ਨੂੰ ਅੱਗੇ ਕਿਵੇਂ ਤੋਰੀਏ। ਉਹ ਮਿਸ਼ਨ ਦੇ ਤੋਰਨ ਦੇ ਵਿੱਚ ਇਹ ਥੋੜੀ ਜਿਹੜੀ ਟੋਟਲ ਕਨਸੈਪਟ ਆਫ ਪਰਸਨੈਲਿਟੀ ਹੈ, ਉਹਦੇ ਵਿੱਚ ਥੋੜਾ ਸਰੀਰ ਹੈ, ਤਾਕਤ ਹੈ, ਜਿਵੇਂ ਗੁਰਦੀਪ ਨੇ ਪਹਿਲਾਂ ਇਹਦਾ ਬਲਦੇਵ ਸਿੰਘ ਨੇ ਕਿਹਾ ਕਿ ਥੋੜਾ ਸਰੀਰ ਹੈ ਤੇ ਥੋੜੀ ਆਤਮਾ ਹੈ। ਸਰੀਰ 'ਚ ਬਲ ਹੈ, ਆਤਮਾ ਦਾ ਬਲ ਵੀ ਉਨਾ ਹੀ ਹੈ, ਪਰ ਆਤਮਾ ਤੁਹਾਨੂੰ ਤੁਹਾਡੇ ਸਰੀਰ ਨੂੰ ਕੋਈ ਕੁਕਰਮ ਕਰਨ ਤੋਂ, ਕੋਈ ਗਲਤੀ ਕਰਨ ਤੋਂ ਰੋਕਦੀ ਹੈ ਤੇ ਉਹ ਫਿਰ ਤੁਹਾਨੂੰ ਸਿੱਧੇ ਰਸਤੇ ਪਾਉਂਦੀ ਹੈ।
ਸਿੱਧੇ ਰਸਤੇ ਪਾਉਣ ਦਾ ਇਹਦੇ ਵਿੱਚੋਂ ਫਿਰ ਜਿਹੜੇ ਦੋ ਕਨਸੈਪਟ ਨਿਕਲਦੇ ਨੇ ਕਿ ਮੀਰੀ ਤੇ ਪੀਰੀ। ਅਸਲੀ ਜਿਹੜੀ ਮੀਰੀ ਦਾ ਜੇ ਪਰਸ਼ੀਅਨ ਸ਼ਬਦ ਵੀ ਹੈ, ਪਰ ਮੀਰੀ ਜੇ ਤੁਸੀਂ ਇਹਦਾ ਮਤਲਬ ਕੱਢਣਾ ਦੇਖੋ ਨਾ, ਇਹ ਮੀਰੀ ਦਾ ਮਤਲਬ ਹੈ ਥੋੜਾ ਹਾਊਸ ਹੋਲਡ। ਤੁਸੀਂ ਆਪਣੇ ਘਰ ਦੇ ਵਿੱਚ ਕਿਵੇਂ ਸਾਰੇ ਸੁੱਖ ਆਰਾਮ ਪੂਰੇ ਪੈਦਾ ਕਰਕੇ ਯੂ ਬਿਕਮ ਏ ਗਿਵਰ ਰਾਦਰ ਦੈਨ ਏ ਬੈਗਰ। ਉਹ ਥੋੜੀ ਆਪਾਂ ਕਹਿੰਦੇ ਆ ਬੜਾ ਅਮੀਰ ਬੰਦਾ ਹੈਗਾ, ਅਮੀਰ ਮੀਰ ਰਾਜਾ ਉਹ ਹੈ ਅਮੀਰ। ਤੇ ਉਹ ਫਿਰ ਜਿਹੜਾ ਉਹਦੇ ਨਾਲ ਉਦੋਂ ਫਿਰ ਸੁਸਾਇਟੀ ਜਿਹੜੇ ਅਮੀਰ ਸੀ ਉਹ ਜੁਰਮ ਤੇ ਆ ਗਏ, ਜਿਹੜੇ ਪੀਰ ਸੀ ਉਹ ਡਰਪੋਕ ਆਪਣਾ ਜੰਗਲਾਂ 'ਚ ਲੋਕੇ ਨਾਂ ਜਪਣ ਲੱਗ ਪਏ, ਜਾਂ ਕਿਸੇ ਦੀ ਸੁਸਾਇਟੀ ਵਾਸਤੇ ਕੰਟਰੀਬਿਊਸ਼ਨ ਨਾ ਕਿਸੇ ਅਮੀਰ ਦੀ ਸੀ ਤੇ ਨਾ ਕਿਸੇ ਪੀਰ ਦੀ ਸੀ। ਹੁਣ ਇਹਨੂੰ ਦੋਵਾਂ ਨੂੰ ਇਕੱਠਾ ਕਰਕੇ ਫਿਰ ਜਿਹੜਾ ਇਹਦੀ ਜਿਹੜੀ ਪ੍ਰਦਰਸ਼ਨੀ ਹੈ ਉਹ ਹਰਗੋਬਿੰਦ ਸਾਹਿਬ ਤੇ ਉੱਭਰ ਕੇ ਆਉਂਦੀ ਹੈ ਕਿ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਨਾਲ ਅਕਾਲ ਬੁੰਗਾ ਬਣਾਇਆ। ਅਕਾਲ ਬੁੰਗਾ ਅਸਲੀ ਮਤਲਬ ਕੀ ਕਿ ਅਕਾਲ ਦਾ ਬੁੰਗਾ ਹੈ, ਆਪਣਾ ਨਹੀਂ ਹੈ, ਆਲਮਾਈਟੀ ਦਾ ਡਿਵਾਈਨ ਬੁੰਗਾ ਹੈਗਾ। ਅਕਾਲ ਦਾ ਬੁੰਗਾ ਹੈ, ਅਸੀਂ ਆਪ ਬਾਦਸ਼ਾਹ ਨਹੀਂ ਹੈ, ਅਸੀਂ ਤਾਂ ਸੇਵਕ ਹੈ ਅਕਾਲ ਦੇ। ਉਹ ਜਿਹੜੀ ਅਕਾਲ ਬੁੰਗੇ ਦਾ ਕਨਸੈਪਟ ਇਹ ਹੈ ਕਿ ਅਕਾਲ ਹੈ, ਉਹਦੇ ਹੀ ਸਭ ਕੁਛ ਹੈ, ਰਾਜ ਅਕਾਲ ਦਾ ਹੈਗਾ। ਅਸੀਂ ਉਹਦੇ ਰਾਜ ਦੀ ਅਗਵਾਈ, ਜਿੱਦਾਂ ਉਹ ਅਗਵਾਈ ਕਰਦਾ ਉਹਦੇ ਨਾਲ ਅਸੀਂ ਤੁਰ ਰਹਾਂਗੇ। ਫਿਰ ਇਹਦੇ ਵਿੱਚ ਅੱਗੇ ਜਾ ਕੇ ਜਿਹੜਾ ਅਕਾਲ ਬੁੰਗੇ ਦੀ ਨਾਮ ਅਕਾਲ ਤਖਤ ਬਣ ਗਿਆ। ਅਕਾਲ ਤਖਤ ਇਹ ਪਲੇਸ ਆਫ ਡਿਵਾਈਨ ਪਾਵਰ, ਇਹ ਗੁਰੂ ਨਾਨਕ ਵੱਲੋਂ ਆਰੰਭ ਕੀਤੀ ਸਰਬਤ ਦੇ ਭਲੇ ਦਾ ਇਲਾਹੀ ਇਨਕਲਾਬ ਦਾ ਸੈਂਟਰ ਇਸ ਅਕਾਲ ਤਖਤ। ਅਕਾਲ ਤਖਤ ਨੂੰ ਪ੍ਰਗਟ ਕਰਨ ਦਾ ਇਹ ਸੀ ਕਿ ਸਿੱਖ ਸਿਰਫ ਅਕਾਲ ਪੁਰਖ ਨੂੰ ਸੱਚਾ ਪਾਤਸ਼ਾਹ ਮੰਨਦਾ ਹੈ ਕਿ ਆਪ ਉਹਦਾ ਸੇਵਕ ਹੈਗਾ। ਪੀਰੀ ਇਹ ਸਿੱਖ ਵੇ ਆਫ ਲਾਈਫ, ਜੀਵਨ ਦੀਆਂ ਦੋ ਵਿਰੋਧੀ ਤਾਕਤਾਂ, ਥੋੜੀ ਡਿਸਟਰਕਸ਼ਨ ਤੇ ਸਬਮਿਸ਼ਨ, ਉਹਨਾਂ ਨੂੰ ਇਹਦੇ ਵਿੱਚੋਂ ਕੱਢ ਕੇ ਅਮੀਰੀ ਨੂੰ ਥੋੜੀ ਫਿਜ਼ੀਕਲ ਐਫਰਟ, ਜਿਹਦੇ ਵਿੱਚ ਥੋੜਾ ਕਿਰਤ ਕਰਨੀ, ਵੰਡ ਛਕਣਾ ਆਉਂਦਾ ਹੈਗਾ। ਤੇ ਦੂਜਾ ਜਿਹੜੀ ਥੋੜੀ ਪੀਰੀ ਦਾ ਪਾਰਟ ਹੈ ਉਹ ਨਾਮ ਜਪਣਾ, ਜਿਹੜਾ ਤਿੰਨ ਸਾਡੇ ਪ੍ਰਿੰਸੀਪਲ, ਕਿਰਤ ਕਰੋ, ਵੰਡ ਛਕੋ, ਨਾਮ ਜਪੋ, ਇਹ ਮੇਰੀ ਪੀਰੀ ਦਾ ਸੁਮੇਲ ਹੈ। ਮਤਲਬ ਇਹ ਕਿ ਮੇਰੀ ਪੀਰੀ ਤੋਂ ਅਲੱਗ-ਅਲੱਗ ਲਫ਼ਜ਼ ਨਹੀਂ ਹੈ ਔਰ ਗੁਰਬਾਣੀ, ਇਹ ਇੱਕ ਹੈ। ਇਟਸ ਯੋਰ ਟੋਟਲ ਪਰਸਨੈਲਿਟੀ। ਜਿਵੇਂ ਸਰੀਰ ਆਤਮਾ ਤੋਂ ਬਿਨਾਂ ਕੁਛ ਨਹੀਂ ਹੈ, ਆਤਮਾ ਸਰੀਰ ਤੋਂ ਬਿਨਾਂ ਕੁਛ ਨਹੀਂ ਹੈ, ਇਹ ਉਹਨਾਂ ਉਹੀ ਸੁਮੇਲ ਹੈਗਾ, ਡਿਵੈਲਪਮੈਂਟ ਆਫ ਹਿਊਮਨ ਪਰਸਨੈਲਿਟੀ। ਇਹਨੂੰ ਜੇ ਤੁਸੀਂ ਸਿੱਧ ਗੋਸ਼ਟ ਪੜ੍ਹੋ ਨਾ, ਉਹ ਸਿੱਧ ਗੋਸ਼ਟ ਇਹ ਹੁੰਦਾ ਕਿ ਪਰਮਾਤਮਾ ਨੇ ਧਰਤੀ ਇਸ ਵਾਸਤੇ ਸਾਜੀ ਹੈ ਕਿ ਮਨੁੱਖ ਆਪਣੀ ਮਨੁੱਖਤਾ ਦੀ ਉੱਚੀ ਟੋਚੀ ਤੇ ਟੀਚੀ ਤੇ ਪਹੁੰਚ ਜਾਏ। ਤੇ ਉਹਦੇ ਵਿੱਚ ਜਿਹੜਾ ਫਿਰ ਸਾਰੀ ਏਕ ਪਿਤਾ ਏਕ ਕੇ ਹਮ ਬਾਲਕ, ਉਹਨੂੰ ਸਭ ਕੁਛ ਆਪਣੀ ਤਾਕਤ, ਆਪਣੇ everyone looks के एक पिता है, वाहिगुरु है, एक सारी दुनिया एक है। वो जड़ी डेवलपमेंट है थोड़ी कल्ले दी नहीं है, you have to develop the whole society rather than society, you have to develop the whole world, जड़ी bigger society। गुरु नानक दा concept सिर्फ अपने आप ते नहीं कि दुनियावी concept सी कि जदों तक सारी दुनिया नहीं बदलती उदों तक तुसी अपनी डेवलपमेंट, अपनी मनुखता ते दी टीची ते नहीं पहुंच सकते। इट इज द कंसेप्ट फॉर द होल यूनिवर्स कि तुसी किवें ऊपर उठना है। इफ यू टेक इट इनटू ओदे जेड़ा मेरी है, इट इज थोड़ी अपनी ताकत की प्रदर्शनी है।
ਇਹਦੇ ਵਿੱਚ ਕਈ ਵਾਰੀ ਹੁੰਦਾ ਕਿ ਅਸੀਂ ਦੂਜਿਆਂ ਨੂੰ ਬਰਬਾਦ ਕਰਦੇ ਹਾਂ। ਉਹ ਕਹਿੰਦੀ ਜਦੋਂ ਇਹਦੇ ਨਾਲ ਪੀਰੀ ਮਿਲ ਗਈ ਤੇ ਫਿਰ ਤੁਸੀਂ ਦੂਜਿਆਂ ਨੂੰ ਆਬਾਦ ਕਰਦੇ, ਬਰਬਾਦ ਨਹੀਂ ਕਰਦੇ। ਉਹ ਬਰਬਾਦੀ ਦੀ ਥਾਂ ਤੇ ਆਬਾਦੀ ਵੱਲ ਚਲੇ ਜਾਂਦੇ ਹੈ। ਤੇ ਕਈ ਵਾਰ ਫਿਰ ਪੀਰੀ ਕੀ ਕਰਦੀ ਹੈ ਕਿ ਤੁਹਾਨੂੰ ਇਟਸ ਯੋਰ ਫੈਮਿਨਨ ਆਸਪੈਕਟ, ਜਿਹਦੇ ਵਿੱਚ ਥੋੜੀ ਦਇਆ, ਕਰੁਣਾ, all the soft part of your personality ਇਹਦੇ ਵਿੱਚ ਆ ਜਾਂਦਾ ਹੈ। ਇਹ ਥੋੜਾ ਜਿਹੜਾ ਗੁਰਮੁਖ ਹੈ ਉਹਦੀ ਲਾਈਫ ਕੀ ਹੈ, ਉਹਦੀ ਲਾਈਫ ਮੇਰੀ ਤੇ ਪੀਰੀ ਦੋਵਾਂ ਦਾ ਸਮੇਤ ਹੈ। ਕਿਉਂਕਿ ਸਿੱਖ ਰਿਲੀਜਨ ਆਫ ਹਾਊਸ ਹੋਲਡ, ਜਿਹਦੇ ਵਿੱਚ ਮੋਰਲਸ ਹੈ ਤੇ ਐਥੀਕਲ ਵੈਲਿਊਜ਼ ਹੈ। ਇਹ ਉਹਨੂੰ ਹੀ ਫਿਰ ਇਹ ਟੈਂਪੋਰਲ ਕਹਿ ਲਓ ਤੇ ਸਪਿਰਿਚੁਅਲ ਕਹਿ ਲਓ, ਇਹ ਦੋਵਾਂ ਦਾ ਦੇ ਗੋ ਟੂਗੇਦਰ, ਅਲੱਗ-ਅਲੱਗ ਨਹੀਂ ਹੈ, ਇੱਕ ਰਸਤਾ ਹੈਗਾ। ਥੋੜੀ ਪਰਸਨੈਲਿਟੀ ਦੇ ਦੋ ਆਸਪੈਕਟ ਨੇ ਤੇ ਦੋਵਾਂ ਨੂੰ ਜੇ ਤੁਸੀਂ ਪੀਰੀ 'ਚ ਅਟੈਕ ਨਹੀਂ ਕਰਨਾ ਹੈ, ਡਿਫੈਂਸ ਜਿਹੜਾ ਜ਼ਾਲਮ ਹੈ ਉਹਦਾ ਮੁਕਾਬਲਾ, ਉਹਨੂੰ ਲੋਕਾਂ ਦੀ ਭਲਾਈ ਵਾਸਤੇ ਉਹਨੂੰ ਸਿੱਧੇ ਰਸਤੇ ਕਰਨਾ। ਹੁਣ ਇਹ ਮਨੁੱਖੀ ਕਲਿਆਣ ਤੇ ਮਾਨਵਤਾ ਦੀ ਸੇਵਾ, ਦੀਨ ਨੂੰ ਉਭਾਰਨਾ ਤੇ ਜ਼ਾਲਮਾਂ ਨੂੰ ਵੰਗਾਰਨਾ। ਹੁਣ 6ਵੇਂ ਤੇ 10ਵੇਂ ਗੁਰੂ ਨੇ ਲੜਾਈਆਂ ਆਪ ਮੁੱਲ ਨਹੀਂ ਲਈਆਂ, ਸਗੋਂ ਜਬਰ ਦੇ ਵਿਰੁੱਧ ਉਹਨਾਂ ਨੇ ਆਪਣੀ ਤਾਕਤ, ਆਪਣੀ ਮੀਰੀ ਦਾ ਪ੍ਰਦਰਸ਼ਨ ਕੀਤੀ ਹੈ। ਜਿਹੜੀ 5ਵੇਂ ਗੁਰੂ ਸਾਹਿਬ ਇਹਨੂੰ ਇੱਕ ਆਪਣੇ ਸ਼ਲੋਕ ਦੇ ਵਿੱਚ ਕਰ ਦਿੰਦੇ ਨੇ, ਨਾਨਕ ਸਤਿਗੁਰ ਭੇਟਿਆ ਪੂਰੀ ਹੋ ਗਏ ਜੁਗਤ, ਹੱਸਦਿਆਂ ਖੇਡਦਿਆਂ ਪਹਿਨਦਿਆਂ ਖਪੰਦਿਆਂ ਵਿੱਚ ਹੋ ਗਏ ਮੁਕਤ। ਇਹ ਤੁਸੀਂ ਸਭ ਕੁਝ ਜਿਹੜੀ ਤੁਹਾਡੀ ਮੇਰੀ ਹੈ, ਜਿਹਦੇ ਵਿੱਚ ਤੁਸੀਂ ਕਮਾਉਣਾ ਹੈ, ਜਿਹਦੇ ਵਿੱਚ ਤੁਸੀਂ ਖਾਣਾ ਹੈ, ਜਿਹਦੇ ਵਿੱਚ ਤੁਸੀਂ ਆਪਣੀ ਪ੍ਰਦਰਸ਼ਨੀ ਕਰਨੀ ਹੈ, ਆਪਣਾ ਧਨ ਦੌਲਤ ਦੀ ਜੇ ਤੁਹਾਡੇ ਕੋਲ ਹੈ ਸਭ ਦੇਖਣਗੇ, ਪਰ ਉਹ ਇਹਦੇ ਵਿੱਚ ਸੰਸਾਰ ਦੇ ਵਿੱਚ ਰਹਿੰਦੇ ਹੋਏ ਪੂਰੀ ਠਾਠ ਬਾਠ ਨਾਲ ਇਹਦੇ ਵਿੱਚੋਂ ਤੁਸੀਂ ਮੁਕਤੀ ਲੈਣੀ ਹੈ। ਮੁਕਤੀ ਕਹਿੰਦੀ ਹੈਗੀ ਉਹ ਸਿਮਰਨ ਦੇ ਵਿੱਚ ਮੁਕਤੀ ਹੈਗੀ। ਹੁਣ ਇਹਨੂੰ ਹਰਗੋਬਿੰਦ ਸਾਹਿਬ ਦੀ ਪਰਸਨਲ ਕਹਾਣੀ ਦੇ ਵਿੱਚ ਵੀ ਆਉਂਦਾ ਹੈ ਕਿ ਉਹਨਾਂ ਨੂੰ ਇੱਕ ਇੱਥੇ ਦਾ ਮਹਾਰਾਸ਼ਟਰ ਦਾ ਕੋਈ ਪੀਰ, ਕਿ ਉਹਦਾ ਨਾਂ ਸੀ ਕਿਹੜਾ, ਰਾਮਦਾਸ, 1634 ਦੇ ਵਿੱਚ ਮਿਲਿਆ ਸੀ। ਉਹ ਕਹਿੰਦਾ ਵੀ ਤੁਹਾਡੀ ਐਡੀ ਵੱਡੀ ਤੇਰੀ ਫੌਜ ਹੈ, ਗੁਰੂ ਨਾਨਕ ਦੀ ਗੱਦੀ ਤੇ ਬੈਠਾ ਹੈ, ਜਿਹਨਾਂ ਨੇ ਕਦੇ ਤਲਵਾਰ ਨਹੀਂ ਚੱਕੀ, ਜਿਹਨਾਂ ਦਾ ਸ਼ਬਦ ਹੀ ਸਭ ਕੁਝ ਕਰਦਾ ਸੀ, ਵੀ ਤੈਨੂੰ ਕੀ ਹੋਇਆ? ਕਹਿੰਦਾ ਜੀ ਅਸੀਂ ਠਾਠ ਬਾਠ ਸਾਡੀ ਸੰਸਾਰੀ ਹੈ ਤੇ ਸਾਡੀ ਗਰੀਬੀ ਸਾਡੇ ਦਿਲ ਦੀ ਹੈ, ਅਸੀਂ ਆਪਣੇ ਦਿਲ ਦੀ ਗਰੀਬੀ ਨਾਲ ਇਹ ਸਭ ਕੁਝ ਪ੍ਰਦਰਸ਼ਨ ਕਰ ਦੇਂਗੇ, ਠਾਠ ਬਾਠ ਰਹਿੰਦੇ ਵੀ ਹੈ ਤੇ ਸਿਮਰਨ ਵੀ ਕਰ ਦੇਂਗੇ। ਇਹ ਮੇਰੀ ਪੀਰੀ ਗੁਰਮੁਖ ਦਾ ਲਾਈਫ ਸਟਾਈਲ ਹੈ, ਗੁਰੂ ਨਾਨਕ ਦੀ ਦੇਣ ਹੈ ਸਮਾਜ ਨੂੰ ਉਭਾਰਨ ਦੀ। ਹਾਈ ਰਾਜੇ ਮਹਾਰਾਜਿਆਂ ਨੂੰ ਉਹਨਾਂ ਨੇ ਕੁੱਤੇ ਕਿਹਾ, ਜਾਏ ਜਗਾਰ ਬੈਠੇ ਸੁੱਤੇ, ਤੇ ਜਿਹੜੇ ਸਾਰੇ ਪੀਰੀ ਦੇ ਵਿੱਚ ਆਏ ਹੋਏ ਸੀ ਉਹ ਭੱਜ ਕੇ ਜੰਗਲਾਂ 'ਚ ਵੜ ਗਏ ਸੀ ਜਾਂ ਪਹਾੜਾਂ 'ਚ ਚੜ੍ਹ ਗਏ ਸੀ ਕਿ ਅਸੀਂ ਮੁਕਤੀ ਲੈਣੀ ਹੈ। ਉਹਨਾਂ ਨੂੰ ਵੀ ਵੰਗਾਰਿਆ ਕਿ ਇਹ ਤੁਹਾਡਾ ਮੁਕਤੀ ਦਾ ਸਾਧਨ ਨਹੀਂ ਹੈ, ਤੁਸੀਂ ਵੀ ਥੱਲੇ ਆ ਕੇ ਇੱਥੇ ਤੁਸੀਂ ਦੁਨੀਆ ਦੀ ਕੀ ਭਲਾਈ ਕਰ ਰਹੇ, ਤੇ ਦੁਨੀਆ ਦੀ ਭਲਾਈ ਰਾਜੇ ਵੀ ਨਹੀਂ ਕਰ ਰਹੇ, ਦੁਨੀਆ ਦੀ ਭਲਾਈ ਸੰਤ ਵੀ ਨਹੀਂ ਕਰ ਰਹੇ। ਹੁਣ ਭਲਾਈ ਜਿਹੜੀ ਮਨੁੱਖਤਾ ਦਾ ਵਿਕਾਸ ਕਿਵੇਂ ਹੋਇਆ? ਇਹ ਮਨੁੱਖਤਾ ਦਾ ਵਿਕਾਸ ਰਾਜੇ ਨੂੰ ਵੰਗਾਰਿਆ ਕਿ ਤੂੰ ਰਾਦਰ ਦਿਨ ਲੁੱਟਣ ਦੀ ਥਾਂ ਤੇ ਲੁਟੇਰਾ ਨਾ ਬਣ, ਤੂੰ ਸੇਵਾ ਕਰ। ਸਾਧੂਆਂ ਨੂੰ ਉਪਦੇਸ਼ ਹੈ ਕਿ ਤੁਸੀਂ ਭੱਜ ਕੇ ਗੁਫਾ ਵਿੱਚ ਨਾ ਵੜੋ, ਤੁਸੀਂ ਕਿਰਤ ਕਰੋ, ਮੰਗੋ ਨਾ। I think it's a household's life ਸਿੱਖ, ਜਿਹੜੀ ਸਿੱਖ ਫਿਲਾਸਫੀ ਹੈ ਉਹ ਹਾਊਸਹੋਲਡ ਦੇ ਵਿੱਚ ਤੁਸੀਂ ਕਮਾਉਣਾ ਵੀ ਹੈ, ਤੁਸੀਂ ਸਿਮਰਨ ਵੀ ਕਰਨਾ ਹੈ। It's your total development of your personality rather than two
सेपरेट लफ्ज नहीं है, इट इज वन टोटल सम ऑफ योर इंडिविजुअलिटी। वेरी वेरी गुड। ਅੱਜ ਸਾਰਿਆਂ ਨੇ ਬਹੁਤ ਅੱਛੀ ਇਨਪੁਟ ਦਿੱਤੀ ਹੈ ਔਰ ਵਜ਼ੀਰ ਜੀ ਨੇ ਤੇ ਸਭ ਬਿਲਕੁਲ ਕਨਸੈਪਟ ਕਲੀਅਰ ਕੀਤੀ ਹੈ। ਨਵਤੇਜ, ਗੁਰਦੀਪ, ਬਲਦੇਵ, ਮਹਿੰਦਰ, ਦਵਿੰਦਰ ਸਾਰਿਆਂ ਨੇ ਆਪਣੀ ਆਪਣੀ ਇਨਪੁਟ ਦਿੱਤੀ ਵਿਚ ਵੈਰੀ ਵੈਰੀ ਗੁੱਡ। ਦਿਸ ਇਜ਼ ਐਂਡ ਮੇਨ ਆਬਜੈਕਟਿਵ ਇਹੀ ਹੈ ਕਿ ਕੋਈ ਕਨਸੈਪਟ ਤੁਸੀਂ ਲਓ, ਅਸੀਂ ਰੋਜ਼ ਸੁਣਦੇ ਹਾਂ ਮੇਰੀ ਪੀਰੀ ਦੇ ਬਾਰੇ, ਪਰ ਅੱਜ ਐਟਲੀਸਟ ਤੁਸੀਂ ਕੋਈ ਨਾ ਕੋਈ ਕਿਧਰੇ ਨਾ ਕਿਧਰੇ ਕੁਝ ਦੇਖ ਕੇ ਆਏ ਹੋ, ਕੁਝ ਸਮਝ ਕੇ ਆਏ ਹੋ ਔਰ ਉਹ ਤੁਸੀਂ ਸਾਰੀ ਕਲਾਸ ਦੇ ਨਾਲ ਸਾਂਝਾ ਕੀਤਾ। ਔਰ ਸਪੈਸ਼ਲ ਥੈਂਕਸ ਟੂ ਹੋਲ ਕਲਾਸ ਐਂਡ ਆਫ ਕੋਰਸ ਵਜ਼ੀਰ ਜੀ ਫॉर गिविंग अस समथिंग स्पेशल एवरी वीक। ਹੁਣ 40th पौड़ी बबली तो पढ़ देंगी। आनंद आनंद प्यार ਆਨੰਦ ਸੁਨੋ ਵਡਭਾਗਿਓ। भाग्यो सगल मनोरथ पूरे पार ब्रह्म प्रभ पाया उतरे सगल विसूरे दुख रोग संताप उतरे सुनी सच्ची बानी ਸੰਤ ਸਾਜਨ संत साजन में सत्य पूरे खुले जानी सुनते पुनीत कहते पवित्र सतगुर पर पूरे बिनवंत नानक पुर चरण लागे वाजे अनहद पूरे सुनते पुनीत कहते पवित्र सतगुर पर पूरे बिनवंत नानक पुर चरण लागे वाजे अनहद पूरे। वाहिगुरू ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। एक्सीलेंट, बहुत बहुत स्वाद आया।